ਆਪਣੇ ਆਰਾਮ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਔਰ ਭੈਣਾਂ ਦਾ ਆਨਲਾਈਨ ਗੁਰਮਤ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪਸ ਦੇ ਅੰਦਰ ਸਾਂਝੀ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦਾ ਜੋ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ, ਕਿ ਜੋ ਸਾਰੇ ਸੁੱਖਾਂ ਦਾ ਮੂਲ ਹੈ ਉਹ ਰੱਬ ਦਾ ਹੁਕਮ ਹੈ। ਤੇ ਰੱਬ ਦੇ ਭਗਤ ਉਹ ਕਹੇ ਜਾ ਸਕਦੇ ਨੇ ਜੋ ਰੱਬ ਦੇ ਹੁਕਮ ਵਿੱਚ ਤੁਰਦੇ ਨੇ, ਬੜੇ ਪਿਆਰ ਦੇ ਨਾਲ ਉਹ ਰੱਬੀ ਹੁਕਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਸੁੱਖਾਂ ਦਾ ਮੂਲ ਰੱਬ ਦਾ ਹੁਕਮ ਹੈ। ਜੋ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ ਉਹ ਇਨਸਾਨ ਸੁਖੀ ਔਰ ਸ਼ਾਂਤ ਰਹਿ ਸਕਦਾ ਹੈ। ਆਓ ਅਗਲੀ ਵਿਚਾਰ ਅਸੀਂ ਸ਼ੁਰੂ ਕਰੀਏ। ਅਗਲਾ ਬਚਨ ਗੁਰਦੇਵ ਕਰਦੇ ਨੇ, ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਬੜ ਭਾਗੀ ਦਾ ਮਤਲਬ ਵਡਭਾਗੇ, ਉਹ ਪੁਰਸ਼, ਉਹ ਇਨਸਾਨ ਜਗਤ ਅੰਦਰ ਵੱਡੇ ਭਾਗਾਂ ਵਾਲੇ ਨੇ, ਯਾਨੀ ਉਹਨਾਂ ਦਾ ਜੀਵਨ ਖੁਸ਼ਹਾਲ ਹੈ, ਉਹ ਖੁਸ਼ ਨਸੀਬ ਨੇ। ਕੌਣ? ਸਦਾ ਸਦਾ ਹਰ ਕੇ ਗੁਣ ਗਾਹੇ, ਜੋ ਸਦਾ ਪ੍ਰਭੂ ਦੇ ਗੁਣ ਗਾਉਂਦੇ ਨੇ। ਗੁਣ ਗਾਣ ਦਾ ਮਤਲਬ ਗੁਣਾਂ ਬਾਰੇ ਸੋਚਦੇ ਨੇ, ਗੁਣਾਂ ਵਾਲੇ ਉਹਨਾਂ ਦੇ ਬੋਲ ਨੇ ਔਰ ਗੁਣਾਂ ਵਾਲਾ ਉਹਨਾਂ ਦਾ ਵਿਵਹਾਰ ਹੈ। ਉਹ ਲੋਕ ਵੱਡੇ ਭਾਗਾਂ ਵਾਲੇ ਨੇ, ਉਹ ਖੁਸ਼ਕਿਸਮਤ ਨੇ, ਉਹਨਾਂ ਦਾ ਇਸ ਸੰਸਾਰ ਦੇ ਅੰਦਰ ਆਉਣਾ ਮੁਬਾਰਕ ਹੈ। ਤਾਂ ਇੱਥੋਂ ਸਾਨੂੰ ਹੁਣ ਜੀਵਨ ਵਾਸਤੇ ਸਿੱਖਿਆ ਇਹ ਮਿਲ ਰਹੀ ਹੈ ਕਿ ਅਸੀਂ ਵੀ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਖੁਸ਼ਕਿਸਮਤ ਹੋ ਸਕਦੇ ਹਾਂ, ਖੁਸ਼ਹਾਲ ਹੋ ਸਕਦੇ ਹਾਂ, ਅਸੀਂ ਪ੍ਰਸੰਨ ਚਿਤ ਰਹਿ ਸਕਦੇ ਹਾਂ, ਕਿਉਂਕਿ ਮੂਲ ਜਿਹੜਾ ਹੈ ਗੁਣਾ ਖੁਸ਼ੀ ਦਾ ਉਹ ਹੈ ਰੱਬੀ ਗੁਣ। ਤਾਂ ਹੁਣ ਸਾਡੇ ਕੋਲ ਦੋ ਚੀਜ਼ਾਂ ਆ ਗਈਆਂ ਕਿ ਖੁਸ਼ਕਿਸਮਤੀ ਔਰ ਬਦਕਿਸਮਤੀ। ਖੁਸ਼ਕਿਸਮਤੀ ਦਾ ਰਾਸਤਾ ਹੈ ਰੱਬੀ ਗੁਣਾਂ ਦੇ ਧਾਰਨੀ ਹੋਣਾ, ਤੇ ਬਦਕਿਸਮਤੀ ਦਾ ਰਾਸਤਾ ਹੈ ਰੱਬੀ ਗੁਣਾਂ ਦਾ ਤਿਆਗ ਕਰ ਦੇਣਾ। ਚੋਇਸ ਮਨੁੱਖ ਦੀ ਆਪਣੀ ਹੈ, ਚੋਣ ਇਹਦੀ ਆਪਣੀ ਹੈ ਕਿ ਇਹ ਗੁਣਾਂ ਵਾਲਾ ਰਾਸਤਾ ਚੁਣੇਗਾ ਜਾਂ ਕਿ ਔਗੁਣਾਂ ਵਾਲਾ ਚੁਣੇਗਾ। ਤਾਂ ਗੁਰੂ ਜੀ ਸਾਨੂੰ ਗੁਣਾਂ ਵਾਲਾ ਰਾਸਤਾ ਚੁਣਨ ਦੀ ਪ੍ਰੇਰਨਾ ਦੇ ਰਹੇ ਨੇ ਕਿ ਉਹ ਇਨਸਾਨ ਵਡਭਾਗੀ ਨੇ, ਖੁਸ਼ਹਾਲ ਨੇ, ਜੋ ਸਦਾ ਰੱਬੀ ਗੁਣਾਂ ਦਾ ਗਾਇਨ ਕਰਦੇ ਹਨ। ਰਾਮ ਨਾਮ ਜੋ ਕਰੇ ਵਿਚਾਰ, ਰਾਮ ਦਾ ਮਤਲਬ ਰਮਿਆ ਹੋਇਆ, ਨਾਮ ਦਾ ਮਤਲਬ ਹੁਕਮ, ਜੋ ਪ੍ਰਭੂ ਦੇ ਹੁਕਮ ਦੀ ਵਿਚਾਰ ਕਰਦੇ ਨੇ, ਯਾਨੀ ਆਪਣੇ ਵਿਚਾਰ ਮੰਡਲ ਦੇ ਅੰਦਰ ਪ੍ਰਭੂ ਦੇ ਹੁਕਮ ਨੂੰ ਵਸਾਉਂਦੇ ਹਨ ਔਰ ਰੱਬ ਦੇ ਹੁਕਮ ਬਾਰੇ ਵਿਚਾਰ ਕਰਦੇ ਨੇ। ਹੁਕਮ ਦਾ ਮਤਲਬ ਜੋ ਸਿਸਟਮ ਹੈ, ਕੁਦਰਤ ਦੇ ਬਣਾਏ ਹੋਏ ਰੱਬ ਦੇ ਅਟਲ ਨੇਮ ਨੇ, ਜਿਹੜੇ ਉਹਨਾਂ ਬਾਰੇ ਵਿਚਾਰ ਕਰਦੇ ਨੇ, ਯਾਨੀ ਉਸ ਹੁਕਮ ਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰਦੇ ਨੇ। ਸੇ ਧਨਵੰਤ ਗਨੀ ਸੰਸਾਰ, ਗਨੀ ਦਾ ਮਤਲਬ ਗਿਣੇ ਜਾਂਦੇ ਨੇ, ਧਨਵੰਤ ਦਾ ਮਤਲਬ ਦੌਲਤਮੰਦ। ਅਸਲ ਦੇ ਅੰਦਰ ਉਹ ਲੋਕ ਹੀ ਦੌਲਤਮੰਦ ਨੇ, ਉਹੀ ਧਨਵੰਤ ਨੇ, ਉਹੀ ਅਮੀਰ ਨੇ, ਜਿਹੜੇ ਰੱਬੀ ਗੁਣਾਂ ਦੀ ਵਿਚਾਰ, ਰੱਬੀ ਹੁਕਮ ਦੀ ਵਿਚਾਰ ਕਰਦੇ ਨੇ। ਉਹ ਦੌਲਤਮੰਦ ਨੇ, ਉਹ ਰੱਜੇ ਪੁੱਜੇ ਨੇ, ਉਹ ਧਨੀ ਨੇ, ਉਹ ਅਮੀਰ ਨੇ, ਉਹ ਖੁਸ਼ਹਾਲ ਨੇ। ਹੁਣ ਦੇਖੋ, ਜਿੰਨੀ ਵੀ ਖੁਸ਼ਹਾਲੀ ਹੈ, ਚਾਹੇ ਉਹ ਧਨ ਕਮਾਣਾ ਹੈ, ਤਾਂ ਉਹ ਵੀ ਇੱਕ ਸਿਸਟਮ ਦੇ ਵਿੱਚ ਹੈ। ਰਾਜਨੀਤੀ ਦੀ ਦੁਨੀਆ ਹੈ, ਇੱਕ ਸਿਸਟਮ ਦੇ ਵਿੱਚ ਤੁਸੀਂ MLA MP ਬਣ ਸਕਦੇ ਹੋ ਨਾ, ਇਲੈਕਸ਼ਨ ਲੜ ਕੇ। ਸਾਇੰਸ ਦੀ ਦੁਨੀਆ ਹੈ, ਧਰਮ ਦੀ ਦੁਨੀਆ ਹੈ, ਪਰਿਵਾਰਕ ਜ਼ਿੰਦਗੀ ਹੈ, ਜਾਂ ਸਾਡੀ ਪਰਸਨਲ ਲਾਈਫ ਹੈ। ਜੇ ਅਸੀਂ ਰੱਬੀ ਹੁਕਮ ਦੇ ਵਿੱਚ ਤੁਰਦੇ ਹਾਂ ਤਾਂ ਅਸੀਂ ਖੁਸ਼ਹਾਲ ਹਾਂ, ਅਸੀਂ ਦੌਲਤਮੰਦ ਹਾਂ, ਅਸੀਂ ਸ਼ੁਭ ਗੁਣਾਂ ਦੇ ਨਾਲ ਅਮੀਰ ਹਾਂ। ਜੇ ਰੱਬ ਦੇ ਗੁਣਾਂ ਦੀ ਵਿਚਾਰ ਕਰੀਏ, ਰੱਬ ਦੇ ਹੁਕਮ ਦੀ ਵਿਚਾਰ ਕਰੀਏ, ਤੇ ਜੇ ਅਸੀਂ ਇਹ ਵਿਚਾਰ ਕਰੀਏ ਕਿ ਬਈ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਪਾਪ ਕੱਟੇ ਜਾਂਦੇ ਨੇ, ਤੀਰਥਾਂ ਤੇ ਨਹਾਉਣ ਦੇ ਨਾਲ ਸੁੱਖ ਬਣ ਜਾਂਦਾ ਹੈ, ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਜੀਵਨ ਵਿੱਚ ਸੁੱਖ ਸ਼ਾਂਤੀ ਹੁੰਦੀ ਹੈ, ਤਾਂ ਐਵੇਂ ਨਾ ਕਦੇ ਹੋਇਆ, ਨਾ ਕਦੇ ਹੋਣਾ। ਖੁਸ਼ਹਾਲੀ ਆਉਣੀ ਨਹੀਂ।
ਜੇ ਅਸੀਂ ਕਵੀਏ ਵੀ ਵਰਤਨ ਰਾਤੇ ਰੱਖ ਲਵੀਏ ਤੇ ਖੁਸ਼ਹਾਲੀ ਆ ਜਾਏ, ਖੁਸ਼ਹਾਲੀ ਆਉਣੀ ਨਹੀਂ। ਵਡਭਾਗੇ ਐਸਾ ਨਹੀਂ, ਅੰਦਰ ਸ਼ਾਂਤੀ ਆਉਣੀ ਨਹੀਂ। ਅੰਦਰ ਦੀ ਅਮੀਰੀ, ਅੰਦਰ ਦੀ ਜੋ ਸ਼ਾਂਤੀ ਹੈ, ਖੁਸ਼ਹਾਲੀ ਹੈ, ਉਹ ਰੱਬੀ ਗੁਨਾਹ ਕਰਕੇ ਹੈ, ਸਿਸਟਮ ਦੇ ਅੰਦਰ ਹੈ। ਉਹ ਇਨਸਾਨ ਵੱਡੇ ਭਾਗਾਂ ਵਾਲੇ ਨੇ, ਉਹ ਇਨਸਾਨ ਅਮੀਰ ਨੇ, ਉਹ ਖੁਸ਼ਹਾਲ ਨੇ, ਉਹ ਦੌਲਤਮੰਦ ਨੇ, ਜਿਹੜੇ ਰੱਬੀ ਹੁਕਮ ਦੀ ਵਿਚਾਰ ਕਰਦੇ ਨੇ। ਉਹਨਾਂ ਦੇ ਕੋਲ ਗੁਨਾਹ ਦੀ ਦੌਲਤ ਹੁੰਦੀ ਹੈ, ਉਹਨਾਂ ਦੇ ਕੋਲ ਸੁੱਖਾਂ ਦੀ ਦੌਲਤ ਹੁੰਦੀ ਹੈ, ਉਹਨਾਂ ਦੇ ਕੋਲ ਇੱਜ਼ਤ ਦੀ ਦੌਲਤ ਹੁੰਦੀ ਹੈ। ਮਨ ਤਨ ਮੁਖ ਬੋਲੇ ਹਰ ਮੁਖੀ। ਮਨ ਤਨ ਮੁਖ, ਦੇਖੋ ਮਨ ਦੇ ਨੰਨੇ ਨਾਲ, ਤਨ ਦੇ ਨੰਨੇ ਨਾਲ, ਮੁਖ ਦੇ ਖੱਖੇ ਨਾਲ ਸਿਹਾਰੀ ਲੱਗੀ ਹੋਈ ਹੈ। ਇਹਦਾ ਮਤਲਬ ਮਨ ਕਰਕੇ, ਤਨ ਕਰਕੇ ਔਰ ਮੁਖ ਕਰਕੇ। ਬੋਲੇ ਹਰ, ਜਿਹੜੇ ਰੱਬ ਦੇ ਗੁਣਾਂ ਬਾਰੇ ਬੋਲਦੇ ਨੇ। ਮੁਖੀ ਦਾ ਮਤਲਬ ਉਹੀ ਸ੍ਰੇਸ਼ਟ ਨੇ, ਉਹ ਮੁਖੀ ਜਨ ਨੇ, ਉੱਤਮ ਨੇ। ਮਨ ਤਨ ਮੁਖ ਬੋਲੇ ਹਰ ਮੁਖੀ, ਉਹ ਮੁਖੀ ਜਨ ਨੇ, ਸ੍ਰੇਸ਼ਟ ਨੇ, ਉਹ ਉੱਤਮ ਨੇ, ਜੋ ਮਨ ਕਰਕੇ, ਤਨ ਕਰਕੇ ਔਰ ਜ਼ਬਾਨ ਕਰਕੇ। ਇਹ ਚੀਜ਼ ਸਮਝਣੀ ਹੈ, ਮਨ ਤਨ ਔਰ ਜ਼ਬਾਨ ਕਰਕੇ। ਦੇਖੋ ਇੱਕ ਤੇ ਹੁੰਦਾ ਹੈ ਬੰਦਾ ਜ਼ਬਾਨ ਦੇ ਨਾਲ ਤਾਂ ਬੋਲੀ ਜਾਂਦਾ ਹੈ, ਜਿਵੇਂ ਮੈਂ ਜ਼ਬਾਨ ਦੇ ਨਾਲ ਗੁਰਬਾਣੀ ਦੀ ਗੱਲਬਾਤ ਕਰ ਰਿਹਾ ਹਾਂ, ਪਰ ਮੇਰੇ ਮਨ ਦੇ ਅੰਦਰ ਇਹ ਵਿਚਾਰਾ ਨਹੀਂ ਹਨ, ਮਨ ਵਿੱਚ ਮੇਰੇ ਵਿੱਚ ਕੁਛ ਹੋਰ ਹੈ, ਤਾਂ ਵੀ ਪ੍ਰੋਬਲਮ ਕ੍ਰੀਏਟ ਹੋਏਗੀ, ਮੈਂ ਸੁਖੀ ਔਰ ਸ਼ਾਂਤ ਨਹੀਂ ਰਹਿ ਪਾਵਾਂਗਾ। ਦੂਜੀ ਗੱਲ ਇਹ ਹੈ ਕਿ ਮੇਰੇ ਜ਼ਬਾਨ ਵਿੱਚ ਵੀ ਹੈ ਔਰ ਮੇਰੇ ਮਨ ਦੇ ਵਿੱਚ ਵੀ ਇਹ ਗੱਲਾਂ ਨੇ, ਲੇਕਿਨ ਤਨ ਦੇ ਨਾਲ ਮੈਂ ਇਹੋ ਜਿਹੇ ਕੰਮ ਕਰਦਾ ਨਹੀਂ, ਮੇਰਾ ਬਿਹੇਵ ਐਸਾ ਨਹੀਂ ਹੈ, ਮੈਂ ਇਹੋ ਜਿਹੇ ਕੰਮ ਕਰਦਾ ਨਹੀਂ। ਮੈਂ ਮਨ ਵਿੱਚ ਵੀ ਸੋਚਦਾ ਹਾਂ ਕਿ ਮੈਂ ਕਿਰਤ ਕਰਾਂ, ਜ਼ਬਾਨ ਦੇ ਨਾਲ ਵੀ ਮੈਂ ਕਹਿੰਦਾ ਵੀ ਕਿਰਤ ਕਰਨੀ ਚਾਹੀਦੀ ਹੈ, ਪਰ ਮੈਂ ਤਨ ਦੇ ਨਾਲ ਕਿਰਤ ਕਰ ਨਹੀਂ ਰਿਹਾ, ਤਾਂ ਉਹਦਾ ਕੋਈ ਲਾਭ ਨਹੀਂ ਹੋਏਗਾ ਨਾ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਉਹ ਲੋਕ ਸ੍ਰੇਸ਼ਟ ਨੇ, ਮਹਾਨ ਨੇ, ਮੁਖੀ ਨੇ, ਜੋ ਮਨ ਤਨ ਔਰ ਬਚਨਾ ਕਰਕੇ, ਯਾਨੀ ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਨੇ, ਜਿਨ੍ਹਾਂ ਦੀ ਸੋਚ ਵਿੱਚ ਵੀ ਰੱਬੀ ਗੁਣ ਨੇ, ਜਿਨ੍ਹਾਂ ਦੇ ਬੋਲਾਂ ਵਿੱਚ ਰੱਬੀ ਗੁਣ ਨੇ, ਔਰ ਜਿਨ੍ਹਾਂ ਦੇ ਬਿਹੇਵ ਦੇ ਅੰਦਰ ਵੀ ਰੱਬੀ ਗੁਣ ਨੇ। ਉਹ ਜਿਹੜੇ ਸ੍ਰੇਸ਼ਟ ਇਨਸਾਨ ਨੇ, ਸਦਾ ਸਦਾ ਜਾਨੂ ਤੇ ਸੁਖੀ, ਤੇ ਦਾ ਮਤਲਬ ਆਨੂੰ ਸਮਝ ਲਓ ਕਿ ਐਸੇ ਬੰਦੇ ਸदैवी ਤੌਰ ਤੇ ਖੁਸ਼ ਨੇ, ਸੁਖ ਨੇ, ਸੁਖੀ ਨੇ। ਉਹ ਲੋਕ ਸੁਖੀ ਨੇ, ਉਹੀ ਮੁਖੀ ਨੇ। ਮੁਖੀ ਦਾ ਮਤਲਬ ਮਹਾਨ ਨੇ, ਉਹ ਲੋਕ ਸ੍ਰੇਸ਼ਟ ਨੇ। ਉਹ ਮਹਾਨ ਲੋਕ ਜੋ ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਨੇ। ਗੁਰੂ ਜੀ ਕਹਿੰਦੇ ਨੇ ਇਹ ਜਾਣ ਲਓ, ਇਹ ਗੱਲ ਪੱਕੀ ਪੱਲੇ ਬੰਨ ਲਓ ਕਿ ਉਹ ਲੋਕ ਸਦਾ ਹੀ ਸੁਖੀ ਨੇ, ਸदैवी ਸੁਖੀ ਨੇ। ਜਿੱਥੇ ਵੀ ਉਹ ਰਹਿਣਗੇ ਸੁਖੀ ਔਰ ਸ਼ਾਂਤ ਰਹਿਣਗੇ, ਜਿੱਥੇ ਵੀ ਉਹ ਜਾਣਗੇ ਸੁਖੀ ਔਰ ਸ਼ਾਂਤ ਰਹਿਣਗੇ, ਜਿੱਥੇ ਵੀ ਉਹ ਜਾਣਗੇ ਸੁਖ ਔਰ ਸ਼ਾਂਤੀ ਵਰਤਾਣਗੇ। ਅਸੀਂ ਇੱਕ ਸਾਖੀ ਸੁਣਦੇ ਆ ਨਾ ਗੁਰੂ ਨਾਨਕ ਦੇਵ ਜੀ ਵਾਲੀ, ਉੱਜੜ ਜਾਓ ਤੇ ਵਸ ਜਾਓ। ਉਹ ਠੀਕ ਹੋਵੇ ਗਲਤ ਹੋਵੇ ਉਹਦਾ ਕੋਈ ਮੈਂ ਨਹੀਂ ਵਿਚਾਰ ਕਰ ਰਿਹਾ, ਸਿਰਫ ਗੱਲ ਇੰਨੀ ਹੈ ਵੀ ਜੋ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਚੰਗੇ ਬੰਦੇ ਜਿੱਥੇ ਵੀ ਜਾਣਗੇ ਉੱਥੇ ਉਹ ਚੰਗਿਆਈਆਂ ਪੈਦਾ ਕਰਨਗੇ, ਤੇ ਬੁਰੇ ਬੰਦੇ ਜਿੱਥੇ ਜਾਣਗੇ ਉਹ ਬੁਰਾਈਆਂ ਦੇ ਬੀਜ ਬੀਜਣਗੇ, ਉਹ ਬੁਰਾਈਆਂ ਪੈਦਾ ਕਰਨਗੇ। ਉਹਨਾਂ ਨੇ ਕੋਈ ਨਾ ਕੋਈ ਲੱਭ ਲੈਣਾ, ਹੌਲੇ ਹੌਲੇ ਉਹਨਾਂ ਨੇ ਬੁਰਾਈਆਂ ਫੈਲਾ ਦੇਣੀਆਂ ਨੇ। ਤੇ ਜਿਹੜੇ ਚੰਗੇ ਬੰਦੇ ਜਾਣਗੇ ਉਹ ਚੰਗਿਆਈਆਂ ਪੈਦਾ ਕਰਨਗੇ, ਜਿੱਥੇ ਵੀ ਜਾਣਗੇ ਉੱਥੇ ਚੰਗਿਆਈਆਂ ਪੈਦਾ ਕਰ ਲੈਣਗੇ। ਇਸ ਲਈ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਕੀ ਚਾਹੁੰਦੇ ਹਾਂ। ਅਸੀਂ ਚੰਗਿਆਈਆਂ ਪੈਦਾ ਕਰਨਾ ਚਾਹੁੰਦੇ ਹਾਂ, ਬੁਰਾਈਆਂ ਪੈਦਾ ਕਰਨਾ ਚਾਹੁੰਦੇ ਹਾਂ, ਅਸੀਂ ਸੁਖੀ ਰਹਿਣਾ ਚਾਹੁੰਦੇ ਹਾਂ, ਦੁਖੀ ਰਹਿਣਾ ਚਾਹੁੰਦੇ ਹਾਂ, ਇਹ ਸਾਡੇ ਤੇ ਡਿਪੈਂਡ ਕਰੇਗਾ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਆਏ, ਤਾਂ ਫਿਰ ਮਨ ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਐਸੇ ਇਨਸਾਨ ਸਦਾ ਹੀ ਸੁਖੀ ਰਹਿੰਦੇ ਨੇ। ਏਕੋ ਏਕ ਏਕ ਪਛਾਨੈ। ਏਕੋ ਏਕ ਦਾ ਮਤਲਬ ਕੇਵਲ ਇੱਕ ਵਾਹਿਗੁਰੂ ਨੂੰ, ਇੱਕ ਰੱਬ ਨੂੰ। ਪਛਾਨੇ ਦਾ ਮਤਲਬ ਜੋ ਪਛਾਣਦਾ ਹੈ। ਜੋ ਇਨਸਾਨ ਸਿਰਫ ਇੱਕ ਰੱਬ ਨੂੰ ਹੀ ਪਛਾਣਦਾ ਹੈ, ਜਿਹਦੀ ਜਾਣ ਪਹਿਚਾਣ ਇੱਕ ਦੇ ਨਾਲ ਹੈ। ਇਤ ਉਤ ਕੀ ਉਹ ਸੋਝੀ ਜਾਣੇ। ਇਤ ਉਤ ਕੀ ਦਾ ਮਤਲਬ ਇੱਥੇ ਉੱਥੇ ਦੀ, ਯਾਨੀ ਸਾਰੇ ਸੰਸਾਰ ਦੀ, ਸਾਰੇ ਜੀਵਨ ਦੇ ਸਫ਼ਰ ਦੀ, ਪੂਰੀ ਜ਼ਿੰਦਗੀ ਦੀ।
ਇੱਥੇ ਉੱਥੇ ਹਰ ਥਾਂ ਹਰ ਸਮੇਂ ਉਹਨੂੰ ਸੂਝ ਆ ਜਾਂਦੀ ਹੈ ਕਿਨੂੰ, ਜਿਹੜਾ ਇੱਕ ਦੀ ਪਛਾਣ ਕਰਦਾ ਹੈ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਦੇਖੋ, ਇੱਕ ਹੈ ਚਾਰ ਚੁਫੇਰੇ, ਇੱਕ ਪਸਰਿਆ ਹੋਇਆ ਹੈ। ਇੱਕ ਓੰਕਾਰ ਦਾ ਮਤਲਬ ਹੀ ਇਹ ਹੈ ਕਿ ਜਿਹੜਾ ਇੱਕ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ, ਇੱਕ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ, ਦੂਜਾ ਨਹੀਂ ਹੈ, ਇੱਕੋ ਹੀ ਹੈ। ਜੋ ਦਿਸੈ ਸੋ ਤੇਰਾ ਰੂਪ, ਇੱਕ ਹੀ ਸਿਸਟਮ ਹੈ। ਜੇ ਮੈਨੂੰ ਚੰਦਰਮਾ ਚੋਂ ਚਾਨਣੀ ਮਿਲ ਰਹੀ ਹੈ, ਤੁਹਾਨੂੰ ਵੀ ਮਿਲ ਰਹੀ ਹੈ। ਸੂਰਜ ਤੋਂ ਮੈਨੂੰ ਜੀਵਨ ਮਿਲ ਰਿਹਾ, ਤੁਹਾਨੂੰ ਵੀ ਮਿਲ ਰਿਹਾ, ਸਾਰਿਆਂ ਨੂੰ ਮਿਲ ਰਿਹਾ ਨਾ। ਸੋਈ ਚੰਦ ਚੜ੍ਹੇ ਸਿਤਾਰੇ, ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸੋ ਪੌਣ ਝੁਲਾਰੇ, ਜੁਗ ਜੀ ਖਿਲੇ ਥਾਮ ਕੈਸੇ। ਹੁਣ ਆਮ ਲੋਕ ਕਹਿੰਦੇ ਨਾ ਪਹਿਲਾਂ ਸਤਜੁਗ ਸੀ, ਹੁਣ ਤਾਂ ਜੀ ਕਲਯੁਗ ਆ ਗਿਆ, ਬੜਾ ਭਿਆਨਕ ਸਮਾਂ ਆ ਗਿਆ। ਤੇ ਗੁਰੂ ਜੀ ਕਹਿੰਦੇ ਨੇ ਵੀ ਕਲਯੁਗ ਕਿਵੇਂ ਆ ਗਿਆ? ਜਿਹੜੇ ਸਮੇਂ ਨੂੰ ਤੁਸੀਂ ਸਤਜੁਗ ਕਹਿੰਦੇ ਸੀ, ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਧਰਤੀ ਹੈ, ਉਹੀ ਹਵਾ, ਉਹੀ ਪੌਣ ਪਾਣੀ ਬੈਸੰਤਰ। ਤੇ ਯੁੱਗ ਕਿਵੇਂ ਬਦਲ ਗਿਆ? ਬਦਲ ਗਿਆ ਤੇ ਬਦਲਿਆ ਤੇ ਕੁਛ ਵੀ ਨਹੀਂ। ਇਹਦਾ ਮਤਲਬ ਸਮੇਂ ਦੇ ਨਾਲ ਤੇ ਕੁਛ ਨਹੀਂ ਨਾ ਹੋਇਆ, ਸਿਰਫ ਸੋਚ ਬਦਲੀ ਹੈ। ਜਦੋਂ ਬੰਦਾ ਸੱਚ ਦੇ ਨਾਲੋਂ ਟੁੱਟਦਾ, ਉਦੋਂ ਗੜਬੜ ਹੁੰਦੀ ਹੈ। ਤੇ ਜੇ ਬੰਦਾ ਇਹ ਸਮਝ ਲਵੇ ਕਿ ਸਿਸਟਮ ਤੇ ਇੱਕ ਹੀ ਹੈ, ਤੇ ਇੱਕ ਸਿਸਟਮ ਦੇ ਅੰਦਰ ਇੱਕ ਬੰਦਾ ਚੰਗਾ ਹੋ ਗਿਆ, ਇੱਕ ਬੰਦਾ ਮਾੜਾ ਹੋ ਗਿਆ, ਤਾਂ ਇਹਦਾ ਮਤਲਬ ਟਾਈਮ ਨੇ ਤਾਂ ਕੁਛ ਨਹੀਂ ਕੀਤਾ। ਧਰਤੀ ਨੇ ਤੇ ਕਿਸੇ ਨੂੰ ਮਾੜਾ ਨਹੀਂ ਬਣਾਇਆ ਕਿ ਧਰਤੀ ਨੇ ਖੁਰਾਕ ਮਾੜੀ ਦੇ ਦਿੱਤੀ ਹੋਵੇ। ਧਰਤੀ ਤੇ ਜੇ ਛੋਲੇ ਬੀਜੇ, ਤੁਹਾਡੇ ਛੋਲੇ ਉਗਾ ਦੇਗੀ। ਕਣਕ ਬੀਜੋਗੇ, ਕਣਕ ਉਗਾ ਦੇਗੀ। ਅੰਗੂਰ ਬੀਜੋਗੇ, ਅੰਗੂਰ ਉਗਾ ਦੇਗੀ। ਕਿੱਕਰ ਬੀਜੋਗੇ, ਕਿੱਕਰ ਉਗਾ ਦੇਗੀ। ਧਰਤੀ ਤਾਂ ਇੱਕੋ ਹੀ ਹੈ ਸਾਰਿਆਂ ਵਾਸਤੇ, ਅਮੀਰਾਂ ਲਈ ਵੀ, ਗਰੀਬਾਂ ਲਈ ਵੀ। ਹੁਣ ਸਵਾਲ ਪੈਦਾ ਹੈ ਕਿ ਤੁਸੀਂ ਬੀਜ ਕਿਹੜਾ ਬੀਜਣਾ ਚਾਹੁੰਦੇ ਹੋ? ਸਾਡਾ ਦਿਮਾਗ, ਸਾਡਾ ਮਨ, ਇਹ ਵੀ ਧਰਤੀ ਦੀ ਤਰ੍ਹਾਂ ਹੈ। ਇਹਦੇ ਵਿੱਚ ਜੋ ਬੀਜੋਗੇ ਇਹਨੇ ਉਗਾ ਦੇਣਾ, ਉਹ ਇਹਨੇ ਫਲ ਦੇ ਦੇਣਾ। ਬੁਰਾਈਆਂ ਬੀਜੋ, ਇਹਨੇ ਬੁਰਾਈਆਂ ਉਗਾ ਦੇਣੀਆਂ ਨੇ। ਚੰਗਿਆਈਆਂ ਬੀਜੋ, ਇਹਨੇ ਚੰਗਿਆਈਆਂ ਉਗਾ ਦੇਣੀਆਂ ਨੇ। ਚੰਗਿਆਈਆਂ ਉਗਣਗੀਆਂ, ਫਲ ਚੰਗੇ ਸੁੱਖ ਦੇ ਮਿਲਣਗੇ। ਬੁਰਾਈਆਂ ਉਗਣਗੀਆਂ, ਫਲ ਦੁੱਖ ਦੇ ਲੱਗਣਗੇ। ਤਾਂ ਇੱਕ ਹੀ ਹੈ ਨਾ ਸਿਸਟਮ ਸਾਰਿਆਂ ਵਾਸਤੇ। ਜੇ ਕੋਈ ਇਸ ਚੀਜ਼ ਦੀ ਪਹਿਚਾਣ ਕਰ ਲਵੇ ਤਾਂ ਫਿਰ ਉਹ ਚੰਗਿਆਈਆਂ ਬੀਜੇਗਾ, ਪਹਿਲੀ ਗੱਲ। ਦੂਜੀ, ਇੱਕ ਨੂੰ ਪਛਾਣੇ। ਹੁਣ ਅਸੀਂ ਇਹ ਗੱਲ ਤੇ ਰੋਜ਼ ਕਹਿੰਦੇ ਆ ਵੀ ਰੱਬ ਇੱਕ ਹੈ, ਘਟ ਘਟ ਮੈਂ ਹਰ ਜੂ ਬਸੈ, ਜੋ ਦਿਸੈ ਸੋ ਤੇਰਾ ਰੂਪ। ਇਹ ਪੰਕਤੀਆਂ ਸਾਨੂੰ ਸਾਰਿਆਂ ਨੂੰ ਰਟੀਆਂ ਪਈਆਂ ਨੇ, ਇਹਨਾਂ ਦੇ ਮੀਨਿੰਗ ਦਾ ਵੀ ਪਤਾ ਹੈ। ਤੇ ਅਸੀਂ ਇੱਕ ਦੂਜੇ ਨੂੰ ਪਛਾਣਦੇ ਕਿਵੇਂ ਆ ਵੀ ਇਹ ਫਲਾਂ ਜਾਤ ਦਾ, ਇਹ ਫਲਾਂ ਜਾਤ ਦਾ। ਇਸ ਤਰ੍ਹਾਂ ਹੀ ਪਛਾਣਨਾ ਨਾ ਕਿ ਇਹਦੀ ਜਾਤ ਉਹ ਹੈ, ਇਹਦੀ ਜਾਤ ਉਹ ਹੈ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ। ਸਾਡੀ ਪਛਾਣ ਤੇ ਐਵੇਂ ਬਣੀ ਹੈ ਨਾ। ਤੇ ਜੇ ਅਸੀਂ ਇੱਕ ਦੇ ਰੂਪ ਵਿੱਚ ਹੀ ਪਛਾਣੀਏ ਤੇ ਉਸ ਮੁਤਾਬਕ ਅਸੀਂ ਵਿਹਾਰ ਕਰੀਏ, ਤਾਂ ਫਿਰ ਸਾਡੀ ਜ਼ਿੰਦਗੀ ਬਦਲੇਗੀ। ਜਿਹੜਾ ਇੱਕ ਹੁਕਮ ਨੂੰ ਪਛਾਣ ਲੈਂਦਾ ਹੈ, ਇਤ ਉਤ ਕੀ ਉਹ ਸੋਝੀ ਜਾਣੇ, ਉਹ ਹਰ ਥਾਂ ਤੇ ਜੀਵਨ ਦੇ ਪੂਰੇ ਜੀਵਨ ਸਫਰ ਦੀ ਉਹਨੂੰ ਸਮਝ ਆ ਜਾਂਦੀ ਹੈ ਕਿ ਪੂਰੀ ਜ਼ਿੰਦਗੀ ਦੇ ਵਿੱਚ, ਪੂਰੀ ਦੁਨੀਆ ਵਿੱਚ ਇੱਕੋ ਹੀ ਸਿਸਟਮ ਲਾਗੂ ਹੈ। ਚੰਗਿਆਈਆਂ ਬੀਜੋਗੇ, ਚੰਗਿਆਈਆਂ ਉਗਣਗੀਆਂ। ਬੁਰਾਈਆਂ ਬੀਜੋਗੇ, ਬੁਰਾਈਆਂ ਉਗਣਗੀਆਂ। ਖੁਸ਼ ਰਹਿਣਾ ਚਾਹੋਗੇ, ਖੁਸ਼ ਰਹੋਗੇ। ਪਰੇਸ਼ਾਨ ਰਹਿਣਾ ਚਾਹੋਗੇ, ਪਰੇਸ਼ਾਨ ਰਹੋਗੇ। ਚੰਗਾ ਬਣਨਾ ਚਾਹੋਗੇ, ਚੰਗੇ। ਬੁਰਾ ਬਣਨਾ ਚਾਹੋਗੇ, ਬੁਰੇ ਹੋ ਜਾਓਗੇ। ਇਹ ਤੁਹਾਡੇ ਤੇ ਡਿਪੈਂਡ ਕਰੇਗੀ। ਜਿਸ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ, ਉਹ ਫਿਰ ਆਪਣੇ ਪੂਰੇ ਜੀਵਨ ਸਫਰ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਵਾਪਰਦਾ ਹੈ, ਇੱਕ ਹੀ ਚਾਰ ਚੁਫੇਰੇ ਹੈ। ਉਹ ਫਿਰ ਜੀਵਨ ਦੀ ਸਹੀ ਜੁਗਤ ਸਮਝ ਲੈਂਦਾ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ। ਨਾਮ ਦਾ ਮਤਲਬ ਰੱਬ ਦਾ ਹੁਕਮ। ਜਿਹਦਾ ਰੱਬ ਦੇ ਹੁਕਮ ਦੇ ਨਾਲ ਮਨ ਮੰਨ ਗਿਆ, ਮੰਨ ਗਿਆ ਦਾ ਮਤਲਬ ਰਚ ਮਿਚ ਗਿਆ। ਜਿਨਨੇ ਉਸ ਨਾਮ ਨੂੰ, ਹੁਕਮ ਨੂੰ ਅਪਣਾ ਲਿਆ। ਇਹ ਬਿਲਕੁਲ ਠੀਕ। ਹੁਣ ਦੇਖੋ, ਦੋ ਗੱਲਾਂ ਨੇ, ਅਸੀਂ ਆਪਸ ਦੇ ਵਿੱਚ ਵਿਚਾਰ ਸਾਂਝੀ ਕਰਦੇ ਹਾਂ, ਪਰ ਵਿਚਾਰ ਸਾਂਝੀ ਕਰਦਿਆਂ ਜ਼ਰੂਰੀ ਨਹੀਂ ਕਿ ਅਸੀਂ ਇੱਕ ਦੂਜੇ ਦੀ ਗੱਲ ਮੰਨ ਨਹੀਂ ਲਈਏ। ਨਹੀਂ ਨਾ ਮੰਨਦੇ, ਅਸੀਂ ਸਹਿਮਤ ਨਹੀਂ ਹੁੰਦੇ। ਕਈ ਵਾਰ ਸਾਨੂੰ ਕਿਸੇ ਚੀਜ਼ ਦਾ ਲਾਭ ਤਾਂ ਹੋ ਸਕਦਾ ਹੈ ਇੱਕ ਦੂਜੇ ਤੋਂ ਜੇ ਚੰਗੀ ਗੱਲ ਦੇ ਨਾਲ ਸਹਿਮਤ ਹੋ ਜਾਈਏ। ਮੈਨੂੰ ਭੁੱਖ ਲੱਗੀ ਹੈ ਤੇ ਤੁਸੀਂ ਕਿਹਾ ਵੀ ਵੀਰ ਜੀ ਭੁੱਖ ਲੱਗੀ ਤੇ ਪ੍ਰਸ਼ਾਦਾ ਤਿਆਰ ਹੈ, ਪ੍ਰਸ਼ਾਦਾ ਛਕ ਲਓ।
ਤੇ ਜੇ ਮੈਂ ਹੁਣ ਤੁਹਾਡੇ ਨਾਲ ਸਹਿਮਤ ਹੋ ਜਾਵਾਂ, ਪ੍ਰਸ਼ਾਦਾ ਛਕ ਲਵਾਂ ਤੇ ਮੇਰੀ ਭੁੱਖ ਮਿਟ ਜਾਏਗੀ। ਤੇ ਜੇ ਮੈਂ ਤੁਹਾਡੀ ਗੱਲ ਸੁਣ ਲਵਾਂ, ਭੁੱਖ ਵੀ ਲੱਗੀ ਹੋਵੇ, ਤੁਹਾਡੀ ਗੱਲ ਸੁਣ ਵੀ ਲਵਾਂ, ਤੁਹਾਡੇ ਨਾਲ ਮੈਂ ਸਹਿਮਤ ਨਾ ਹੋਵਾਂ ਕਿ ਮੈਂ ਪ੍ਰਸ਼ਾਦਾ ਨਹੀਂ ਛਕਣਾ, ਮੈਂ ਤੇ ਘਰ ਜਾ ਕੇ ਛਕਾਂਗਾ ਜਾਂ ਮੈਂ ਛਕਣਾ ਹੀ ਨਹੀਂ, ਤਾਂ ਫਿਰ ਮੇਰੀ ਭੁੱਖ ਨਹੀਂ ਮਿਟੇਗੀ, ਕਿਉਂਕਿ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਨਾ ਹੋਇਆ। ਤੁਸੀਂ ਹੁਣ ਕਹਿਣਾ ਚਾਹੁੰਦੇ ਹੋ ਕਿ ਚਲੋ ਭਾਈ ਸਾਹਿਬ ਆਪਾਂ ਦਿੱਲੀ ਚੱਲਦੇ ਆਂ, ਆਪਾਂ ਇੰਡੀਆ ਚੱਲਦੇ ਆਂ, ਘੁੰਮ ਕੇ ਆਉਂਦੇ ਆਂ, ਟਿਕਟ ਤੁਹਾਡੀ ਮੈਂ ਲੈ ਲੈਣਾ ਵਾ। ਤੇ ਹੁਣ ਜੇ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਵਾਂ, ਦਿੱਲੀ ਮੈਂ ਤਾਂ ਹੀ ਪਹੁੰਚ ਸਕਦਾ ਨਾ, ਇੰਡੀਆ ਤਾਂ ਹੀ ਘੁੰਮ ਸਕਦਾ ਵਾਂ। ਤੁਹਾਡੀ ਮੈਂ ਗੱਲ ਸੁਣ ਤੇ ਲਵਾਂ ਪਰ ਸਹਿਮਤ ਨਾ ਹੋਵਾਂ, ਤਾਂ ਫਿਰ ਮੈਂ ਇੰਡੀਆ ਨਹੀਂ ਪਹੁੰਚ ਸਕਦਾ, ਫਿਰ ਮੈਂ ਇੰਡੀਆ ਦੀ ਸੈਰ ਨਹੀਂ ਕਰ ਸਕਦਾ। ਤਾਂ ਇਸੇ ਤਰ੍ਹਾਂ ਦੇ ਹੁਕਮ ਨੂੰ ਅਸੀਂ ਸਮਝ ਤੇ ਲਈਏ, ਹੁਕਮ ਨੂੰ ਸੁਣ ਲਈਏ, ਪਰ ਮੰਨੀਏ ਨਾ, ਸਹਿਮਤ ਨਾ ਹੋਈਏ, ਤਾਂ ਫਿਰ ਤਾਂ ਪ੍ਰੋਬਲਮ ਆਏਗੀ ਨਾ। ਇਹਨੂੰ ਕਹਿੰਦੇ ਨੇ ਨਾਮ ਸੰਗ ਜਿਸ ਕਾ ਮਨ ਮਾਨਿਆ, ਜਿਸ ਦਾ ਹੁਕਮ ਦੇ ਨਾਲ ਮਨ ਮੰਨ ਗਿਆ, ਪਤੀਜ ਗਿਆ, ਜਿਸ ਨੇ ਹੁਕਮ ਨਾਲ ਸਹਿਮਤੀ ਪ੍ਰਗਟਾਈ, ਜਿਨੇ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਜੋ ਹੁਕਮ ਦੇ ਨਾਲ ਸਹਿਮਤ ਹੋ ਗਿਆ। ਨਾਨਕ ਤਿਨਹਿ ਨਿਰੰਜਨ ਜਾਣਿਆ, ਤਿਨਹਿ ਦਾ ਮਤਲਬ ਉਹਨਾਂ ਨੇ, ਉਸਨੇ। ਨਿਰੰਜਨ ਦਾ ਮਤਲਬ ਨਿਰਅੰਜਨ, ਅੰਜਨ ਦਾ ਮਤਲਬ ਹੁੰਦਾ ਹੈ ਸੁਰਮਾ ਜਾਂ ਨਿਕਾਲਕ, ਨਿਰੰਜਨ ਦਾ ਮਤਲਬ ਨਿਰਲੇਪ। ਉਹਨਾਂ ਨੇ ਫਿਰ ਉਸ ਨਿਰਲੇਪ ਰੱਬ ਨੂੰ ਜਾਣ ਲਿਆ, ਉਹਨਾਂ ਨੂੰ ਸਮਝ ਆ ਗਈ ਕਿ ਵਾਸਤਵ ਦੇ ਵਿੱਚ ਚਾਰ ਚੁਫੇਰੇ ਰੱਬ ਹੀ ਵਸਦਾ ਹੈ, ਜਿਹੜੇ ਹੁਕਮ ਦੇ ਨਾਲ ਸਹਿਮਤ ਹੋ ਗਏ। ਹੁਣ ਦੇਖੋ, ਇੱਥੋਂ ਹੋ ਸਕਦਾ ਸਾਡੀ ਗੱਲ ਫਿਰ ਨਾ ਸਮਝ ਆ ਰਹੀ ਹੋਵੇ ਜਾਂ ਇੱਥੇ ਕੋਈ ਕਨਫਿਊਜ਼ਨ ਰਹਿ ਜਾਏ। ਤਾਂ ਨਾਨਕ ਤਿਨਹਿ ਨਿਰੰਜਨ ਜਾਣਿਆ, ਮੰਨ ਲਓ ਅਸੀਂ ਦੋ ਵੀਰ ਆ ਤੇ ਅਸੀਂ ਇਹ ਚੀਜ਼ ਨੂੰ ਮੰਨ ਲਈਏ ਵੀ ਜੋ ਦਿਸੈ ਸੋ ਤੇਰਾ ਰੂਪ, ਵੀ ਜੋ ਦਿਸ ਰਿਹਾ ਹੈ ਉਹ ਤੇਰਾ ਹੀ ਰੂਪ ਹੈ। ਤੇ ਅਸੀਂ ਦੋ ਵੀਰ ਭੈਣਾਂ ਕੋਈ ਵੀ ਇੱਕ ਦੂਜੇ ਨੂੰ ਰੱਬ ਦਾ ਰੂਪ ਮੰਨ ਕੇ ਵਿਹਾਰ ਕਰਨਾ ਸ਼ੁਰੂ ਕਰ ਦਈਏ ਰੱਬ ਵਰਗਾ ਇੱਕ ਦੂਜੇ ਨਾਲ, ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਏਗਾ ਨਾ। ਤੇ ਜੇ ਅਸੀਂ ਇਹ ਤੇ ਕਹੀ ਜਾਈਏ ਕਿ ਸਭ ਮੈਂ ਜੋ ਜੋਤ ਹੈ ਸੋਏ, ਜਾਂ ਜੋ ਦਿਸੈ ਸੋ ਤੇਰਾ ਰੂਪ, ਲੇਕਿਨ ਇੱਕ ਦੂਜੇ ਨੂੰ ਠਿੱਬੀਆਂ ਲਾਈਏ, ਇੱਕ ਦੂਜੇ ਦੀ ਬੁਰਾਈ ਕਰੀਏ, ਧੋਖਾ ਦੇਵੀਏ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋ ਕੇ ਵਿਚਰੀਏ, ਤਾਂ ਫਿਰ ਤਾਂ ਗੱਲ ਨਹੀਂ ਨਾ ਬਣੇਗੀ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਦਾ ਨਾਮ ਦੇ ਨਾਲ, ਰੱਬੀ ਗੁਣਾਂ ਦੇ ਨਾਲ, ਰੱਬੀ ਹੁਕਮ ਦੇ ਨਾਲ ਮਨ ਮੰਨ ਗਿਆ, ਉਹਨਾਂ ਨੇ ਫਿਰ ਰੱਬ ਨੂੰ ਜਾਣ ਲਿਆ, ਵਿਚਾਰ ਚ ਫਿਰ ਰੱਬ ਹੀ ਰੱਬ ਹੈ, ਉਹਨਾਂ ਨੂੰ ਫਿਰ ਰੱਬ ਦੇ ਹੀ ਦਰਸ਼ਨ ਹੋ ਗਏ। ਫਿਰ ਉਹਨਾਂ ਨੇ ਇਹ ਬਚਨ ਕਿਹਾ ਹੈ, ਇਹ ਵੀ ਸੰਸਾਰ ਤੁਮ ਜੇ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਹੀਂ ਆਇਆ। ਅਗਲਾ ਬਚਨ ਕਰਦੇ ਨੇ, ਗੁਰ ਪ੍ਰਸਾਦ ਆਪਨ ਆਪ ਸੁਝੈ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਰਾਹੀਂ, ਆਪਨ ਆਪ ਦਾ ਮਤਲਬ ਆਪਣਾ ਆਪਾ, ਸੁਝੈ ਦਾ ਮਤਲਬ ਸਮਝ ਆ ਜਾਏ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ, ਯਾਨੀ ਗੁਰੂ ਦਾ ਗਿਆਨ। ਜੇ ਬੰਦਾ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰੇ ਔਰ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇ, ਤੇ ਇਹਨੂੰ ਆਪਣੇ ਆਪ ਦੀ ਸੂਝ ਪੈਦਾ ਹੋ ਜਾਏ, ਆਪਣੇ ਆਪ ਨੂੰ ਇਹ ਸਮਝ ਲਵੇ। ਗੁਰੂ ਦੇ ਗਿਆਨ ਦੇ ਨਾਲ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ। ਅਸਲ 'ਚ ਮਨੁੱਖ ਨੇ ਆਪਣੇ ਆਪ ਨੂੰ ਸਮਝਿਆ ਨਹੀਂ। ਇਹ ਆਪਾਂ ਵਿਚਾਰਾਂ ਪਹਿਲਾਂ ਕਰ ਚੁੱਕੇ ਹਾਂ, ਮੈਂ ਥੋੜੀਆਂ ਜਿਹੀਆਂ ਫਿਰ ਰਿਪੀਟ ਕਰਦੇ ਹਾਂ, ਜਿਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਏ ਔਰ ਅਸੀਂ ਕੁਝ ਲਾਭ ਲੈ ਸਕੀਏ। ਦੇਖੋ, ਸਭ ਤੋਂ ਪਹਿਲਾਂ ਤੇ ਬੰਦੇ ਨੂੰ ਇਹ ਸਮਝ ਨਹੀਂ ਕਿ ਮੈਂ ਖੜਾ ਕਿੱਥੇ ਹਾਂ, ਸਰੀਰਕ ਤੌਰ ਤੇ ਮੇਰੇ ਵਿੱਚ ਤਾਕਤ ਕਿੰਨੀ ਹੈ ਤੇ ਮੈਂ ਕਰਨਾ ਕੀ ਚਾਹ ਰਿਹਾ। ਤਾਕਤ ਹੈ ਮੇਰੇ ਵਿੱਚ 10 ਕਿਲੋ weight ਚੁੱਕਣ ਦੀ, ਤੇ ਚੁੱਕਣ ਦਾ ਯਤਨ ਕਰ ਰਿਹਾ ਮੈਂ 40 ਕਿਲੋ, ਤਾਂ ਪ੍ਰੋਬਲਮ ਆਏਗੀ ਨਾ। ਸਰੀਰਕ ਤੌਰ ਤੇ ਮੈਂ ਕਿੱਥੇ ਖੜਾ, ਬੌਧਿਕ ਤੌਰ ਤੇ ਮੈਂ ਕਿੱਥੇ ਖੜਾ, ਗਿਆਨ ਮੇਰੇ ਵਿੱਚ ਕਿੰਨਾ ਹੈ ਤੇ ਗੱਲਾਂ ਮੈਂ ਕਿਹੜੀਆਂ ਕਰ ਰਿਹਾ ਵਾਂ, ਕਿ ਮੈਂ ਇਸ ਚੀਜ਼ ਦੇ ਨਾਲ ਨਿਆਂ ਕਰ ਪਾਵਾਂਗਾ। ਬੌਧਿਕ ਤੌਰ ਤੇ ਕਿੱਥੇ ਖੜਾ। ਤੀਜਾ ਹੈ ਸਾਡੀ ਮੈਂਟੈਲਿਟੀ, ਮਾਨਸਿਕ ਤੌਰ ਤੇ ਮੈਂ ਕਿੱਥੇ ਖੜਾ, ਮੇਰੀ ਮੈਂਟੈਲਿਟੀ ਕੈਸੀ ਹੈ, ਆਤਮਿਕ ਤੌਰ ਤੇ ਮੈਂ ਕਿੱਥੇ ਖੜਾ। ਪਹਿਲਾਂ ਤਾਂ ਸਾਨੂੰ ਇਹ ਪਛਾਣ ਕਰਨੀ ਚਾਹੀਦੀ ਹਰ ਬੰਦੇ ਨੂੰ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਮੈਂ ਕਿੱਥੇ ਖੜਾ, ਮੇਰਾ ਵਿਹਾਰ ਕੈਸਾ ਹੈ। ਪਰਿਵਾਰਕ ਔਰ ਵਿਵਹਾਰਕ ਤੌਰ ਤੇ ਮੈਂ ਕਿੱਥੇ ਖੜਾ, ਮੇਰਾ ਵਿਹਾਰ ਕੈਸਾ ਹੈ ਦੂਜਿਆਂ ਦੇ ਨਾਲ। ਪਹਿਲਾਂ ਤੇ ਬੰਦੇ ਨੂੰ 98-99% ਲੋਕਾਂ ਨੂੰ ਇਹ ਹੀ ਨਹੀਂ ਪਤਾ, ਇਹਦੇ ਬਾਰੇ ਨਹੀਂ ਪਤਾ। ਦੂਜੀ ਪ੍ਰੋਬਲਮ ਬੰਦੇ ਦੀ ਇਹ ਹੈ ਕਿ ਮੈਂ ਬੰਨਾ ਕੈਸਾ ਚਾਹੁੰਦਾ ਹਾਂ।
ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ, ਆਤਮਿਕ ਤੌਰ ਤੇ ਮੈਂ कैसा होना चाहना, मेरा गोल की है, मेरा एम की है। परिवारक और व्यवहारिक तौर ते मैं कैसी जिंदगी जीनी चाहना, मेरा गोल की है। राजनीतिक, धार्मिक, आर्थिक, समाजिक तौर ते मैं की चाहता हाँ। आम बंदे नूं ਇਹ ਹੀ ਨਹੀਂ ਪਤਾ ਹੈ। ਜੇ ਇਹ ਪਤਾ ਲੱਗ ਜਾਏ ਕਿ ਮੈਂ ਇੱਥੇ ਖੜਾ ਔਰ ਮੈਂ ਇੱਥੇ ਜਾਣਾ ਚਾਹਨਾ, ਇਹੋ ਜਿਹਾ ਹੋਣਾ ਚਾਹਨਾ, ਤਾਂ ਫਿਰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ ਵਾਸਤੇ ਰਿਸੋਰਸਿਸ ਕੀ ਨੇ, ਉਹ ਰਿਸੋਰਸਿਸ ਕਿੱਥੋਂ ਮਿਲਣਗੇ, ਕਿਵੇਂ ਮਿਲਣਗੇ, ਔਰ ਜੋ ਮੈਂ ਆਪਣਾ ਗੋਲ ਬਣਾਇਆ ਹੈ ਇਹੋ ਜਿਹਾ ਮੈਂ ਕਿੰਨੇ ਸਮੇਂ ਵਿੱਚ ਹੋਣਾ ਚਾਹਨਾ, ਇਹਨਾਂ ਚੀਜ਼ਾਂ ਬਾਰੇ ਨਹੀਂ ਨਾ ਪਤਾ। ਆਮ ਬੰਦੇ ਨੂੰ ਬਹੁਤਾਤ ਗਿਣਤੀ ਵਿੱਚ ਨਹੀਂ ਪਤਾ। ਤਾਂ ਜਦੋਂ ਬੰਦਾ ਗੁਰੂ ਦੀ ਬਾਣੀ ਪੜ੍ਹਦਾ ਹੈ, ਗੁਰੂ ਤੋਂ ਗਿਆਨ ਲੈਂਦਾ, ਫਿਰ ਉਹਨੂੰ ਆਪਣੇ ਆਪ ਦੀ ਸੂਝ ਪੈਦਾ ਹੁੰਦੀ ਹੈ। ਪਹਿਲਾਂ ਉਹਨੂੰ ਉਹ ਆਪਣੀ ਸੈਲਫ ਐਨਾਲਿਸਿਸ ਕਰਦਾ ਹੈ। ਗੁਰ ਪ੍ਰਸਾਦ ਆਪਨ ਆਪ ਸੁਝੇ, ਫਿਰ ਨੂੰ ਆਪਣੇ ਆਪ ਦੀ ਸੂਝ ਪੈਦਾ ਹੋ ਜਾਂਦੀ ਕਿ ਮੈਂ ਇੱਥੇ ਖੜਾ, ਇਹ ਮੇਰਾ ਗੋਲ ਹੈ, ਐਵੇਂ ਮੈਂ ਜ਼ਿੰਦਗੀ ਜੀਣੀ ਹੈ। ਗੁਰੂ ਦੇ ਗਿਆਨ ਮੁਤਾਬਿਕ ਜ਼ਿੰਦਗੀ ਇਸ ਟਾਈਪ ਦੀ ਹੁੰਦੀ ਹੈ। ਜਦੋਂ ਇਹ ਸਮਝ ਪੈ ਜਾਏ ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਤਿਸਕੀ ਜਾਨੋ ਤ੍ਰਿਸ਼ਨਾ ਬੁਝੈ। ਜਾਨੋ ਦਾ ਮਤਲਬ ਸਮਝ ਲਓ, ਜਾਣ ਲਓ। ਇਹ ਜਾਣ ਲਓ ਕਿ ਉਸ ਬੰਦੇ ਦੀ ਫਿਰ ਤ੍ਰਿਸ਼ਨਾ ਮਿਟ ਜਾਂਦੀ ਹੈ, ਤ੍ਰਿਸ਼ਨਾ ਬੁਝ ਜਾਂਦੀ ਹੈ। ਉਹਦੇ ਅੰਦਰ ਫਿਰ ਤ੍ਰਿਸ਼ਨਾ ਦੀ, ਈਰਖਾ ਦਵੇਸ਼ ਦੀ ਅੱਗ ਨਹੀਂ ਰਹਿ ਜਾਂਦੀ। ਉਹ ਪਰਮ ਸ਼ਾਂਤ ਹੋ ਜਾਂਦਾ ਹੈ। ਉਹ ਫਿਰ ਖੋਆ ਖਪਟੀ ਨਹੀਂ ਕਰੇਗਾ, ਉਹ ਫਿਰ ਵਿਭਚਾਰ ਨਹੀਂ ਕਮਾਏਗਾ। ਐਸਾ ਬੰਦਾ ਰਿਸ਼ਵਤਖੋਰ, ਚੋਰ ਬਾਜ਼ਾਰੀ ਦੇ ਧੰਦੇ ਕਰਨ ਵਾਲਾ ਨਹੀਂ ਹੋਏਗਾ। ਉਹਦੀ ਤ੍ਰਿਸ਼ਨਾ ਬੁੱਝ ਜਾਏਗੀ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਵੀ ਵਿਕਾਰਾਂ ਵੱਲੋਂ ਖੁਲਾਸੀ ਹੋਵੇ, ਅਸੀਂ ਤ੍ਰਿਸ਼ਨਾ ਦੀ ਅੱਗ ਤੋਂ ਬਚੀਏ, ਈਰਖਾ ਦਵੇਸ਼ ਤੋਂ ਬਚੀਏ, ਸੁਖ ਸ਼ਾਂਤੀ ਆਵੇ, ਤਾਂ ਸਭ ਤੋਂ ਪਹਿਲਾਂ ਗੁਰੂ ਦੀ ਪਾਵਨ ਬਾਣੀ ਰਾਹੀਂ ਸੈਲਫ ਐਨਾਲਿਸਿਸ ਕਰਨਾ ਹੋਏਗਾ, ਆਪਣੇ ਆਪ ਨੂੰ ਜਾਣਨਾ ਹੋਏਗਾ। ਔਰ ਜਦੋਂ ਗੁਰੂ ਦੀ ਪਾਵਨ ਬਾਣੀ ਰਾਹੀਂ ਆਪਣੇ ਆਪ ਨੂੰ ਕੋਈ ਜਾਣੇਗਾ ਨਾ, ਤਾਂ ਉਹਨੂੰ ਇਹ ਸਮਝ ਆ ਜਾਏਗੀ ਕਿ ਮੈਂ ਸਭ ਕੁਝ ਕਰ ਸਕਦਾ ਹਾਂ। ਜੋ ਪੰਕਤੀ ਮੈਂ ਪਹਿਲਾਂ ਆਪ ਨਾਲ ਕਈ ਵਾਰ ਸਾਂਝੀ ਕਰ ਚੁੱਕਾ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ। ਇਹ ਪੰਕਤੀ ਤਾਂ ਸਾਰੇ ਵੀਰ ਭੈਣਾਂ ਨੋਟ ਕਰ ਹੀ ਲਓ, ਜਿਨ੍ਹਾਂ ਕੋਲ ਕਾਪੀਆਂ ਹੈ ਨੇ ਨੋਟ ਕਰ ਲਓ। ਮੈਂ ਦੁਬਾਰਾ ਬੋਲ ਦਿੰਨਾ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ। ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਸਿਆਣਪ ਹੈ। ਤੇ ਇਹਦਾ ਮੀਨਿੰਗ ਇਹ ਹੈ ਕਿ ਮੰਨ ਲਓ ਇਹ ਕੰਮ ਔਖਾ ਹੈ, ਔਖਾ ਜ਼ਰੂਰ ਹੈ, ਪਰ ਇਹ ਕੰਮ ਹੋ ਹੀ ਨਹੀਂ ਸਕਦਾ, ਇਹ ਗੱਲ ਸੋਚ ਕੇ ਭੱਜੋ ਨਾ। ਉਹ ਕੰਮ ਹੋ ਸਕਦਾ ਹੈ, ਯਾਨੀ ਸਭ ਕੁਝ ਪੋਸੀਬਲ ਹੈ, ਤੁਸੀਂ ਸਭ ਕੁਝ ਕਰ ਸਕਦੇ ਹੋ। ਇਹ ਚੀਜ਼ ਦੀ ਸਮਝ ਆ ਜਾਏਗੀ ਕਿ ਮੈਂ ਸਭ ਕੁਝ ਕਰ ਸਕਦਾ ਹਾਂ। ਵਿਲ ਪਾਵਰ ਪੈਦਾ ਹੋਏਗੀ ਕਿ ਦੂਜੇ ਸੱਚ ਬੋਲ ਸਕਦੇ ਨੇ ਤਾਂ ਮੈਂ ਵੀ ਸੱਚ ਬੋਲ ਸਕਦਾ, ਮੈਂ ਪ੍ਰੇਮ ਨਾਲ ਰਹਿ ਸਕਦਾ, ਮੈਂ ਕਿਉਂ ਨਹੀਂ ਰਹਿ ਸਕਦਾ? ਰਹਿ ਸਕਦਾ ਹਾਂ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੇਰੇ ਅੰਦਰ ਪ੍ਰਭੂ ਹੈ। ਸਾਰਾ ਸਿਸਟਮ ਦੇ ਵਿੱਚ ਸਾਰਾ ਕੁਝ ਐਵੇਂ ਹੀ ਹੋ ਰਿਹਾ, ਮੈਂ ਕਰ ਸਕਦਾ ਹਾਂ। ਫਿਰ ਉਹਦੀ ਤ੍ਰਿਸ਼ਨਾ ਬੁੱਝ ਜਾਏਗੀ। ਸਾਧ ਸੰਗ ਹਰ ਹਰ ਜਸ ਕਹਿਤ। ਸਾਧ ਸੰਗ ਦਾ ਮਤਲਬ ਗੁਰੂ ਦੀ ਸੰਗਤ, ਗੁਰੂ ਦੀ ਸ਼ਰਨ। ਸਾਧ ਦਾ ਮਤਲਬ ਗੁਰੂ, ਸੰਗ ਦਾ ਮਤਲਬ ਸ਼ਰਨ। ਜਿਹੜਾ ਗੁਰੂ ਦੀ ਸ਼ਰਨ ਵਿੱਚ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਜਿਸ ਨੇ ਗੁਰੂ ਅੱਗੇ ਸਰੈਂਡਰ ਕੀਤਾ ਹੈ ਆਪਣਾ ਆਪਾ, ਜਿਹਨੇ ਗੁਰੂ ਦੀ ਮੱਤ ਨੂੰ ਅਪਣਾ ਲਿਆ ਹੈ ਆਪਣੀ ਮੱਤ ਨੂੰ ਛੱਡ ਕੇ, ਜੋ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੋਇਆ ਹਰ ਹਰ ਜਸ ਕਹਿਤ ਰੱਬ ਦੀ ਸਿਫਤ ਉਚਾਰਨ ਕਰਦਾ ਹੈ, ਰੱਬ ਦੇ ਗੁਣ ਉਚਾਰਨ ਕਰਦਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਰਿਹਾ ਔਰ ਹਮੇਸ਼ਾ ਪੋਜ਼ਿਟਿਵ ਸੋਚਦਾ ਹੈ, ਗੁਣਾਂ ਦੀ ਗੱਲ ਕਰਦਾ ਹੈ ਕਿ ਸੱਚ ਮੇਰੇ ਅੰਦਰ ਕਿਵੇਂ ਪ੍ਰਗਟ ਹੋ ਸਕਦਾ ਹੈ, ਸੱਚ ਨੂੰ ਕਿਵੇਂ ਫੈਲਾਇਆ ਜਾ ਸਕਦਾ ਹੈ, ਸੱਚ ਬੋਲਣ ਦੇ ਕੀ ਲਾਭ ਨੇ, ਦਇਆ ਦੇ ਕੀ ਲਾਭ ਨੇ, ਪ੍ਰੇਮ ਦੇ ਕੀ ਲਾਭ ਨੇ। ਯਾਨੀ ਜੋ ਗੁਰੂ ਦੀ ਸ਼ਰਨ ਵਿੱਚ ਰਹਿੰਦਾ, ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ, ਰੱਬੀ ਗੁਣਾਂ ਦੀ ਗੱਲ ਕਰਦਾ ਹੈ। ਦੇਖੋ ਗੱਲਾਂ ਤੇ ਅਸੀਂ ਕਰਨੀਆਂ ਹੀ ਨੇ, ਗੱਲਾਂ ਕਰਨ ਤੋਂ ਬਿਨਾਂ ਸਰਨਾ ਨਹੀਂ। ਜ਼ਬਾਨ ਰੱਬ ਨੇ ਦਿੱਤੀ ਹੈ, ਕਿਛ ਸੁਣੀਏ ਕਿਛ ਕਹੀਏ। ਜਦੋਂ ਤੱਕ ਦੁਨੀਆ ਵਿੱਚ ਰਹਿਣਾ, ਕੁਝ ਸੁਣਨਾ ਵੀ ਪੈਣਾ, ਕੁਝ ਕਹਿਣਾ ਵੀ ਪੈਣਾ। ਤੇ ਅਸੀਂ ਐਸੇ ਬੋਲ ਵੀ ਬੋਲ ਸਕਦੇ ਹਾਂ ਜਿਨ੍ਹਾਂ ਨਾਲ ਸਾਡੀ ਪ੍ਰੀਤ ਵਿੰਗੜ ਜਾਏ, ਸਾਡੀਆਂ ਦੂਰੀਆਂ ਵੱਧ ਜਾਣ,
ਸਮਾਜ ਦੇ ਅੰਦਰ ਵੈਰ ਵਿਰੋਧ ਫੈਲ ਜਾਣ, ਅਸੀਂ ਐਵੇਂ ਦੇ ਬੋਲ ਵੀ ਬੋਲ ਸਕਦੇ ਹਾਂ। ਤੇ ਅਸੀਂ ਐਵੇਂ ਦੇ ਬੋਲ ਵੀ ਬੋਲ ਸਕਦੇ ਹਾਂ ਕਿ ਸਾਡਾ ਆਪਸ ਵਿੱਚ ਪਿਆਰ ਮੁਹੱਬਤ ਬਣਿਆ ਹੋਇਆ ਹੋਰ ਵਧੇ, ਸਮਾਜ ਦੇ ਵਿੱਚ ਮਨੁੱਖਾਂ ਦੀਆਂ ਦੂਰੀਆਂ ਬਣੀਆਂ ਹੋਈਆਂ ਜਿਹੜੀਆਂ ਨੇ ਉਹ ਘਟ ਜਾਣ ਔਰ ਦੂਰੀਆਂ ਖਤਮ ਹੋ ਜਾਣ, ਤੇ ਅਸੀਂ ਇਹਨਾਂ ਦੂਰੀਆਂ ਨੂੰ ਮਿਟਾ ਕੇ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿ ਸਕੀਏ। ਅਸੀਂ ਬੋਲ ਐਸੇ ਵੀ ਬੋਲ ਸਕਦੇ ਹਾਂ। ਬੋਲਾਂ ਨੇ ਅਸਰ ਜ਼ਰੂਰ ਕਰਨਾ ਹੈ। ਪਹਿਲੀ ਗੱਲ, ਸਾਨੂੰ ਬੋਲਣਾ ਵੀ ਪੈਣਾ ਹੈ, ਜ਼ਬਾਨ ਬੋਲ। ਦੂਜੀ ਗੱਲ, ਬੋਲਾਂ ਦਾ ਅਸਰ ਵੀ ਹੋਣਾ ਹੈ, ਰਿਐਕਸ਼ਨ ਵੀ ਹੋਣਾ ਹੈ। ਇਹ ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਬੋਲਣਾ ਕੀ ਚਾਹੁੰਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦਾ ਹੋਇਆ ਰੱਬ ਦੇ ਗੁਣਾਂ ਦੀ ਗੱਲ ਕਰਦਾ ਹੈ, ਸਿਫਤ ਸਲਾਹ ਦੀ ਗੱਲ ਕਰਦਾ ਹੈ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਰਹਿਤ ਦਾ ਮਤਲਬ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ। ਉਹ ਰੱਬ ਦਾ ਪਿਆਰਾ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ, ਖਲਾਸੀ ਪਾ ਲੈਂਦਾ ਹੈ, ਉਹਨੂੰ ਕੋਈ ਰੋਗ ਨਹੀਂ ਲੱਗਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਬੁਖਾਰ ਨਹੀਂ ਹੁੰਦਾ ਜਾਂ ਸਿਰ ਪੀੜ ਨਹੀਂ ਹੁੰਦੀ। ਰੋਗ ਦਾ ਮਤਲਬ ਕਿ ਉਹਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਇਹ ਰੋਗ ਨਹੀਂ ਲੱਗਦੇ। ਸਾਰੀਆਂ ਵੱਡੀਆਂ ਬਿਮਾਰੀਆਂ ਨੇ। ਹਉਮੈ ਦੀ ਬਹੁਤ ਵੱਡੀ ਬਿਮਾਰੀ ਹੈ, ਹਉਮੈ ਦੀਰਘ ਰੋਗ ਹੈ। ਨਾ ਤੇ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੁੰਦਾ ਹੈ, ਨਾ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੁੰਦਾ ਹੈ, ਨਾ ਉਹਨੂੰ ਨਿੰਦਾ ਦਾ ਰੋਗ ਹੈ, ਨਾ ਉਹਦੇ ਅੰਦਰ ਨੈਗੇਟਿਵਿਟੀ ਹੈ, ਨਾ ਉਹਦੇ ਅੰਦਰ ਨਕਾਰਾਤਮਕਤਾ ਹੈ, ਨਾ ਉਹ ਦੂਜਿਆਂ ਦੀ ਬੁਰਾਈ ਸੋਚਦਾ ਹੈ। ਉਹਦੇ ਅੰਦਰ ਐਸਾ ਰੋਗ ਕੋਈ ਵੀ ਨਹੀਂ ਹੈ। ਤੇ ਯਾਦ ਰੱਖਣਾ, ਜਿਸ ਬੰਦੇ ਦੀ ਸੋਚ ਪੋਜ਼ਿਟਿਵ ਹੈ ਨਾ, ਉਹ 95% ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਘੱਟ ਤੋਂ ਘੱਟ 95% ਬਿਮਾਰੀਆਂ ਸਾਡੀ ਨੈਗੇਟਿਵ ਸੋਚ ਕਰਕੇ ਪੈਦਾ ਹੋ ਜਾਂਦੀਆਂ ਨੇ। 95%। ਕਿਉਂਕਿ ਜਦੋਂ ਸਾਡੇ ਅੰਦਰ ਕੋਈ ਇਵੈਂਟਸ ਤੋਂ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ, ਸਾਡੇ ਅੰਦਰ ਫਿਰ ਇਮੋਸ਼ਨਸ ਪੈਦਾ ਹੁੰਦੇ ਨੇ, ਤੇ ਉਸ ਇਮੋਸ਼ਨਸ ਤੋਂ ਇੱਕ ਤਰੰਗ ਪੈਦਾ ਹੁੰਦੀ ਹੈ। ਉਹ ਤਰੰਗ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਅਸਰ ਪਾ ਕੇ ਖਤਮ ਹੋ ਜਾਂਦੀ ਹੈ ਔਰ ਸਾਡੇ ਸਰੀਰ ਦੇ ਉੱਤੇ ਅਸਰ ਪਾਉਂਦੀ ਹੈ। ਜੋ ਪਲੇਜ਼ੈਂਟ ਇਮੋਸ਼ਨਸ ਨੇ, ਉਹ ਸਾਡੇ ਸਰੀਰ ਨੂੰ ਰਿਲੈਕਸ ਕਰਦੇ ਨੇ, ਸਾਡੇ ਮਸਲਸ ਨੂੰ ਰਿਲੈਕਸ ਕਰਦੇ ਨੇ, ਆਨੰਦਦਾਇਕ ਹੁੰਦੇ ਨੇ। ਔਰ ਜਿਹੜੇ ਅਨਪਲੇਜ਼ੈਂਟ ਇਮੋਸ਼ਨਸ ਨੇ, ਉਹ ਸਾਡੇ ਸਰੀਰ ਦੇ ਅੰਦਰ ਖਿਚਾਵ, ਮਾਨਸਿਕ ਤਣਾਵ ਪੈਦਾ ਕਰਦੇ ਨੇ। ਤੇ ਜੋ ਮਾਨਸਿਕ ਤਣਾਵ ਔਰ ਖਿਚਾਵ ਹੈ, ਉਹਦੇ ਕਰਕੇ ਸਰੀਰ ਦੇ 95% ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਵੇਂ ਕਬਜ਼ ਵਗੈਰਾ ਹੈ, ਜਾਂ ਨਿਊਰੋਸਥੀਨੀਆ ਹੈ, ਡਿਪਰੈਸ਼ਨ ਹੈ, ਜਿਹੜਾ ਦਿਲ ਦਾ ਧੜਕਾ ਹੈ, ਸਾਹ ਚੜਨਾ ਹੈ। ਜਿਵੇਂ ਕਈ ਕਹਿੰਦੇ ਨੇ ਮੇਰੇ ਤੇ ਗਲੇ ਦੇ ਵਿੱਚ ਇੱਕ ਗੋਲਾ ਜਿਹਾ ਫਿਰੀ ਜਾਂਦਾ ਹੈ, ਜਿਵੇਂ ਕਈ ਕਹਿੰਦੇ ਨੇ ਮੈਨੂੰ ਗੈਸ ਬੜੀ ਬਣਦੀ ਹੈ, ਤੇ ਇੱਕੋ ਵਾਰੀ ਗੁੜ ਕਰਕੇ ਉਹ ਗੋਲਾ ਥੱਲੇ ਚਲਾ ਜਾਂਦਾ ਤੇ ਮੈਂ ਠੀਕ ਹੋ ਜਾਂਦਾ। ਇਹ ਸਭ ਮਾਨਸਿਕ ਖਿਚਾਵ ਔਰ ਮਾਨਸਿਕ ਤਣਾਵ ਕਰਕੇ ਨੇ। 95% ਰੋਗ ਇਹਨਾਂ ਤੋਂ ਹੀ ਬਚਿਆ ਜਾ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਹੜਾ ਰੱਬੀ ਗੁਣਾਂ ਦਾ ਧਾਰਨੀ ਹੈ, ਉਹ ਰੱਬ ਦਾ ਪਿਆਰਾ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਅੰਦਰ ਕੋਈ ਵਿਕਾਰਾਂ ਦਾ ਰੋਗ ਪੈਦਾ ਨਹੀਂ ਹੁੰਦਾ। ਅਨਦਿਨ ਕੀਰਤਨ ਕੇਵਲ ਬਖਿਆਨ। ਹੁਣ ਖੱਖੇ ਦੇ ਪੈਰ ਥਲੇ ਅੱਧਾ ਯਈਆ ਲੱਗਾ ਹੋਇਆ ਹੈ। ਇਹਦਾ ਉਚਾਰਨ ਇਸ ਟਾਈਪ ਦੇ ਨਾਲ ਹੋਵੇਗਾ, ਜਿਵੇਂ ਬੱਬਾ ਖੱਖੇ ਨਾਲ ਸਿਹਾਰੀ, ਐੜੇ ਨਾਲ ਕੰਨਾ ਔਰ ਨੰਨਾ, ਜਿਵੇਂ ਉਸ ਲਿਖੇ ਨੂੰ ਬੋਲਾਂਗੇ ਨਾ ਬਖਿਆਨ, ਐਵੇਂ ਇਹਦਾ ਉਚਾਰਨ ਹੋਏਗਾ ਬਖਿਆਨ। ਕਈ ਵੀਰ ਇਹਨੂੰ ਬਖਾਨ ਪੜ੍ਹਦੇ ਨੇ, ਬਖਾਨ ਨਹੀਂ, ਇਹਦਾ ਉਚਾਰਨ ਹੈ ਬਖਿਆਨ। ਅਨਦਿਨ ਕੀਰਤਨ, ਕੀਰਤਨ ਦਾ ਮਤਲਬ ਸਿਫਤ ਸਲਾਹ, ਕੇਵਲ ਦਾ ਮਤਲਬ ਸਿਰਫ, ਅਨਦਿਨ ਦਾ ਮਤਲਬ ਹਰ ਰੋਜ਼ ਯਾਨੀ ਹਰ ਸਮੇਂ, ਤੇ ਬਖਿਆਨ ਦਾ ਮਤਲਬ ਉਚਾਰਨ ਕਰਨਾ, ਬੋਲਣਾ। ਜੋ ਇਨਸਾਨ ਹਰ ਵਕਤ ਰੱਬ ਦੀ ਸਿਫਤ ਸਲਾਹ ਉਚਾਰਦਾ ਹੈ, ਰੱਬ ਦੀ ਸਿਫਤ ਸਲਾਹ ਵਾਲੇ ਬੋਲ ਬੋਲਦਾ ਹੈ, ਕੀਰਤਨ ਦਾ ਮਤਲਬ ਰੱਬ ਦੀ ਸਿਫਤ ਸਲਾਹ, ਕੀਰਤੀ ਕਰਨੀ, ਸਿਫਤ ਕਰਨੀ, ਪੋਜ਼ਿਟਿਵ ਬੋਲ ਬੋਲਨੇ, ਸਕਾਰਾਤਮਕ ਬੋਲ ਬੋਲਨੇ, ਗੁਣਾਂ ਵਾਲੇ ਬੋਲ ਬੋਲਨੇ। ਜਿਹੜਾ ਬੰਦਾ ਦਿਨ ਰਾਤ ਯਾਨੀ ਹਰ ਸਮੇਂ ਰੱਬ ਦੀ ਸਿਫਤ ਸਲਾਹ ਕਰਦਾ ਹੈ, ਰੱਬ ਦੇ ਗੁਣਾਂ ਦੇ ਬੋਲ ਬੋਲਦਾ ਹੈ, ਰੱਬ ਦੀ ਰਜ਼ਾ ਦੀ ਗੱਲ ਕਰਦਾ ਹੈ, ਰੱਬ ਦੀ ਰਜ਼ਾ ਵਿੱਚ ਰਹਿੰਦਾ ਹੈ, ਰੱਬ ਦੇ ਗੁਣਾਂ ਦਾ ਜੋ ਧਾਰਨੀ ਹੈ, ਗੁਰੂ ਜੀ ਕਹਿੰਦੇ ਨੇ, ਗ੍ਰਸਤ ਮਹਿ ਸੋਈ ਨਿਰਵਾਨ। ਨਿਰਵਾਨ ਦਾ ਮਤਲਬ ਵਾਸ਼ਨਾ ਤੋਂ ਰਹਿਤ ਯਾਨੀ ਨਿਰਲੇਪ। ਗ੍ਰਸਤ ਦੇ ਅੰਦਰ ਰਹਿੰਦਿਆਂ ਹੋਇਆਂ
ਉਹ ਬੰਦਾ ਨਿਰਲੇਪ ਹੈ, ਉਹ ਬੰਦਾ ਨਿਰਲੇਪ ਹੈ, ਉਹ ਜੀਵਨ ਮੁਕਤ ਹੈ। ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆ ਉਹਨੂੰ ਗ੍ਰਸਤ ਤਿਆਗਣ ਦੀ ਲੋੜ ਨਹੀਂ, ਉਹਨੂੰ ਸੰਸਾਰ ਛੱਡਣ ਦੀ ਲੋੜ ਨਹੀਂ, ਪਹਾੜਾਂ ਤੇ ਚੜ੍ਹਨ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਉਹਨੂੰ ਮਾਲਾ ਫੇਰਨ ਦੀ ਲੋੜ ਨਹੀਂ, ਵਰਤ ਨਰਾਤੇ ਸਰਾਧਾਂ ਦੀ ਜ਼ਰੂਰਤ ਨਹੀਂ, ਨੰਗੇ ਪੈਰੀਂ ਫਿਰਨ ਦੀ ਲੋੜ ਨਹੀਂ, ਮੜੀਆਂ ਵਿੱਚ ਜਾਣ ਦੀ ਲੋੜ ਨਹੀਂ, ਉਹਨੂੰ ਇਹੋ ਜਿਹੇ ਜਪ ਤਪ ਸੰਜਮ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਸਿੱਧੀ ਜੀ ਗੱਲ ਹੈ, ਆਨੰਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮਹਿ ਸੋਈ ਨਿਰਵਾਨ। ਉਹ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਹੀ ਨਿਰਲੇਪ, ਇਹਨਾਂ ਵਿਕਾਰਾਂ ਤੋਂ ਬਚਿਆ ਰਹਿੰਦਾ। ਦੇਖੋ ਕਿੰਨੀ ਸਧਾਰਨ ਸਿੰਪਲ ਸੌਖੀ ਗੱਲ ਹੈ। ਕੇਵਲ ਗੁਣਾਂ ਦੀ ਗੱਲ ਕਰਨੀ ਹੈ। ਪਰਿਵਾਰ ਵਿੱਚ ਰਹਿੰਦੇ ਆ, ਸਮਾਜ ਵਿੱਚ ਰਹਿੰਦੇ ਆ, ਰਿਸ਼ਤਿਆਂ ਵਿੱਚ ਰਹਿੰਦੇ ਆ, ਨਾਨਕਿਆਂ ਦਾਦਕਿਆਂ ਸਹੁਰਿਆਂ ਵਿੱਚ ਵਿਚਰਦੇ ਆ, ਮਿੱਤਰਾਂ ਦੋਸਤਾਂ ਵਿੱਚ ਵਿਚਰਦੇ ਆ, ਗੁਣਾਂ ਦੀ ਗੱਲ ਕਰਨੀ ਹੈ। ਪੋਜ਼ਿਟਿਵ ਸੋਚਣਾ ਹੈ, ਪੋਜ਼ਿਟਿਵ ਬੋਲਣਾ ਹੈ, ਪੋਜ਼ਿਟਿਵ ਕਰਨਾ ਹੈ, ਤਾਂ ਤੁਸੀਂ ਮੁਕਤ ਹੋ ਜਾਓਗੇ। ਇਹਨੂੰ ਤੇ ਮੁਕਤੀ ਕਹਿੰਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨਹਿ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਾਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਿਨ, ਤੇ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਉਹ ਤੇ ਰੱਬ ਦੇ ਅੰਦਰ ਇੰਜ ਮਿਲ ਜਾਂਦਾ ਹੈ ਜਿਵੇਂ ਨਦੀਆਂ ਨਾਲਿਆਂ ਦਰਿਆਵਾਂ ਦਾ ਪਾਣੀ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦਾ ਹੈ। ਹੁਣ ਦੇਖੋ ਕਿੰਨਾ ਸੌਖਾ ਕੰਮ ਹੈ ਨਾ, ਪਰ ਇਹ ਸੌਖਾ ਕੰਮ ਹੋਏਗਾ ਤਾਂ ਜੇ ਅਸੀਂ ਕਰਾਂਗੇ, ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਨਹੀਂ। ਇਸ ਲਈ ਸਿੰਪਲ ਗੱਲ ਹੈ ਕਿ ਅਸੀਂ ਗੁਣਾਂ ਦੀ ਗੱਲ ਕਰਨੀ ਹੈ। ਜੋ ਦਿਨ ਰਾਤ ਹਰ ਸਮੇਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਹੀ ਨਿਰਲੇਪ ਹੈ। ਤੇ ਜਿਹੜਾ ਸਿਫਤ ਸਲਾਹ ਦੀ ਗੱਲ ਨਹੀਂ ਕਰਦਾ, ਕਿਰਤ ਨਹੀਂ ਕਰਦਾ, ਜਿਹਦੀ ਸੋਚ ਪੋਜ਼ਿਟਿਵ ਨਹੀਂ ਹੈ, ਉਹ ਬੇਸ਼ੱਕ ਗ੍ਰਸਤ ਨੂੰ ਛੱਡ ਜਾਏ, ਸੰਨਿਆਸੀ ਹੋ ਜਾਏ, ਬਾਬਾ ਹੋ ਜਾਏ, ਉਹਦਾ ਉਹੀ ਹਾਲ ਰਹਿਣਾ ਜੋ ਇੱਥੇ ਸੀ। ਸਿਰਫ ਪਹਿਨਾਵੇ ਦਾ ਫਰਕ ਪੈਣਾ, ਹੋਰ ਕੋਈ ਫਰਕ ਨਹੀਂ ਪੈਣਾ। ਇੱਥੇ ਗੁਆਂਢੀਆਂ ਦੇ ਸਿਰ ਪਾੜਦਾ ਸੀ, ਹੁਣ ਆਪਣੇ ਬਾਬਿਆਂ ਦੇ ਆਪਸ ਚ ਪਾੜਦਾ ਫਿਰਦਾ। ਫਰਕ ਇੰਨਾ ਕੁ ਪੈਣਾ, ਹੋਰ ਕੋਈ ਨਹੀਂ ਪੈਣਾ। ਅਗਲਾ ਬਚਨ ਕਰਦੇ ਨੇ, ਏਕ ਉਪਰ ਜਿਸ ਜਨ ਕੀ ਆਸਾ, ਜਿਹਦੀ ਆਸ ਸਿਰਫ ਇੱਕ ਤੇ ਹੈ, ਇੱਕ ਤੋਂ ਬਿਨਾਂ ਹੋਰ ਕੋਈ ਉਹਦੀ ਆਸ ਨਹੀਂ। ਆਸ ਦਾ ਮਤਲਬ ਇੱਥੇ ਵਿਸ਼ਵਾਸ, ਉਮੀਦ। ਇੱਕ ਤੋਂ ਉਮੀਦ ਹੈ ਉਹਨੂੰ, ਇੱਕ ਦੇ ਉੱਤੇ ਭਰੋਸਾ ਹੈ ਉਹਦਾ। ਤੇ ਉਹ ਇੱਕ ਕੀ ਹੈ? ਇੱਕ ਰੱਬ ਦਾ ਹੁਕਮ, ਉਹਦੇ ਤੇ ਭਰੋਸਾ ਹੈ। ਉਹਨੂੰ ਇਹ ਭਰੋਸਾ ਹੈ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਵਿਸ਼ਵਾਸ ਦਿਵਾ ਰਹੇ ਨੇ ਨਾ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹੂੰ ਮੈਂ ਕਹਿ ਨਾ ਕੋਏ। ਪੂਰੀ ਦੀ ਪੂਰੀ ਕਾਇਨਾਤ ਹੁਕਮ ਦੇ ਅੰਦਰ ਹੈ, ਕੋਈ ਵੀ ਹੁਕਮ ਤੋਂ ਬਾਹਰ ਨਹੀਂ ਹੈ। ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ ਵਗੈਰਾ ਸਭ ਸਿਸਟਮ ਦੇ ਵਿੱਚ ਨੇ। ਪੌਣ ਪਾਣੀ ਬੈਸਨ ਤੇਰੇ ਸਿਸਟਮ ਦੇ ਵਿੱਚ ਨੇ। ਜਿੰਨੇ ਵੀ ਜੀਵ ਜੰਤ ਮਨੁੱਖ ਮਾਤਰ ਨੇ ਇਸ ਸਿਸਟਮ ਦੇ ਵਿੱਚ ਨੇ। ਕੋਈ ਸਿਸਟਮ ਤੋਂ ਬਾਹਰ ਨਹੀਂ ਜਾ ਸਕਦਾ। ਹੁਣ ਅਸੀਂ ਕਹਿਣਾ ਨਹੀਂ ਜੀ ਕਰਾਮਾਤਾਂ ਤੇ ਹੁੰਦੀਆਂ ਨੇ, ਸਾਡਾ ਬਾਬਾ ਤੇ ਕਰਾਮਾਤੀ ਹੈ। ਕਈ ਨਾ ਇਹਨੇ ਐਸੀਆਂ ਕਹਾਣੀਆਂ ਜੋੜੀਆਂ ਨੇ। ਇੱਥੇ ਇੱਕ ਪਿੰਡ ਬਰਾਸ ਹੈ ਨੀਸੰਗ ਦੇ ਕੋਲ, ਕਰਨਾਲ ਡਿਸਟ੍ਰਿਕਟ। ਉੱਥੇ ਮੈਂ ਆਪ ਇੱਕ ਕਹਾਣੀ ਸੁਣੀ ਹੈ ਤੇ ਮੈਂ ਉਸ ਬਾਬੇ ਨੂੰ ਮਿਲਿਆ ਵੀ ਹਾਂ, ਜਿਹਦੇ ਬਾਰੇ ਇਹ ਗੱਲ ਕਹੀ ਜਾਂਦੀ ਸੀ। ਸਿਰਫ ਗੱਲ ਕਹੀ ਜਾਂਦੀ ਸੀ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਸੱਚ ਸੀ, ਫੈਲਾਈ ਸੀ ਗੱਲ ਸਿਰਫ, ਤੇ ਲੋਕ ਉਹਦੀ ਪੂਜਾ ਕਰਦੇ ਸੀ। ਤੇ ਫੈਲਾਇਆ ਇਹ ਸੀ ਕਿਸੇ ਨੇ ਕਿ ਇੱਕ ਦਿਨ ਅਸੀਂ ਆਏ ਸਾਂ ਜੀ ਇੱਥੇ ਧਰਮ ਸਥਾਨ ਵਿੱਚ, ਤੇ ਬਾਬਾ ਜੀ ਨੂੰ ਵੇਖਿਆ ਤੇ ਬਾਹਾਂ ਵੱਖਰੀਆਂ ਪਈਆਂ, ਲੱਤਾਂ ਵੱਖਰੀਆਂ ਤੇ ਸਿਰ ਵੱਖਰਾ ਪਿਆ। ਤੇ ਉਹ ਬੰਦੇ ਨੇ ਰੌਲਾ ਪਾਤਾ ਵੀ ਬਾਬੇ ਨੂੰ ਕੋਈ ਵੱਢ ਕੇ ਸੁੱਟ ਗਿਆ। ਜਦੋਂ ਪਿੰਡ ਵਾਲੇ ਇਕੱਠੇ ਹੋਏ ਤੂੰ ਬਾਬਾ ਚੰਗਾ ਭਲਾ, ਯਾਨੀ ਉਹਦੀ ਕਰਾਮਾਤ ਦੱਸੀ ਵੀ ਆਪਣੀਆਂ ਬਾਹਾਂ ਲੱਤਾਂ ਵੱਖਰੀਆਂ ਵੱਖਰੀਆਂ ਖਿਲਾਰ ਕੇ ਇਕੱਠੀਆਂ ਕਰ ਲੈਂਦਾ ਸੀ। ਹੁਣ ਇਹੋ ਜੀ ਆਸ ਜਾਂ ਇਹੋ ਜੀ ਗੱਲ ਕੋਈ ਮੂਰਖ ਬੰਦਾ ਹੀ ਕਰ ਸਕਦਾ ਹੈ, ਸਿਆਣਾ ਤੇ ਨਹੀਂ, ਕਿਉਂਕਿ ਰੱਬ ਦੇ ਸਿਸਟਮ ਵਿੱਚ ਐਵੇਂ ਤੇ ਹੋ ਨਹੀਂ ਸਕਦਾ। ਸਿਸਟਮ ਤੋਂ ਬਾਹਰ ਨਹੀਂ ਨਾ ਹੋ ਸਕਦਾ, ਕੋਈ ਇਹੋ ਜੀ ਕਰਾਮਾਤ ਨਹੀਂ ਕਰ ਸਕਦਾ। ਤੇ ਜੇ ਸਾਡੇ ਮਨ ਦੇ ਵਿੱਚ ਵਿਸ਼ਵਾਸ ਆ ਜਾਏ, ਹੁਣ ਅਸੀਂ ਕਹਿੰਦੇ ਆ ਨਾ ਕਿ ਬਾਬੇ ਨਹੀਂ ਜੀ, ਬਾਬੇ ਤੇ ਫਲਾਂ ਬਾਬਾ ਹੈ, ਉਹਦੀ ਕਿਰਪਾ ਦੇ ਨਾਲ ਤੇ ਉਹਨੇ ਵਰ ਦਿੱਤਾ ਸੀ ਤੇ ਸਾਡੇ ਵੱਲ ਪੋਤਰਾ ਪੋਤਰੀ ਜਾਂ ਬੱਚੇ ਹੋਏ, ਵਰ ਦਿੱਤਾ ਸੀ, ਉਹਦੇ ਵਿੱਚ ਸ਼ਕਤੀ ਹੈ ਸੀ।
ਤੇ ਜੇ ਅਸੀਂ ਕਹੀਏ ਵੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ, ਉਹਨਾਂ ਦੇ ਘਰ ਨਾ ਧੀ ਤੇ ਨਾ ਪੁੱਤਰ, ਉਹਨਾਂ ਕੋਲ ਬੱਚਾ ਨਹੀਂ ਸੀ, ਔਲਾਦ ਨਹੀਂ ਸੀ, ਤੇ ਗੁਰੂ ਨਾਨਕ ਦੇਵ ਤੋਂ ਵੱਡਾ ਕੋਈ ਬਾਬਾ ਹੋ ਨਹੀਂ ਸਕਦਾ, ਅਸੀਂ ਇਹ ਵੀ ਮੰਨਦੇ ਹਾਂ। ਗੁਰੂ ਨਾਨਕ ਦੇਵ ਤੋਂ ਵੱਡਾ ਬਾਬਾ ਕੋਈ ਹੋ ਨਹੀਂ ਸਕਦਾ। ਤੇ ਜੇ ਫਿਰ ਅਸੀਂ ਕਹੀਏ ਵੀ ਕਿ ਭੈਣ ਨਾਨਕੀ ਨੇ ਬਾਬੇ ਨਾਨਕ ਨੂੰ ਨਾ ਕਿਹਾ ਹੋਵੇਗਾ, ਜਾਂ ਬਾਬੇ ਨਾਨਕ ਨੇ ਫਿਰ ਭੈਣ ਨਾਨਕੀ ਨੂੰ ਵਰਦਾਨ ਕਿਉਂ ਨਾ ਦਿੱਤਾ, ਤੇ ਫਿਰ ਅਸੀਂ ਝੱਟ ਕਹਿ ਦੇਵਾਂਗੇ ਨਹੀਂ ਜੀ ਉਹ ਤੇ ਹੁਕਮ ਦੇ ਵਿੱਚ ਤੁਰਦੇ ਸਨ। ਹੁਕਮ ਦੇ ਵਿੱਚ ਤੁਰਨਾ ਜ਼ਰੂਰੀ ਹੈ, ਜਿਹੜਾ ਹੁਕਮ ਦੇ ਵਿੱਚ ਨਹੀਂ ਤੁਰਦਾ ਉਹ ਤੇ ਪਾਪੀ ਅਪਰਾਧੀ ਹੈ। ਤਾਂ ਫਿਰ ਸਿੱਧੀ ਗੱਲ ਹੋਏਗੀ ਵੀ ਜੇ ਸਾਡੇ ਆ ਬਾਬੇ ਵਰ ਦੇ ਸਕਦੇ ਨੇ, ਫਿਰ ਪਾਪੀ ਅਪਰਾਧੀ ਨੇ, ਹੁਕਮ ਤੋਂ ਬਾਹਰ ਹੀ ਨੇ। ਤੇ ਜਿਹੜਾ ਹੁਕਮ ਤੋਂ ਬਾਹਰ ਕੁਝ ਕਹਿੰਦਾ ਹੈ, ਗੁਰੂ ਜੀ ਕਹਿੰਦੇ ਨੇ ਉਹ ਤੇ ਮੂਰਖ ਹੈ। ਅਸੀਂ ਪਾਵਨ ਬਾਣੀ ਦੇ ਵਿੱਚ ਪੜ੍ਹਿਆ ਨਾ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੀਤੀਆਂ ਮੂੰਹ ਖਾਏ। ਖਾਇਕ ਦਾ ਮਤਲਬ ਮੂਰਖ, ਕਿ ਜੇ ਕੋਈ ਮੂਰਖ ਬੇਸਮਝ ਬੰਦਾ ਇਹ ਕਹੇ ਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਸਕਦਾ ਹਾਂ, ਤਾਂ ਫਿਰ ਉਹਨੂੰ ਪਤਾ ਵੀ ਜਿੰਨੀਆਂ ਕੋ ਉਹਦੇ ਮੂੰਹ ਤੇ ਪੈਣੀਆਂ ਨੇ। ਮੂੰਹ ਤੇ ਪੈਣ ਦਾ ਮਤਲਬ ਵੀ ਨਮੋਸ਼ੀ ਹੋਏਗੀ, ਕਿਉਂਕਿ ਉਹ ਕਰਕੇ ਕੁਝ ਵਿਖਾ ਨਹੀਂ ਸਕਦਾ। ਇਸ ਲਈ ਏਕ ਉੱਪਰ ਜਿਸ ਜਨ ਕੀ ਆਸਾ, ਜਿਹਦੀ ਇੱਕ ਰੱਬ ਦੇ ਹੁਕਮ ਦੇ ਉੱਤੇ ਜਿਹਦਾ ਵਿਸ਼ਵਾਸ ਹੈ ਕਿ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਜੋ ਕੁਝ ਹੋਣਾ ਹੈ ਹੁਕਮ ਦੇ ਵਿੱਚ ਹੋਣਾ ਹੈ, ਜੋ ਮੈਂ ਚਾਹੁੰਦਾ ਹਾਂ ਉਹਦੀ ਰਿਕੁਆਇਰਮੈਂਟ ਮੈਨੂੰ ਪੂਰੀ ਕਰਨੀ ਪੈਣੀ ਹੈ। ਤਿਸ ਕੀ ਕੱਟੀ ਹੈ ਜਮ ਕੀ ਫਾਸਾ, ਫਿਰ ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ। ਤੇ ਜਮ ਕਿਹੜੇ ਨੇ? ਜਿੰਨੀ ਵੀ ਆ ਨੈਗੇਟਿਵਿਟੀ ਹੈ, ਜਿੰਨੇ ਵੀ ਆ ਕਾਮ ਕ੍ਰੋਧ ਲੋਭ ਆਦਿਕ ਵਿਕਾਰ ਨੇ, ਪਾਪ ਨੇ, ਇਹ ਜਮ ਨੇ ਜਿਨ੍ਹਾਂ ਨੇ ਬੰਦੇ ਦੀ ਸੁਰਤ ਨੂੰ ਕੈਚ ਕੀਤਾ ਹੋਇਆ, ਫੜਿਆ ਹੋਇਆ ਹੈ, ਲਪੇਟਿਆ ਹੋਇਆ ਹੈ। ਜਾਮੀ ਤੇ ਹੈ ਨਾ ਜੋ ਅਸੀਂ ਇੱਕ ਦੂਜੇ ਦੇ ਨਾਲ ਈਰਖਾ ਕਰਨੇ ਆ, ਈਰਖਾ ਜਮ ਹੋ ਗਈ ਨਾ। ਜਮ ਨੇ, ਇਸ ਈਰਖਾ ਦੀ ਜਮ ਨੇ ਬੰਦੇ ਨੂੰ ਆਤਮਕ ਮੌਤ ਤੇ ਮਾਰ ਦਿੱਤਾ ਹੈ, ਬੰਦੇ ਨੂੰ ਬੰਦੇ ਦਾ ਵੈਰੀ ਬਣਾ ਦਿੱਤਾ ਹੈ। ਕ੍ਰੋਧ ਜਾਮੀ ਤੇ ਹੈ ਨਾ, ਕਿ ਕਿਵੇਂ ਕ੍ਰੋਧ ਦੇ ਨਾਲ ਅਸੀਂ ਲਾਲ ਪੀਲੇ ਹੋ ਕੇ ਪਹਿਨੇ ਆ, ਇੱਕ ਦੂਜੇ ਨੂੰ ਆਪਣੀ ਸ਼ਕਲ ਵਿੰਗੜ ਜਾਂਦੀ ਹੈ ਤੇ ਭੈੜਾ ਹਾਲ ਤੇ ਬਾਂਕੇ ਦਿਹਾੜੇ। ਮੋਹ ਜਾਮੀ ਤੇ ਹੈ ਸੈਲਫਿਸ਼ਨੈਸ। ਕਿੰਨੇ ਸੈਲਫਿਸ਼ ਲੋਕ ਨੇ ਜਿਨ੍ਹਾਂ ਨੇ ਕਿਤਨੇ ਲੋਕਾਂ ਦਾ ਬੇੜਾ ਗਰਕ ਕੀਤਾ, ਕਿੰਨਾਂ ਨੂੰ ਉਜਾੜ ਕੇ ਤੇ ਆਪਣੇ ਘਰ ਨੂੰ ਵਸਾਇਆ। ਉਹ ਜਾਮੀ ਤੇ ਹੈ ਨੇ ਵਿਕਾਰ। ਗੁਰੂ ਜੀ ਕਹਿੰਦੇ ਨੇ ਜਿਸ ਦੇ ਜਿਹੜਾ ਬੰਦੇ ਦੀ ਆਸ ਵਿਸ਼ਵਾਸ ਇੱਕ ਰੱਬੀ ਹੁਕਮ ਦੇ ਉੱਤੇ, ਰੱਬੀ ਗੁਣਾਂ ਦੇ ਉੱਤੇ ਹੈ, ਉਹਦੀ ਇਹ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਉਹਦੇ ਉੱਤੇ ਵਿਕਾਰਾਂ ਦਾ ਪ੍ਰਭਾਵ ਨਹੀਂ ਪੈਂਦਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਹਦੇ ਮਨ ਦੇ ਅੰਦਰ ਰੱਬ ਦੇ ਮਿਲਣ ਦੀ ਤਾਂਘ ਹੈ, ਭੁੱਖ ਹੈ, ਤਾਂਘ ਹੈ ਕਿ ਮੈਂ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਾਂ, ਜਿਹਦੇ ਮਨ ਵਿੱਚ ਤਾਂਘ ਹੈ ਕਿ ਮੈਂ ਰੱਬ ਦੇ ਹੁਕਮ ਵਿੱਚ ਤੁਰਾਂ, ਜਿਹਦੇ ਮਨ ਦੇ ਅੰਦਰ ਤਾਂਘ ਹੈ ਕਿ ਮੈਂ ਰੱਬੀ ਗੁਣਾਂ ਦਾ ਧਾਰਨੀ ਹੋਵਾਂ ਤੇ ਰੱਬ ਦੇ ਅੰਦਰ ਹੀ ਮੈਂ ਸਮਾ ਜਾਵਾਂ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਕਿਸੇ ਨਾ ਲਾਗੇ ਦੁੱਖ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਫਿਰ ਕੋਈ ਦੁੱਖ ਨਹੀਂ ਲੱਗਦਾ, ਉਹਨੂੰ ਕੋਈ ਪੀੜਾ ਨਹੀਂ ਲੱਗਦੀ, ਉਹਨੂੰ ਕੋਈ ਦੁੱਖ ਪ੍ਰਭਾਵਿਤ ਨਹੀਂ ਕਰਦਾ, ਉਹਦੇ ਅੰਦਰ ਦੂਸ਼ਣਾ ਨਹੀਂ ਪੈਦਾ ਹੁੰਦੀ। ਕਿਵੇਂ? ਹੁਣ ਮਨ ਦੇ ਅੰਦਰ ਭੁੱਖ ਹੈ ਸੱਚ ਬੋਲਣ ਦੀ, ਮਨ ਦੇ ਅੰਦਰ ਪ੍ਰੀਤ ਤਾਂਘ ਸੱਚ ਬੋਲਣ ਦੀ, ਤੇ ਜਿਹਦੇ ਮਨ ਦੇ ਅੰਦਰ ਤਾਂਘ ਹੀ ਸੱਚ ਬੋਲਣ ਦੀ ਕਿ ਬੰਦਾ ਉਹ ਝੂਠ ਬੋਲੇਗਾ। ਜਿਹਦੇ ਮਨ ਦੇ ਅੰਦਰ ਤਾਂਘ ਹੈ ਕਿ ਮੈਂ ਪਿਆਰ ਮੁਹੱਬਤ ਦੇ ਨਾਲ ਰਹਿਣਾ ਹੈ, ਪਰਿਵਾਰ ਨਾਲ, ਸਮਾਜ ਨਾਲ, ਤੇ ਕੀ ਉਹਦੇ ਅੰਦਰ ਈਰਖਾ ਪੈਦਾ ਹੋਏਗੀ? ਨਹੀਂ ਹੋਏਗੀ। ਤੇ ਜਿਹਦੇ ਅੰਦਰ ਇਹ ਵਿਕਾਰ ਪੈਦਾ ਨਹੀਂ ਹੋਣਗੇ ਉਹਨੂੰ ਦੁੱਖ ਵੀ ਨਹੀਂ ਲੱਗਣਗੇ। ਦੁੱਖ ਤੇ ਨਾ ਵਿਕਾਰਾਂ ਕਰਕੇ ਨਾ, ਦੁਖੀ ਤੇ ਅਸੀਂ ਆਪ ਹੋ ਰਹੇ ਹਾਂ। ਦੁੱਖ ਦੀ ਆਪਣੀ ਹੋਂਦ ਕੋਈ ਨਹੀਂ, ਸੁੱਖ ਦੇ ਅਭਾਵ ਦਾ ਨਾਮ ਹੀ ਦੁੱਖ ਹੈ। ਜਦੋਂ ਅਸੀਂ ਸੁਖੀ ਨਹੀਂ ਰਹਿਣਾ ਚਾਹੁੰਦੇ ਉਦੋਂ ਫਿਰ ਅਸੀਂ ਦੁਖੀ ਹੁੰਦੇ ਹਾਂ। ਆਮ ਇੱਕ ਕਹਾਵਤ ਹੈ ਨਾ ਕਿ ਚਿੰਤਾ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਕੋਲ ਚਿੰਤਾ ਕਰਨ ਦਾ ਸਮਾਂ ਹੁੰਦਾ ਹੈ। ਜਿਨ੍ਹਾਂ ਕੋਲ ਚਿੰਤਾ ਕਰਨ ਦਾ ਟਾਈਮ ਨਹੀਂ, ਉਹਨਾਂ ਨੂੰ ਚਿੰਤਾ ਸਤਾਉਂਦੀ ਹੀ ਨਹੀਂ। ਹੁਣ ਮੇਰੇ ਵਰਗਾ ਵਿਹਲਾ ਬੰਦਾ ਚਿੰਤਾ ਹੀ ਕਰੇਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕੰਮ ਤੇ ਹੋਰ ਹੈ ਨਹੀਂ, ਚਿੰਤਾ ਹੀ ਕਰਨੀ ਹੈ ਵੀ ਇਹ ਨਾ ਹੋ ਜਾਏ, ਉਹ ਨਾ ਹੋ ਜਾਏ, ਹੁਣ ਮੀਂਹ ਪੈਣ ਲੱਗ ਗਿਆ, ਹੁਣ ਫਲਾਂ ਹੋ ਗਿਆ ਢਿੰਗੜਾ। ਤੇ ਜਿਨ੍ਹਾਂ ਦੇ ਕੋਲ ਕੰਮ ਹੈ, ਜਿਨ੍ਹਾਂ ਸਵੇਰੇ 4 ਵਜੇ ਉੱਠਣਾ ਹੈ ਤੇ ਸਾਰਾ ਦਿਨ ਉਹਨਾਂ ਨੇ ਜੌਬ ਕਰਨੀ ਹੈ, ਫਿਰ ਸ਼ਾਮ ਨੂੰ ਥੋੜਾ ਓਵਰ ਟਾਈਮ ਵੀ ਲਾਣਾ ਹੈ, ਘਰ ਆਣ ਕੇ ਉਹਨਾਂ ਨੇ ਆਪਣੇ ਘਰ ਦੇ ਬੱਚਿਆਂ ਨੂੰ ਵੀ ਸੰਭਾਲਣਾ ਹੈ, ਤੇ ਰਾਤ 9 ਵਜਣ ਤੋਂ ਪਹਿਲਾਂ ਤੇ ਉਹਨਾਂ ਨੇ ਨੀਂਦ ਦੇ ਨਾਲ ਆਰਾਮ ਦੇ ਨਾਲ ਸੌਂ ਜਾਣਾ। ਚਿੰਤਾ ਕਰਨ ਦਾ ਤੇ ਟਾਈਮ ਹੀ ਨਹੀਂ ਹੈ, ਵੇਲ ਹੀ ਨਹੀਂ ਹੈ।
ਚਿੰਤਾ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਕੋਲ ਚਿੰਤਾ ਹੋਣ ਦਾ ਸਮਾਂ ਹੁੰਦਾ ਹੈ। ਬਿਮਾਰ ਉਹ ਹੁੰਦੇ ਨੇ ਜਿਨ੍ਹਾਂ ਕੋਲ ਬਿਮਾਰ ਹੋਣ ਦਾ ਵਕਤ ਹੁੰਦਾ ਹੈ। ਕਹਿਣ ਤੋਂ ਭਾਵ ਕਿ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਦੋਸ਼ ਨੇ, ਵਿਕਾਰ ਨੇ, ਉਹਨਾਂ ਨੂੰ ਦੁੱਖ ਲੱਗਦੇ ਨੇ, ਪਰ ਜਿਨ੍ਹਾਂ ਦੀ ਮਨ ਦੇ ਅੰਦਰ ਤਾਂਗ, ਪ੍ਰਬਲ ਇੱਛਾ, ਵੇਦਨਾ, ਖਿੱਚ ਕਿ ਮੈਂ ਸਿਰਫ ਰੱਬੀ ਗੁਣਾਂ ਤੋਂ ਬਿਨਾਂ ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋਣਾ ਹੈ, ਜਿਨ੍ਹਾਂ ਦੇ ਅੰਦਰ ਇਹ ਤਾਂਗ ਪੈਦਾ ਹੋ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਪੈਦਾ ਨਹੀਂ ਹੁੰਦੇ, ਉਹਨਾਂ ਦੇ ਜੀਵਨ ਦੇ ਅੰਦਰ ਵਿਕਾਰ ਪੈਦਾ ਨਹੀਂ ਹੁੰਦੇ, ਉਹ ਦੁੱਖਾਂ ਤੋਂ ਬਚ ਜਾਂਦੇ ਨੇ। ਜਿਸ ਕੋ ਹਰ ਪ੍ਰਮ ਮਨ ਚਿਤ ਆਵੇ, ਮਨ ਦੇ ਨੰਨੇ ਨਾਲ ਸਿਹਾਰੀ ਔਰ ਚਿੱਤ ਦੇ ਤੱਤੇ ਨਾਲ ਸਿਹਾਰੀ, ਇਹਦਾ ਮਤਲਬ ਮਨ ਵਿੱਚ, ਚਿੱਤ ਵਿੱਚ। ਜਿਸ ਮਨੁੱਖ ਨੂੰ ਹਰੀ ਮਨ ਵਿੱਚ ਔਰ ਚਿੱਤ ਵਿੱਚ ਸਦਾ ਯਾਦ ਰਹਿੰਦਾ ਹੈ, ਇਹ ਮਨ ਔਰ ਚਿੱਤ ਨੂੰ ਥੋੜਾ ਜਿਹਾ ਸਮਝ ਲੈਣਾ। ਜੇ ਤੁਸੀਂ ਨੋਟ ਕਰਨਾ ਚਾਹੋ, ਜਿਨ੍ਹਾਂ ਕੋਲ ਕਾਪੀਆਂ ਨੇ ਉਹ ਨੋਟ ਵੀ ਕਰ ਸਕਦੇ ਹੋ। ਵੈਸੇ ਤੇ ਨੋਟ ਪਹਿਲਾਂ ਕੀਤਾ ਹੋਇਆ, ਲੇਕਿਨ ਦੁਬਾਰਾ ਕਰਨਾ ਚਾਹੋ ਕਰ ਸਕਦੇ ਹੋ। ਮਨ ਕਿਹਨੂੰ ਕਹਿੰਦੇ ਨੇ? ਮਨ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿੱਥੋਂ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਕਿ ਮੈਂ ਕੁਝ ਕਰਨਾ ਹੈ ਜਾਂ ਨਹੀਂ ਕਰਨਾ। ਜੋ ਵਿਚਾਰ ਆਉਂਦੇ ਨੇ, ਚੰਗੇ ਮਾੜੇ ਜਿਹੜੇ ਵੀ, ਦਿਮਾਗ ਦੀ ਉਸ ਐਕਟੀਵਿਟੀ ਨੂੰ ਅਸੀਂ ਮਨ ਕਹਿੰਦੇ ਆ ਜਿੱਥੋਂ ਵਿਚਾਰ ਪੈਦਾ ਹੁੰਦੇ ਨੇ। ਤੇ ਦੂਜਾ ਹੈ ਚਿੱਤ। ਦਿਮਾਗ ਦੀ ਉਹ ਐਕਟੀਵਿਟੀ ਜਿਹੜੀ ਹਰ ਚੀਜ਼ ਨੂੰ ਚੇਤੇ ਰੱਖਦੀ ਹੈ, ਉਹਨੂੰ ਚਿੱਤ ਕਿਹਾ ਜਾਂਦਾ। ਤੇ ਦਿਮਾਗ ਦੀ ਉਹ ਐਕਟੀਵਿਟੀ ਜਿਹੜੀ ਠੀਕ ਔਰ ਗਲਤ ਦਾ ਨਿਰਣਾ ਕਰਦੀ ਹੈ, ਉਹਨੂੰ ਬੁੱਧ ਕਹਿੰਦੇ ਨੇ। ਤੇ ਦਿਮਾਗ ਦੀ ਉਹ ਐਕਟੀਵਿਟੀ ਜੋ ਇੱਕ ਦੂਜੇ ਨਾਲੋਂ ਵਖੇਵਾਂ ਦਰਸਾਉਂਦੀ ਹੈ, ਉਹਨੂੰ ਈਗੋ ਕਿਹਾ ਜਾਂਦਾ ਹੈ, ਮੈਂ ਜਾਂ ਮੈਂ। ਤਾਂ ਮਨ ਦਾ ਮਤਲਬ ਜਿਹੜੇ ਸਾਡੇ ਵਿਚਾਰ ਪੈਦਾ ਹੋ ਰਹੇ ਨੇ, ਚਿੱਤ ਦਾ ਮਤਲਬ ਜੋ ਚੀਜ਼ਾਂ ਨੂੰ ਚੇਤੇ ਰੱਖਦਾ ਹੈ, ਯਾਨੀ ਜਿਨ੍ਹਾਂ ਦੇ ਮਨ ਵਿੱਚ ਵੀ ਰੱਬ ਦੇ ਗੁਣ ਨੇ, ਵੀ ਪੈਦਾ ਵੀ ਸਿਰਫ ਵਿਚਾਰ ਗੁਣਾਂ ਦੇ ਹੀ ਹੋ ਰਹੇ ਨੇ, ਦੂਜਾ ਕੋਈ ਫੁਰਨਾ ਫੁਰ ਹੀ ਨਹੀਂ ਰਿਹਾ। ਔਰ ਜਿਨ੍ਹਾਂ ਦੇ ਚੇਤੇ ਵਿੱਚ ਵੀ ਰੱਬ ਦੇ ਗੁਣ ਨੇ, ਫੁਰਨੇ ਜਿਹੜੇ ਫੁਰੇ ਮਨ ਵਿੱਚ, ਉਹ ਵੀ ਗੁਣਾਂ ਵਾਲੇ। ਤੇ ਜੋ ਚੇਤੇ ਵਿੱਚ ਨੇ, ਚਿੱਤ ਵਿੱਚ ਨੇ, ਉਹ ਵੀ ਕੇਵਲ ਗੁਣ ਚੇਤੇ ਨੇ, ਕੋਈ ਔਗਣ ਚੇਤੇ ਨਹੀਂ। ਜਿਸ ਕੋ ਹਰ ਪ੍ਰਮ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਇੱਥੇ ਸੰਤ ਦਾ ਮਤਲਬ ਹੈ ਸ਼ਾਂਤ, ਸੁਹੇਲਾ ਦਾ ਮਤਲਬ ਸੁਖੀ। ਉਹ ਬੰਦਾ ਸ਼ਾਂਤ ਹੋ ਜਾਂਦਾ ਹੈ, ਉਹਦੇ ਅੰਦਰ ਫਿਰ ਵਿਕਾਰਾਂ ਦੀ ਅੱਗ ਨਹੀਂ ਰਹਿੰਦੀ। ਇਹ ਨਹੀਂ ਕਿ ਉਹ ਸੰਤ ਬਣ ਜਾਂਦਾ, ਚੋਲਾ ਪਾ ਕੇ ਘਰ ਛੱਡ ਜਾਂਦਾ, ਨਾ। ਇਹ ਨਹੀਂ ਕਿ ਉਹ ਬਾਬਾ ਬਣ ਕੇ ਕਿਸੇ ਗੁਫਾ ਵਿੱਚ ਜਾ ਵੜਦਾ, ਐਵੇਂ ਨਹੀਂ। ਸੰਤ ਦਾ ਮੀਨਿੰਗ ਇੱਥੇ ਹੈ ਸ਼ਾਂਤ। ਸੁਹੇਲਾ ਦਾ ਮਤਲਬ ਸੁਖੀ। ਨਹੀਂ ਡੁਲਾਵੇ ਦਾ ਮਤਲਬ ਫਿਰ ਉਹ ਡੋਲਦਾ ਨਹੀਂ, ਘਾਬਰਦਾ ਨਹੀਂ। ਐਸਾ ਬੰਦਾ ਫਿਰ ਸ਼ਾਂਤ ਹੋ ਜਾਂਦਾ ਹੈ, ਉਹਦੇ ਅੰਦਰ ਸ਼ਾਂਤੀ ਵਰਤਦੀ ਹੈ। ਐਸਾ ਬੰਦਾ ਫਿਰ ਮਨ ਤਨ ਕਰਕੇ ਸੁਖੀ ਹੋ ਜਾਂਦਾ ਹੈ। ਤੇ ਐਸਾ ਬੰਦਾ ਫਿਰ ਡੋਲਦਾ ਨਹੀਂ, ਘਾਬਰਦਾ ਨਹੀਂ। ਉਹਨੂੰ ਪਤਾ ਹੈ ਕਿ ਜੋ ਕੁਝ ਹੋਣਾ ਹੈ ਰੱਬੀ ਰਜ਼ਾ ਦੇ ਵਿੱਚ ਹੋਣਾ ਹੈ। ਫਿਰ ਉਹ ਮਾੜੇ ਮੋਟੇ ਲਾਲਚ ਕਰਕੇ ਆਪਣੇ ਸੱਚ ਨੂੰ ਜਾਂ ਗੁਣਾਂ ਨੂੰ ਤਿਆਗਦਾ ਨਹੀਂ, ਰੱਬ ਤੋਂ ਦੂਰ ਨਹੀਂ ਜਾਂਦਾ। ਸੰਤ ਮਾੜੀ ਜੀ ਸਿਰ ਪੀੜ ਹੋਵੇ ਤੇ ਚੱਲ ਬਾਬੇ ਕੋਲ 51 ਪਾਉਂਡ ਦੇ ਕੇ ਤੇ ਪਾਣੀ ਦੀ ਬੋਤਲ ਲੈ ਕੇ ਤੇ ਸਿਰ ਪੀੜ। ਪਰ ਉਹਨੂੰ ਜੇ ਸਿਰ ਪੀੜ ਹੋਵੇ ਤੇ ਉਹ ਬਾਬੇ ਵੱਲ ਨਹੀਂ ਭੱਜਦਾ। ਪਹਿਲੀ ਗੱਲ ਤੇ ਉਹ ਪਾਣੀ ਪੂਣੀ ਪੀ ਕੇ ਟਹਿਲੇਗਾ ਇੱਧਰ ਉੱਧਰ, ਨਹੀਂ ਤਾਂ ਉਹ 5 ਪੈਸੇ ਦੀ ਪੈਰਾਸੀਟਾਮੋਲ ਦੀ ਗੋਲੀ ਲਿਆ ਕੇ ਖਾ ਲੇਗਾ। ਕਹਿਣ ਤੋਂ ਭਾਵ ਕਿ ਉਹ ਡੋਲ ਕੇ ਸੱਚ ਦਾ ਤਿਆਗ ਨਹੀਂ ਕਰੇਗਾ, ਆਦਰਸ਼ ਤੋਂ ਦੂਰ ਨਹੀਂ ਜਾਏਗਾ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਜਿਹਦੇ ਤੇ ਰੱਬ ਆਪਣੀ ਕਿਰਪਾ ਕਰ ਦੇਵੇ, ਜਿਹਨੂੰ ਆਪਣਾ ਬਣਾ ਲਵੇ, ਯਾਨੀ ਜੋ ਰੱਬ ਦੀ ਕਿਰਪਾ ਦਾ ਪਾਤਰ ਬਣ ਜਾਏ। ਹੁਣ ਦੇਖੋ, ਰੱਬ ਸਾਰਿਆਂ ਤੇ ਹੀ ਕਿਰਪਾ ਕਰਦਾ ਹੈ। ਜੇ ਮੈਂ ਕਹਾਂ ਕਿ ਰੱਬ ਨੇ ਮੇਰੇ ਤੇ ਕਿਰਪਾ ਕੀਤੀ ਹੈ, ਤੁਹਾਡੇ ਤੇ ਨਹੀਂ ਕੀਤੀ, ਜਾਂ ਮੈਂ ਇਹ ਸੋਚਾਂ ਕਿ ਰੱਬ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ, ਮੇਰੇ ਤੇ ਨਹੀਂ ਕੀਤੀ, ਤਾਂ ਇਹ ਮੇਰੀ ਬੇਵਕੂਫੀ ਹੋਏਗੀ, ਇਹ ਮੇਰੀ ਅਗਿਆਨਤਾ ਹੋਏਗੀ। ਰੱਬ ਸਾਡੇ ਵਰਗਾ ਨਹੀਂ ਹੈ। ਰੱਬ ਇੱਕ ਮਹਾਨ ਹਸਤੀ ਹੈ ਜੋ ਸਾਰਿਆਂ ਵਾਸਤੇ ਇੱਕੋ ਜਿਹਾ ਹੈ। ਇੱਕ ਹੀ ਚਾਰ ਚੁਫੇਰੇ ਉਹਦਾ ਹੁਕਮ ਹੈ। ਧਰਤੀ ਜਾਂ ਚੰਦਰਮਾ, ਸੂਰਜ ਸਾਰੇ ਇੱਕ ਹੁਕਮ ਦੇ ਵਿੱਚ ਨੇ, ਸਭ ਵਾਸਤੇ ਇੱਕੋ ਹੀ ਨਿਯਮ ਨੇ। ਅਮੀਰ ਜੇ ਬਾਹਰ ਨਿਕਲਣ ਨੂੰ ਵੀ ਧੁੱਪ ਲੱਗੇਗੀ, ਗਰੀਬ ਨਿਕਲੇਗਾ ਉਹਨੂੰ ਵੀ ਧੁੱਪ ਲੱਗੇਗੀ। ਇਹ ਗੱਲ ਵੱਖਰੀ ਹੈ ਕਿ ਅਮੀਰ ਜਿਹੜਾ ਹੈ ਉਹ ਗਰਮੀ 'ਚ ਥੋੜਾ ਜ਼ਿਆਦਾ ਘਬਰਾਏਗਾ ਤੇ ਗਰੀਬ ਨਹੀਂ ਘਬਰਾਏਗਾ। ਉਹਦਾ ਰੀਜ਼ਨ ਹੈ ਕਿ ਗਰੀਬ ਹਿਲਿਆ ਨਾ ਗਰਮੀ ਵਿੱਚ ਬਾਹਰ ਦਿਹਾੜੀ ਦੱਪਾ ਕਰਨਾ, ਕੰਮ ਕਰਨਾ, ਉਹ ਆਦੀ ਹੈ, ਉਹਨੇ ਉਸ ਚੀਜ਼ ਨੂੰ ਮਾਣਿਆ ਹੈ।
ਤੇ ਜਿਹੜਾ ਹਰ ਟਾਈਮ ਏਸੀ ਦੇ ਵਿੱਚ ਬੈਠਾ ਹੈ ਉਹਨੂੰ ਜੇ ਏਸੀ ਤੋਂ ਬਾਹਰ ਰਹਿਣਾ ਪਏ ਤੇ ਪ੍ਰੋਬਲਮ ਕ੍ਰੀਏਟ। ਇਹ ਇੱਕ ਵੱਖਰਾ ਸਿਸਟਮ ਹੈ, ਲੇਕਿਨ ਗਰਮੀ ਸਾਰਿਆਂ ਵਾਸਤੇ ਬਰਾਬਰ ਹੈ, ਸਰਦੀ ਸਾਰਿਆਂ ਲਈ ਬਰਾਬਰ ਹੈ, ਰੱਬ ਦੇ ਨਿਯਮ ਸਾਰਿਆਂ ਲਈ ਬਰਾਬਰ ਨੇ। ਹੁਣ ਇੱਥੇ ਕਿਰਪਾ ਕਰੇ ਦਾ ਮਤਲਬ ਜਿਹੜਾ ਰੱਬ ਦੀ ਕਿਰਪਾ ਦਾ ਪਾਤਰ ਬਣ ਗਿਆ, ਜੋ ਰੱਬੀ ਰਜ਼ਾ ਦੇ ਵਿੱਚ ਤੁਰਨਾ ਸ਼ੁਰੂ ਕਰ ਦੇਵੇ, ਕਿਰਪਾ ਦਾ ਪਾਤਰ ਬਣ ਜਾਏ, ਸੋ ਸੇਵਕ ਕਹੋ ਕਿਸ ਤੇ ਡਰੇ। ਅਸਲ ਦੇ ਵਿੱਚ ਉਹੀ ਰੱਬ ਦਾ ਸੇਵਕ ਹੈ। ਕਹੋ ਕਿਸ ਤੇ ਡਰੇ, ਗੁਰੂ ਜੀ ਕਹਿੰਦੇ ਨੇ ਦੱਸੋ ਫਿਰ ਹੋਰ ਕਿਹਦੇ ਤੋਂ ਡਰ ਸਕਦਾ ਹੈ? ਉਹਨੂੰ ਕਾਹਦਾ ਡਰ ਹੈ? ਉਹਨੂੰ ਡਰ ਨਹੀਂ ਹੈ। ਹੁਣ ਅਸੀਂ ਡਰਨੇ ਆ ਭੂਤਾਂ ਤੋਂ, ਪ੍ਰੇਤਾਂ ਤੋਂ, ਜਮਾਂ ਤੋਂ, ਲੇਕਿਨ ਜਿਹੜਾ ਰੱਬ ਦਾ ਪਿਆਰਾ ਹੈ ਉਹਨੂੰ ਡਰ ਹੈ ਨਹੀਂ। ਉਹਨੂੰ ਪਤਾ ਵੀ ਭੂਤ ਪ੍ਰੇਤ ਹੈ ਹੀ ਨਹੀਂ। ਉਹਨੂੰ ਡਰ ਕਾਹਦਾ ਹੈ ਜਦੋਂ ਭੂਤ ਪ੍ਰੇਤ ਹੀ ਹੈ ਨਹੀਂ? ਅਸੀਂ ਡਰਨੇ ਆ ਮਰਨ ਤੋਂ ਬਾਅਦ ਨਰਕਾਂ ਵਿੱਚ ਪੈਣ ਤੋਂ, ਸਵਰਗਾਂ ਵਿੱਚ ਜਾਣ ਦੇ ਲਾਲਚ ਤੋਂ। ਤੇ ਰੱਬ ਦਾ ਜਿਹੜਾ ਸੇਵਕ ਹੈ ਉਹ ਨਾ ਸਵਰਗ ਦਾ ਲਾਲਚ ਰੱਖਦਾ, ਨਾ ਉਹਨੂੰ ਨਰਕ ਦਾ ਡਰ ਹੈ। ਉਹਨੂੰ ਪਤਾ ਹੈ ਮਰਨ ਤੋਂ ਬਾਅਦ ਨਰਕ ਸਵਰਗ ਹੈ ਹੀ ਨਹੀਂ। ਸੁਰਗ ਬਾਸ ਨਾ ਬਾਂਛੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨ ਨਾ ਕੀਜੇ ਆਸ। ਲੋਕ ਧਰਮਰਾਜ ਤੋਂ ਡਰਦੇ ਨੇ ਵੀ ਧਰਮਰਾਜ ਤੇ ਮਰਨ ਤੋਂ ਬਾਅਦ ਲੇਖਾ ਮੰਗੇਗਾ, ਤੇ ਰੱਬ ਦਾ ਪਿਆਰਾ ਮਰਨ ਤੋਂ ਬਾਅਦ ਵਾਲੇ ਧਰਮਰਾਜ ਦਾ ਤੈਨੂੰ ਡਰ ਹੀ ਨਹੀਂ। ਉਹ ਤੇ ਸਾਫ਼ ਲਫ਼ਜ਼ਾਂ ਵਿੱਚ ਕਹਿੰਦਾ ਹੈ, ਧਰਮ ਰਾਏ ਅਬ ਕਹਾ ਕਰੇਗੋ ਜੋ ਫਾਟਿਓ ਸਗਰੋ ਲੇਖਾ। ਵੀ ਧਰਮਰਾਜ ਮੇਰੀ ਲੱਤ ਭੰਨ ਲੇਗਾ। ਕੀ ਕਰ ਲੇਗਾ ਧਰਮਰਾਜ? ਉਹ ਇਸ ਧਰਮਰਾਜ ਨੂੰ ਸਮਝਦਾ ਹੈ ਜੋ ਸਿਸਟਮ ਹੈ, ਉਹ ਸਿਸਟਮ ਦੇ ਵਿੱਚ ਰਹਿੰਦਾ ਹੈ। ਤੇ ਜਿਹੜਾ ਇਸ ਸਿਸਟਮ ਨੂੰ ਸਮਝਦਾ ਹੈ, ਜੋ ਰੱਬ ਦਾ ਸੇਵਕ ਹੈ, ਉਹਨੂੰ ਹੋਰ ਕਿਸੇ ਚੀਜ਼ ਦਾ ਕੀ ਡਰ ਹੈ? ਉਹਨੂੰ ਡਰ ਹੈ ਨਹੀਂ। ਉਹਨੂੰ ਪਤਾ ਹੈ ਕਿ ਸਭ ਕੁਝ ਸਿਸਟਮ ਵਿੱਚ ਹੋਣਾ ਹੈ। ਜੇ ਮੈਨੂੰ ਸਫਲਤਾ ਨਹੀਂ ਮਿਲੀ ਤਾਂ ਉਹ ਘਾਬਰਦਾ ਨਹੀਂ। ਉਹਨੂੰ ਇਹ ਸਮਝ ਹੁੰਦੀ ਹੈ ਕਿ ਮੈਂ ਕਿਤੇ ਨਾ ਕਿਤੇ ਸਿਸਟਮ ਤੋਂ ਉਲਟ ਚੱਲਿਆ ਹਾਂ, ਮੈਂ ਕੋਈ ਰਿਕੁਆਇਰਮੈਂਟ ਪੂਰੀ ਨਹੀਂ ਕੀਤੀ ਤਾਂ ਅਸਫਲ ਮੈਂ ਦੂਜੀ ਵਾਰੀ ਹੋ ਜਾਵਾਂਗਾ, ਮੈਂ ਉਹਨੂੰ ਪੂਰੀ ਕਰਾਂਗਾ ਤੇ ਮੈਂ ਦੂਜੀ ਵਾਰੀ ਹੋ ਜਾਵਾਂਗਾ। ਤਾਂ ਜਿਹੜਾ ਰੱਬ ਦਾ ਸੇਵਕ ਉਹ ਕਿਹਦੇ ਤੋਂ ਡਰੇਗਾ? ਕਿਸੇ ਬਾਬੇ ਤੋਂ ਉਹਨੂੰ ਡਰ ਲੱਗੇਗਾ ਕਿ ਬਾਬਾ ਮੈਨੂੰ ਸਰਾਪ ਨਾ ਦੇ ਦੇਵੇ। ਲੋਕ ਡਰਦੇ ਨੇ, ਨਾ 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 ਨਾ, ਸੰਤਾਂ ਦੀ ਨਿੰਦਿਆ ਨਹੀਂ ਕਰਨੀ। ਦੇਖੋ ਨਿੰਦਿਆ ਕਰਨੀ ਵੀ ਨਹੀਂ ਚਾਹੀਦੀ ਕਿਸੇ ਦੀ, ਪਰ ਸੱਚ ਬੋਲਣਾ। ਬਾਬੇ ਤੇ ਸਰਾਪ ਦੇ ਦੇਣਗੇ। ਜਿਹੜੇ ਆਪ ਸਰਾਪੇ ਹੋਏ ਹੋਣ ਉਹ ਦੂਜਿਆਂ ਨੂੰ ਸਰਾਪ ਕੀ ਦੇ ਦੇਣਗੇ? ਹੁਣ ਗੁਰਮਤ ਵਰ ਸਰਾਪ ਨੂੰ ਮੰਨਦੀ ਹੀ ਨਹੀਂ, ਤੇ ਸਰਾਪ ਦੇ ਕੇ ਬਾਬਾ ਕੀ ਕਰੇਗਾ? ਜੇ ਬਾਬਿਆਂ ਦੇ ਸਰਾਪ ਦੇ ਨਾਲ ਕੁਝ ਹੁੰਦਾ ਹੋਵੇ ਜਾਂ ਵਰ ਦੇ ਨਾਲ ਕੁਝ ਹੁੰਦਾ ਹੋਵੇ, ਤੇ ਬਾਬਿਆਂ ਨੂੰ ਆਪ ਕੀ ਲੋੜ ਹੈ ਬੋਰੀਆਂ ਵੰਡਣ ਦੀ? ਆਪ ਕੀ ਲੋੜ ਹੈ ਕਹਿਣ ਦੀ ਵੀ ਸਿੱਖਾ ਵੀ ਤੇਰੇ ਨਾਂ ਇੱਕ ਕਮਰੇ ਦੀ ਸੇਵਾ ਹੈ? ਉਹ ਵਰ ਦੇ ਦੇਣ, ਬਸ ਵਰ ਦੇਣ ਵੀ ਮੇਰਾ ਡੇਰਾ ਜਿਹੜਾ 10,000 ਕਮਰਿਆਂ ਦੀ ਇੱਥੇ ਇਮਾਰਤ ਖੜੀ ਹੋ ਜਾਏ, ਤੇ ਖੜੀ ਹੋ ਜਾਏ, ਕਿਉਂਕਿ ਵਰ ਦੇ ਦਿੱਤਾ ਨਾ ਉਹਨੇ। ਸਾਨੂੰ ਉਹ ਵਰ ਦੇ ਰਹੇ ਨੇ, ਤੁਹਾਡੀ ਅਸੀਂ ਅਰਦਾਸ ਕਰਾਂਗੇ ਜੀ ਤੁਹਾਡਾ ਮਕਾਨ ਬਣ ਜਾਏ, ਕੋਠੀ ਬਣ ਜਾਏ। ਅਸੀਂ ਜਾ ਕੇ ਕਹਿੰਦੇ ਬਾਬਾ ਜੀ ਸਾਡੀ ਅਰਦਾਸ ਵਰ ਦਿਓ, ਕਿਰਪਾ ਕਰੋ, ਕੋਠੀ ਬਣ ਜਾਏ। ਤੇ ਅਸੀਂ ਨਾਲੇ ਉਹਨਾਂ ਨੂੰ 1100 ਪਾਉਂਡ ਦੇ ਆਉਂਦੇ ਆ ਤੇ ਉਹ ਸਾਨੂੰ ਵਰ ਦੇ ਦਿੰਦੇ ਨੇ, ਤੇ ਕੋਠੀ ਅਸੀਂ ਆਪ। ਜੇ ਬਾਬੇ ਦੇ ਵਰ ਦੇ ਨਾਲ ਕੋਠੀ ਬਣਦੀ ਹੋਵੇ ਤੇ ਬਾਬੇ ਨੂੰ ਕੀ ਲੋੜ ਹੈ ਤੁਹਾਡੇ ਤੋਂ 1100 ਲੈਣ ਦੀ? ਉਹ 1100 ਪਾਉਂਡ ਤੁਹਾਡਾ ਕਮਾ ਕੇ ਵਾਪਸ ਮਾਰੇ ਵੀ ਆ ਫੜ ਆਪਣੇ 1100, ਚਲਾ ਜਾ ਇੱਥੋਂ। ਮੈਂ ਤੇ ਹੁਣ ਇੱਕ ਵਰ ਦਿਆਂ ਤੇ ਪਾਉਂਡਾਂ ਦਾ ਢੇਰ ਲਾ ਲਾਂਗਾ, ਮੈਂ ਤੇਰੇ 1100 ਦਾ ਕੀ ਕਰਨਾ? ਉਹ ਫਿਰ ਐਵੇਂ ਥੋੜਾ ਕਰਨਗੇ। ਸੇਵਕ ਨੂੰ ਇਹ ਚੀਜ਼ਾਂ ਸਮਝ ਆ ਜਾਂਦੀਆਂ ਨੇ, ਫਿਰ ਉਹਨਾਂ ਨੂੰ ਡਰ ਨਹੀਂ ਹੁੰਦਾ। ਉਹ ਡਰਦੇ ਹੋਏ ਕੋਈ ਕੰਮ ਨਹੀਂ ਕਰਦੇ। ਉਹ ਸੱਚ ਨੂੰ ਪ੍ਰੇਮ ਦੇ ਨਾਲ ਬੋਲਦੇ ਨੇ, ਰੱਬੀ ਰਜ਼ਾ ਨੂੰ ਪਿਆਰ ਦੇ ਨਾਲ ਫੋਲੋ ਕਰਦੇ ਨੇ। ਉਹ ਸਹਿਯੋਗ ਕਿਸੇ ਦਾ ਡਰ ਕਰਕੇ ਨਹੀਂ, ਪਿਆਰ ਨਾਲ ਕਰਦੇ ਨੇ, ਕਿਉਂਕਿ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਦੇ ਨੇ। ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਹੁਣ ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਕਿਉਂਕਿ ਉਸ ਨੂੰ ਪ੍ਰਭੂ ਉਹ ਜਿਹਾ ਦਿਸ ਪੈਂਦਾ ਹੈ ਜਿਹੋ ਜਿਹਾ ਅਸਲ ਵਿੱਚ ਹੈ। ਜਿਹੜਾ ਰੱਬ ਦਾ ਸੇਵਕ ਹੈ ਨਾ, ਉਹਦੀ ਗੱਲ ਚੱਲ ਰਹੀ ਹੈ। ਸੋ ਸੇਵਕ ਕੋ ਕਿਸ ਤੇ ਡਰੈ, ਇਹ ਉਹ ਸੇਵਕ ਦੀ ਗੱਲ ਚੱਲ ਰਹੀ ਹੈ। ਜੈਸਾ ਸਾ ਕਿ ਜਿਹੋ ਜਿਹਾ ਰੱਬ ਹੈ, ਤੈਸਾ ਦ੍ਰਿਸ਼ਟਾਇਆ ਵੈਸਾ ਹੀ ਉਹਨੂੰ ਨਜ਼ਰੀ ਪੈ ਜਾਂਦਾ, ਉਹਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ ਵੀ ਰੱਬ ਐਵੇਂ ਦਾ ਤੇ ਐਵੇਂ ਦਾ ਹੀ ਹੈ। ਹੁਣ ਸਾਨੂੰ ਰੱਬ ਦੇ ਭਰਮ ਭੁਲੇਖੇ ਪਾਏ ਨੇ। ਉੱਤੇ ਸਵਰਗ ਵਿੱਚ ਬੈਠਾ ਹੈ, ਸੱਚਖੰਡ ਵਿੱਚ ਬੈਠਾ ਹੈ, ਕਿਤੇ ਜੰਨਤ ਵਿੱਚ ਬੈਠਾ ਹੈ, ਕਿਤੇ ਹੋਰ ਬੈਠਾ ਹੈ। ਲੇਕਿਨ ਜਿਹੜਾ ਰੱਬ ਦਾ ਸੇਵਕ ਹੈ, ਜਿਹਨੇ ਸਿਸਟਮ ਨੂੰ ਸਮਝਿਆ, ਉਹਨੂੰ ਤੇ ਜਿਵੇਂ ਦਾ ਰੱਬ ਹੈ ਉਵੇਂ ਦਾ ਦਿਸ ਰਿਹਾ ਹੈ। ਉਹ ਤੇ ਸਾਫ਼ ਕਹਿ ਰਹੇ ਨੇ, ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਨਹੀਂ ਆਇਆ। ਉਹ ਤੇ ਸਾਫ਼ ਲਫ਼ਜ਼ਾਂ ਵਿੱਚ ਸਾਨੂੰ ਵੀ ਸਮਝਾ ਰਹੇ ਨੇ, ਲੋਗਾ ਭਰਮ ਨਾ ਭੁੱਲੋ ਭਾਈ,
ਖਾਲਕ ਖਲਕ ਖਲਕ ਮੈਂ ਖਾਲਿਕ ਪੂਰ ਰਹਿਓ ਸਰਬ ਠਾਈ। ਉਹਨਾਂ ਨੂੰ ਤੇ ਕੋਈ ਭਰਮ ਹੈ ਹੀ ਨਹੀਂ, ਉਹਨਾਂ ਨੂੰ ਤੇ ਦਿਸ ਰਿਹਾ ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ। ਉਹ ਤੇ ਸਾਫ਼ ਕਹਿ ਰਹੇ ਨੇ, ਜੇਤੇ ਔਰਤ ਮਰਦਾਂ ਸਾਜੇ ਇਹ ਸਭ रूप तुम्हारे। कबीर पूंगरा राम अल्लाह का सब गुरपीर। हमारे भी जिन्नियां भी औरतां पुरुष ने रब्बा है तेरा ही रूप ने, ਸਾਰਿਆਂ ਦੇ ਵਿੱਚ ਤੂੰ ਹੀ ਸਮਾਇਆ ਹੋਇਆ ਹੈ। ਉਹਨਾਂ ਨੂੰ ਤੇ ਸਾਫ਼ ਦਿਸਦਾ ਪਿਆ। ਤੇ ਜਿਹੜੇ ਅਸੀਂ ਭਰਮ ਭੁਲੇਖੇ ਵਾਲੇ ਆ, ਅਸੀਂ ਕਹਿੰਦੇ ਨਾ ਉਹ ਦਸਮ ਦੁਆਰ ਵਿੱਚ ਦਿਸੇਗਾ, ਉਹ ਤੇ ਪਹਾੜਾਂ ਤੇ ਜਾ ਕੇ ਦਿਸੇਗਾ। ਭਰਮ ਭੁਲੇਖੇ ਨੇ ਨਾ। ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ। ਕਾਰਜ ਦਾ ਮਤਲਬ ਜਗਤ, ਜੋ ਦੀ ਆਪਣੀ ਰਚਨਾ ਹੈ। ਕਾਰਜ ਦਾ ਮਤਲਬ ਜਗਤ ਸੰਸਾਰ ਰਚਨਾ। ਆਪ ਸਮਾਇਆ ਦਾ ਮਤਲਬ ਆਪ ਹੀ ਇਸ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ। ਪ੍ਰਭੂ ਦੇ ਸੇਵਕ ਨੂੰ ਇਹ ਸਮਝ ਪੈ ਜਾਂਦੀ ਹੈ, ਜਿਹੋ ਜਿਹਾ ਹੈ ਉਹੋ ਜਿਹਾ ਦਿਸ ਪੈਂਦਾ ਹੈ। ਉਹਨੂੰ ਇਹ ਸਮਝ ਪੈ ਜਾਂਦੀ ਹੈ ਆਪਣੇ ਕਾਰਜ ਮਹਿ, ਆਪਣੇ ਇਸ ਰਚੇ ਹੋਏ ਕਾਰਜ ਸੰਸਾਰ ਦੇ ਅੰਦਰ ਆਪ ਸਮਾਇਆ ਦਾ ਮਤਲਬ ਆਪ ਹੀ ਵਿਆਪਕ ਹੈ, ਉਹ ਤੋਂ ਬਾਹਰ ਨਹੀਂ ਹੈ। ਦੇਖੋ ਸਾਰੀ ਬਾਣੀ ਸਾਨੂੰ ਲੜੀਵਾਰ ਇਹ ਸਮਝਾ ਰਹੀ ਹੈ ਨਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਹੋਣਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਘਟ ਘਟ ਮੈਂ ਹਰ ਜੂ ਵਸੈ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਦੇਖੋ ਕਿੰਨੇ ਸਪਸ਼ਟ ਲਫ਼ਜ਼ਾਂ ਵਿੱਚ ਸਮਝਾਇਆ ਹੈ। ਤਾਂ ਰੱਬ ਦਾ ਪਿਆਰਾ ਤੈ ਜਿਹੜਾ ਬੰਦਾ ਹੈ ਨਾ, ਉਹਨੂੰ ਆਪਣੇ ਇਸ ਕਾਰਜ ਦੇ ਅੰਦਰ ਆਪ ਸਮਾਇਆ ਹੋਇਆ ਨਜ਼ਰੀ ਪੈਂਦਾ ਹੈ। ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਆਪਣੀ ਰਚਨਾ ਦੇ ਅੰਦਰ ਉਹ ਰਚਨਹਾਰ ਸਮਾਇਆ ਹੋਇਆ ਹੈ। ਅਕਾਲ ਪੁਰਖ ਅਸੀਂ ਮੂਲ ਮੰਤਰ ਵਿੱਚ ਪੜ੍ਹੇ ਆ, ਪੁਰਖ ਦਾ ਮਤਲਬ ਸਮਾਇਆ ਹੋਇਆ ਹੈ। ਰੱਬ ਦੇ ਪਿਆਰੇ ਨੂੰ ਇਹ ਸਮਝ ਪੈ ਜਾਂਦੀ ਹੈ। ਸੋਧਤ 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 ਸਿਝਿਆ। ਸੋਧਤ ਸੋਧਤ ਦਾ ਮਤਲਬ ਨਿਰਣਾ ਕਰਦਿਆਂ ਕਰਦਿਆਂ, ਵਿਚਾਰ ਕਰਦਿਆਂ ਕਰਦਿਆਂ, ਖੋਜ ਕਰਦਿਆਂ ਕਰਦਿਆਂ। ਸਿਝਿਆ ਦਾ ਮਤਲਬ ਕਾਮਯਾਬ ਹੋ ਗਿਆ, ਸਫਲ ਹੋ ਗਿਆ। ਕਾਮਯਾਬੀ ਹੋ ਜਾਂਦੀ ਹੈ, ਸਫਲਤਾ ਹੋ ਜਾਂਦੀ ਹੈ। ਨਿਤ ਵਿਚਾਰ ਕਰਦਿਆਂ ਉਸ ਸੇਵਕ ਨੂੰ ਸਫਲਤਾ ਮਿਲ ਜਾਂਦੀ ਹੈ। ਇਹਨਾਂ ਚੀਜ਼ਾਂ ਵਿੱਚ ਉਹ ਸਫਲ ਹੋ ਜਾਂਦਾ ਹੈ, ਕਿਉਂਕਿ ਜਿਹੜੀ ਚੀਜ਼ ਬਾਰੇ ਤੁਸੀਂ ਰੋਜ਼ ਵਿਚਾਰ ਕਰੋਗੇ, ਜਿਸ ਚੀਜ਼ ਨੂੰ ਰੋਜ਼ ਵਿਚਾਰ ਮੰਡਲ ਵਿੱਚ ਵਸਾਓਗੇ, ਉਹ ਸਫਲ ਹੋ ਜਾਓਗੇ। ਕਿਵੇਂ ਅਸੀਂ ਸਫਲ ਹੋ ਜਾਂਦੇ ਹਾਂ? ਦੇਖੋ ਮੈਂ ਕੱਲ ਪਰਸੋਂ ਵੀ ਗੱਲ ਕੀਤੀ ਸੀ, ਜਿੰਨੇ ਵੀ ਅਸੀਂ ਭੈਣ ਭਰਾ ਹਾਂ, ਦੇਖੋ ਸਾਡੀ ਹੁਣ ਉਮਰ 60 ਸਾਲ ਦੀ ਹੋ ਗਈ, ਤੇ ਮੈਂ ਮੇਰੇ ਖਿਆਲ ਸੰਨ 76 ਵਿੱਚ ਪੜ੍ਹਾਈ ਛੱਡੀ ਸੀ, ਤੇ ਮੇਰੇ ਖਿਆਲ ਦੇ ਵਿੱਚ 72 73 ਤੱਕ 10 ਤੱਕ ਦੇ ਪਹਾੜੇ ਸਾਨੂੰ ਯਾਦ ਕਰਾ ਦਿੱਤੇ ਸੀ। ਤੇ ਉਹ 10 ਤੱਕ ਦੇ ਪਹਾੜੇ ਅੱਜ ਵੀ ਯਾਦ ਨੇ। ਕਿਉਂ ਯਾਦ ਨੇ? ਹਾਲਾਂਕਿ ਕਦੇ ਯੂਜ਼ ਨਹੀਂ ਕੀਤੇ ਪਹਾੜੇ, ਪੜ੍ਹੇ ਨਹੀਂ, ਪਰ ਯਾਦ ਨੇ। ਕਿਉਂ ਯਾਦ ਨੇ? ਕਿਉਂਕਿ ਰਿਪੀਟ ਇੰਨੀ ਵਾਰੀ ਕੀਤੇ ਨੇ ਕਿ ਉਹ ਭੁੱਲਦੇ ਨਹੀਂ। ਮਰਨੇ ਮਰ ਜਾਵਾਂਗੇ ਪਰ ਉਹ 10 ਤੱਕ ਦੇ ਪਹਾੜੇ ਨਾ ਭੁੱਲੇ। ਇੰਡੀਅਨ ਬੱਚਿਆਂ ਨੂੰ ਤੇ ਭੁੱਲੇ ਨਾ, ਸਾਡੀ ਉਮਰ ਦਿਆਂ ਨੂੰ, ਕਿਉਂਕਿ ਰਿਪੀਟ ਹੀ ਇੰਨੀ ਵਾਰੀ ਕਰਾਏ ਨੇ। ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਰਿਪੀਟ ਕਰਦੇ ਹਾਂ, ਉਹਦੇ ਵਿੱਚ ਅਸੀਂ ਕਾਮਯਾਬ ਹੋ ਜਾਂਦੇ ਹਾਂ। ਜਿੰਨੇ ਵੀ ਆ ਡਾਕਟਰ ਨੇ, ਇੰਜੀਨੀਅਰ ਨੇ, ਵਿਗਿਆਨਿਕ ਨੇ, ਕਿੰਨੀ ਵਾਰੀ ਇਹਨਾਂ ਨੇ ਰਿਪੀਟ ਕੀਤਾ ਹੈ, ਉਹਨਾਂ ਚੀਜ਼ਾਂ ਨੂੰ ਪੜ੍ਹਿਆ ਹੈ, ਤਾਂ ਕਾਮਯਾਬ ਹੋਏ ਨੇ ਨਾ। ਤਾਂ ਇਹ ਕਾਮਯਾਬੀ ਦਾ ਕਾਰਨ ਹੈ। ਜਿਵੇਂ ਜਿਵੇਂ ਤੁਸੀਂ ਆਪਣੇ ਵਿਚਾਰ ਮੰਡਲ ਵਿੱਚ ਗੁਣਾਂ ਨੂੰ ਵਸਾਓਗੇ, ਇਹਦੀ ਪ੍ਰੈਕਟਿਸ ਕਰੋਗੇ, ਤਾਂ ਤੁਸੀਂ ਕਾਮਯਾਬ ਹੋ ਜਾਓਗੇ, ਗੁਣੀ ਹੋ ਜਾਓਗੇ। ਗੁਣ ਕਹੇ ਗੁਣੀ ਸਮਾਵਣਿਆ। ਗੁਣ ਗਾਣ ਵਾਲਾ, ਗੁਣ ਕਹਿਣ ਵਾਲਾ ਗੁਣੀ ਰੱਬ ਦੇ ਵਿੱਚ ਹੀ ਸਮਾ ਜਾਂਦਾ ਹੈ। ਇੱਕ ਬੰਦੇ ਨੇ ਬਹੁਤ ਵਧੀਆ ਲਿਖਿਆ, ਉਹ ਕਹਿੰਦਾ ਜੇ ਤੁਸੀਂ ਕਿਸੇ ਚੀਜ਼ ਦੇ ਮਾਸਟਰ ਹੋਣਾ ਚਾਹੁੰਦੇ ਹੋ ਤੇ 10,000 ਘੰਟੇ ਕੰਮ ਕਰੋ। ਇਹ ਫਾਰਮੂਲਾ ਹੈ ਕਿਸੇ ਵੀ ਚੀਜ਼ ਦੇ ਮਾਸਟਰ ਹੋਣ ਲਈ। 10,000 ਘੰਟੇ। ਮੰਨ ਲਓ ਤੁਸੀਂ ਇੱਕ ਚੰਗਾ ਗਾਇਕ ਬਣਨਾ ਚਾਹੁੰਦੇ ਹੋ, ਮਾਸਟਰੀ ਹਾਸਲ ਕਰਨਾ ਚਾਹੁੰਦੇ ਹੋ, ਤਾਂ 10,000 ਘੰਟੇ ਮਿਹਨਤ ਕਰੋ। ਜੇ ਕਰੀਬ 5.5 ਪੌਣੇ 6 ਘੰਟੇ ਰੋਜ਼ ਬੰਦਾ ਮਿਹਨਤ ਕਰੇ ਤੇ 5 ਸਾਲਾਂ ਵਿੱਚ 10 ਘੰਟੇ ਬਣ ਜਾਂਦੇ, 10,000 ਘੰਟੇ ਬਣ ਜਾਂਦੇ। ਤੇ 5 ਸਾਲ ਦੇ ਅੰਦਰ ਕੋਈ ਬੰਦਾ ਜਿਹੜਾ ਹੈ ਚੰਗਾ ਗਾਇਕ ਬਣ ਜਾਂਦਾ, ਮਾਸਟਰ ਹੋ ਜਾਂਦਾ। ਕੋਈ ਵੀ ਕੰਮ ਕਰੋ, 5-6 ਘੰਟੇ ਡੇਲੀ ਦੀ ਪ੍ਰੈਕਟਿਸ, ਤਾਂ ਬੰਦਾ ਮਾਸਟਰ ਹੋ ਜਾਏਗਾ 5-7 ਸਾਲ ਵਿੱਚ। ਜੇ ਜ਼ਿਆਦਾ ਕਰੇਗਾ ਤੇ ਜਲਦੀ ਹੋ ਜਾਏਗਾ। ਹੁਣ ਦੇਖੋ, ਜੇ ਕੋਈ ਅੱਜ ਕੀਰਤਨੀਆ ਵੀਰ ਹੈ, ਕੋਈ ਗਾਇਕ ਹੈ, ਜਾਂ ਕੋਈ ਤਬਲਾ ਵਾਦਕ ਹੈ, ਤਾਂ ਉਹਨੇ 5-6 ਸਾਲ ਮਿਹਨਤ ਕੀਤੀ ਹੈ, 5-5 7-7 ਘੰਟੇ ਰੋਜ਼, ਤਾਂ ਉਹ ਮਾਸਟਰ ਬਣਿਆ ਤੇ ਬਣ ਗਿਆ ਨਾ ਮਾਸਟਰ ਉਸ ਚੀਜ਼ ਦਾ।
ਹੁਣ ਡਾਕਟਰ ਨੇ ਆਪਣੀ ਕਲਾਸ ਵਿੱਚ ਰੀਨਾ ਭੈਣ ਜੀ ਨੇ, ਤਾਂ ਇਹਨਾਂ ਨੇ ਮਤਲਬ ਕੋਰਸ ਕੀਤਾ ਹੈ, 20-25 ਸਾਲ ਪੜ੍ਹੇ ਤਾਂ ਹੀ ਡਾਕਟਰ ਬਣੇ ਨਾ, ਕਿਉਂਕਿ ਪ੍ਰੈਕਟਿਸ ਕੀਤੀ ਨਾ। ਤੇ ਜੇ ਅਸੀਂ ਗੁਣਾਂ ਦੀ ਪ੍ਰੈਕਟਿਸ ਕਰੀਏ ਨਾ, ਰੋਜ਼ ਰੱਬੀ ਗੁਣਾਂ ਦੀ ਪ੍ਰੈਕਟਿਸ, ਕਿ ਮੈਂ ਸੱਚ ਹੀ ਬੋਲਣਾ ਤੇ ਸੱਚ ਬੋਲੀਏ, ਆਪਣੇ ਵਾਸਤੇ ਸੋਚੀਏ ਕਿ ਇਹ ਸੰਸਾਰ ਬੜਾ ਸੁਹਾਵਣਾ ਹੈ, ਰੱਬ ਦੇ ਇਸ ਯੂਨੀਵਰਸ ਦੇ ਅੰਦਰ ਸਭ ਕੁਝ ਪਰਿਪੂਰਨ ਹੈ, ਮੈਂ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਹਾਂ, ਮੇਰੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਅਨੰਤ ਭਰੇ ਪਏ ਨੇ, ਮੈਂ ਸੱਚ ਹੀ ਬੋਲਣਾ ਹੈ, ਸੱਚ ਹੀ ਸੁਣਨਾ ਹੈ, ਸੱਚ ਹੀ ਵੇਖਣਾ ਹੈ, ਸੱਚ ਹੀ ਕਮਾਣਾ ਹੈ। ਜੇ ਅਸੀਂ ਐਵੇਂ ਸੋਚੀਏ, ਬੋਲੀਏ ਔਰ ਪ੍ਰੈਕਟਿਸ ਕਰੀਏ, ਤਾਂ ਮਹੀਨੇ 2 ਮਹੀਨੇ ਦੇ ਵਿੱਚ ਸਾਡੀ ਜ਼ਿੰਦਗੀ ਐਸੀ ਹੋ ਜਾਏਗੀ, ਸਫਲ ਹੋ ਜਾਏਗਾ ਨਾ ਬੰਦਾ। ਸੋਧਤ 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 ਸਿੱਝਿਆ, ਗੁਰ ਪ੍ਰਸਾਦ ਬੂਝਿਆ। ਗੁਰੂ ਦੀ ਕਿਰਪਾ ਨਾਲ ਉਹਨੂੰ ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ। ਵਿਚਾਰ ਕਰਦਿਆਂ ਕਰਦਿਆਂ ਬੰਦਾ ਸਿੱਝਿਆ ਦਾ ਮਤਲਬ ਕਾਮਯਾਬ ਹੋ ਜਾਂਦਾ ਹੈ, ਔਰ ਗੁਰੂ ਦੇ ਗਿਆਨ ਰਾਹੀਂ ਉਹਨੂੰ ਅਸਲੀਅਤ ਦੀ ਸਮਝ ਆ ਜਾਂਦੀ ਹੈ। ਤਤ ਦਾ ਮਤਲਬ ਅਸਲੀਅਤ। ਦੇਖੋ, ਸਾਡੀ ਇੱਕ ਸਮੱਸਿਆ ਦਾ ਸੋਲੂਸ਼ਨ ਹੋ ਗਿਆ ਨਾ। ਜਿਹੜੇ ਆਮ ਲੋਕ ਕਹਿੰਦੇ ਨੇ ਜੀ ਬਾਣੀ ਪੜ੍ਹਨੀ ਬਹੁਤ ਔਖੀ ਹੈ, ਬਾਣੀ ਸਮਝਣਾ ਬੜਾ ਔਖਾ ਹੈ, ਬਾਣੀ ਦੀ ਵਿਚਾਰ ਹਰ ਬੰਦਾ ਥੋੜਾ ਕਰ ਸਕਦਾ ਤੇ ਕੰਮ ਬੜਾ ਔਖਾ ਹੈ, ਇਹਦੇ ਵਿੱਚ ਤੇ ਸਫਲ ਹੋਇਆ ਨਹੀਂ ਜਾ ਸਕਦਾ ਆਮ ਬੰਦਾ। ਪਰ ਗੁਰੂ ਜੀ ਕਹਿੰਦੇ ਨੇ ਹੋਇਆ ਜਾ ਸਕਦਾ। ਦੇਖੋ ਕਿੰਨਾ ਸੌਖਾ, ਸੋਧਤ 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 ਸਿੱਝਿਆ, ਕਿ ਵਿਚਾਰ ਕਰਦਿਆਂ ਕਰਦਿਆਂ ਬੰਦਾ ਕਾਮਯਾਬ ਹੋ ਜਾਂਦਾ ਹੈ। ਗੁਰ ਪ੍ਰਸਾਦ ਤਤ ਸਭ ਬੁਝਿਆ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਿਆ, ਉਹ ਜ਼ਿੰਦਗੀ ਦੀ ਅਸਲੀਅਤ ਨੂੰ ਜਾਣ ਲੈਂਦਾ ਹੈ, ਉਹਨੂੰ ਅਸਲੀਅਤ ਦੀ ਸਮਝ ਆ ਜਾਂਦੀ ਹੈ, ਸੰਸਾਰ ਦੇ ਤੱਤ ਮੂਲ ਰੱਬ ਦੀ ਸਮਝ ਆ ਜਾਂਦੀ ਹੈ, ਉਹਨੂੰ ਜ਼ਿੰਦਗੀ ਦੀ ਅਸਲੀਅਤ ਦੀ ਸਮਝ ਆ, ਹੁਕਮ ਦੀ ਸਮਝ ਆ ਜਾਂਦੀ ਹੈ, ਔਰ ਇੱਕ ਮਹਾਨ ਇਨਸਾਨ ਹੋ ਜਾਂਦਾ ਹੈ। ਇਹ ਸੰਭਾਵਨਾ ਸਾਡੇ ਸਾਰਿਆਂ ਵਿੱਚ ਹੈ, ਇਸ ਲਈ ਸਾਨੂੰ ਟਰਾਈ ਕਰਨੀ ਚਾਹੀਦੀ ਹੈ। ਅਗਲਾ ਬਚਨ ਕਰ ਰਹੇ ਨੇ, ਜਬ ਦੇਖੋ ਤਬ ਸਭ ਕੁਛ ਮੂਲ। ਜਬ ਦੇਖੋ, ਜਬ ਦਾ ਮਤਲਬ ਜਦੋਂ ਵੀ, ਇਹਨੂੰ ਦੇਖੋ ਨਹੀਂ ਪੜਨਾ, ਇਹਨੂੰ ਪੜਨਾ ਹੈ ਦੇਖੋ। ਫਸਟ ਪਰਸਨ ਦੀ ਗੱਲ ਹੈ। ਜੇ ਥਰਡ ਪਰਸਨ ਦੀ ਗੱਲ ਹੁੰਦੀ ਫਿਰ ਦੇਖੋ ਪੜਨਾ ਸੀ, ਫਸਟ ਪਰਸਨ ਦੀ ਗੱਲ ਹੈ। ਦੇਖੋ, ਮੈਂ ਦੇਖਦਾ ਹਾਂ। ਜੇ ਮੈਂ ਕਹਾਂ ਦੇਖੋ, ਅਰਥ ਹੋਏਗਾ ਤੁਸੀਂ ਵੇਖੋ। ਜੇ ਮੈਂ ਕਹਾਂਗਾ ਵੇਖਾਂ ਜਾਂ ਵੇਖੋ, ਦੇਖੋ, ਤਾਂ ਮੈਂ ਵੇਖਾਂ। ਜਬ ਦੇਖੋ ਤਬ ਸਭ ਕੁਛ ਮੂਲ। ਮੂਲ ਦਾ ਮਤਲਬ ਪ੍ਰਭੂ ਰੂਪ ਦਿਸਦੀ ਹੋਈ ਹਸਤੀ। ਜਦ ਵੀ ਮੈਂ ਵੇਖਦਾ ਹਾਂ ਤਦ ਮੈਂ ਹਰ ਵਸਤੂ ਦੀ ਜੜ ਵਾਹਿਗੁਰੂ ਨੂੰ ਵੇਖਦਾ ਹਾਂ। ਜਦੋਂ ਵੀ ਮੈਂ ਵੇਖਣਾ ਤਾਂ ਮੈਨੂੰ ਇਹ ਨਜ਼ਰ ਹੀ ਪੈਂਦਾ ਹੈ ਕਿ ਇਹਦਾ ਮੂਲ ਵਾਹਿਗੁਰੂ ਹੈ, ਇਹਦਾ ਮੂਲ ਵਾਹਿਗੁਰੂ ਹੈ, ਇਹਦੀ ਜੜ ਵਾਹਿਗੁਰੂ ਹੈ। ਕਿਵੇਂ ਹੈ? ਹੁਣ ਤੁਸੀਂ ਇਸ ਰਚਨਾ ਦੇ ਪਿੱਛੇ ਚਲੇ ਜਾਓ। ਜਦੋਂ ਇਹ ਰਚਨਾ ਨਹੀਂ ਸੀ ਤਾਂ ਰਚਨਾ ਕਿੱਥੋਂ ਹੋਈ? ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਅਵਗਤ ਤੋਂ ਨਿਰਮਾਇਲ ਉਪਜੈ ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਤੋਂ ਸਰਗੁਣ ਹੋ ਗਿਆ। ਸਮੁੰਦਰ ਤੇ ਜਾਓ ਤੇ ਤੁਸੀਂ ਸਮੁੰਦਰ ਤੇ ਬੁਲਬੁਲੇ ਵੇਖੋ, ਹਜ਼ਾਰਾਂ ਬੁਲਬੁਲੇ, ਤੇ ਕੀ ਕਹੋਗੇ ਵੀ ਬੁਲਬੁਲੇ ਰੇਤ ਦੇ ਨੇ ਜਾਂ ਬੁਲਬੁਲੇ ਪੱਥਰ ਦੇ ਨੇ? ਨਹੀਂ ਨਾ। ਬੁਲਬੁਲੇ ਕਾਹਦੇ ਨੇ ਜੀ? ਬੋਲ ਕੇ ਦੱਸੋ, ਅਨਮਿਊਟ ਰਹਿੰਦੇ। ਬੁਲਬੁਲੇ ਕਾਹਦੇ ਨੇ? ਪਾਣੀ ਦੇ। ਹਰ ਬੁਲਬੁਲਾ ਪਾਣੀ ਦਾ ਹੈ, ਹਰ ਲਹਿਰ ਪਾਣੀ ਦੀ ਹੈ। ਇਸੇ ਤਰ੍ਹਾਂ ਜਦੋਂ ਮੈਂ ਵੇਖਦਾ ਤੇ ਹਰ ਜੀਵ ਦਾ ਮੂਲ ਰੱਬ ਹੈ, ਮਨ ਤੋਂ ਜੋਤ ਸਰੂਪ ਹੈ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਸੂਖਮ, ਸੂਖਮ ਦਾ ਮਤਲਬ ਸੂਖਸ਼ਮ, ਬਾਰੀਕ। ਅਸਥੂਲ ਦਾ ਮਤਲਬ ਦ੍ਰਿਸ਼ਟਮਾਨ, ਮੁੱਢ। ਸੋ ਸੂਖਮ ਸੋਈ ਅਸਥੂਲ, ਕਿ ਦਿਸਦਾ ਸੰਸਾਰ ਵੀ ਉਹ ਆਪ ਹੀ ਹੈ ਔਰ ਵਿਆਪਕ ਜੋਤ ਵੀ ਉਹ ਆਪ ਹੀ ਹੈ। ਆਪ ਹੀ ਆਪ ਉਹ ਫੈਲਿਆ ਹੋਇਆ ਹੈ, ਉਹੀ ਸੂਖਮ ਤੋਂ ਅਸਥੂਲ ਹੋ ਗਿਆ ਹੈ। ਤੂੰ ਸੂਖਮ ਹੁਆ, ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੁਆ ਅਸਥੂਲੀ। ਇੱਕ ਨਿੱਕਾ ਜਿਹਾ ਬੀਜ, ਉਹੀ ਜੜਾਂ ਬਣਿਆ ਹੈ, ਉਹੀ ਤਣਾ ਬਣਿਆ ਹੈ, ਉਹੀ ਟਹਿਣੀਆਂ ਬਣਿਆ ਹੈ, ਉਹੀ ਪੱਤੇ ਬਣਿਆ ਹੈ, ਉਹੀ ਫੁੱਲ ਬਣਿਆ ਹੈ, ਤੇ ਅਖੀਰ ਵਿੱਚ ਉਹ ਫਿਰ ਬੀਜ ਦਾ ਬੀਜ ਹੈ। ਯਾਨੀ ਇੱਕ ਨਿੱਕਾ ਜਿਹਾ ਬੀਜ ਹੀ ਵਰਕਸ਼ ਬਣ ਗਿਆ, ਟਹਿਣੇ ਬਣ ਗਿਆ, ਪੱਤੀਆਂ ਬਣ ਗਿਆ ਹੈ। ਉਹ ਸੂਖਮ ਹੀ ਅਸਥੂਲ ਹੋਇਆ ਹੈ, ਭਾਵ ਕਿ ਚਾਰ ਚੁਫੇਰੇ ਉਹ ਪ੍ਰਭੂ ਆਪ ਹੀ ਫੈਲਿਆ ਹੋਇਆ ਹੈ।
ਇਹ ਸੰਸਾਰ ਮਾਨੋ ਇੱਕ ਵਰਕਸ਼ ਹੈ, ਰੱਬ ਇੱਕ ਵਰਕਸ਼ ਹੈ, ਤੇ ਇਸ ਸੰਸਾਰ ਦੇ ਜਿੰਨੇ ਵੀ ਜੀਵ ਜੰਤ ਖੰਡ ਮੰਡਲ ਬ੍ਰਹਿਮੰਡ ਨੇ, ਇਹ ਸਭ ਉਹਦੀਆਂ ਹੀ ਟਹਿਣੀਆਂ, ਉਹਦੇ ਹੀ ਪੱਤੇ, ਉਹਦੇ ਹੀ ਫਲ ਔਰ ਉਹਦਾ ਹੀ ਫੁੱਲ ਨੇ। ਜਦੋਂ ਮੈਂ ਦੇਖਦਾ ਹਾਂ ਤਾਂ ਜਿੱਧਰ ਦੇਖਦਾ ਹਾਂ ਉਧਰ ਉਹ ਰੱਬ ਹੀ ਰੱਬ ਨਜ਼ਰੀ ਪੈਂਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆ ਕਰੀਏ। ਤਾਂ ਅੱਜ ਦੀ ਇਸ ਕਲਾਸ ਵਿੱਚ ਜੋ ਅਸੀਂ ਵਿਚਾਰ ਕੀਤੀ ਹੈ, ਇਹਦੇ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਵਿਚਾਰ ਦੇ ਸਕਦੇ ਹੋ। ਆਪ ਬਿਨਾਂ ਕਹਿਣ ਤੋਂ ਹੀ ਅਨਮਿਊਟ ਹੋ ਜਾਓ। ਹੁਣ ਵੀਰ ਗੁਰਮੁਖ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗਿਆਨੀ ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਤਾਂ ਜਿੱਦਾਂ ਆਪਣੇ ਗਿਆਨੀ ਜੀ ਨੇ ਕਿਹਾ, ਜਿਹਨੇ ਆਪਣੇ ਕੋਈ ਹੁਣ ਗੱਲ ਕਰਨੀ ਹੈ ਤਾਂ ਅਨਮਿਊਟ ਹੋ ਲਓ। ਤਾਂ ਆਪਣੇ ਪਹਿਲਾਂ ਆਪਣੇ ਭੈਣ ਜੀ ਕੁਲਦੀਪ ਕੌਰ ਆਏ ਆ। ਹਾਂਜੀ ਕੁਲਦੀਪ ਕੌਰ ਜੀ। ਗਿਆਨੀ ਜੀ, ਹਾਂਜੀ ਭੈਣ ਜੀ। ਉਹ ਸੈਂਟੈਂਸ ਫਿਰ ਬੋਲਿਓ। ਨਾ ਹੀ ਦੇਖ ਨਾ ਭਾਜੀਏ। ਨਾ ਹੀ ਦੇਖ ਨਾ ਭਾਜੀਏ, ਪਰਮ ਸਿਆਣਪ ਇਹ। ਪਰਮ, ਅੱਛਾ, ਪਰਮ ਸਿਆਣਪ ਇਹ। ਪਰਮ ਸਿਆਣਪ ਇਹ ਤੁਸੀਂ ਗੁਰਬਾਣੀ ਸਰਚਰ ਵਿੱਚ ਪਾਓਗੇ ਤਾਂ ਉੱਥੋਂ ਪੰਕਤੀ ਨਿਕਲਦਾ ਹੈ। ਥੈਂਕ ਯੂ। ਕੋਈ ਜੀ ਥੈਂਕ ਯੂ ਭੈਣ ਜੀ। ਹਾਂਜੀ ਹੋਰ ਕੋਈ ਜੀ, ਹੋਰ ਕਿਸੇ ਨੇ ਕੋਈ ਕੁਐਸਚਨ ਕਰਨਾ ਹੈ ਜਾਂ ਆਪਣੇ ਕੋਈ ਵਿਚਾਰ ਦੇਣੇ ਆ ਤਾਂ ਜ਼ਰੂਰ ਅਨਮਿਊਟ ਹੋ ਲਓ। ਹਾਂਜੀ ਗਿਆਨੀ ਜੀ, ਹਾਂਜੀ। ਉਹ ਸੀ ਗੱਲ ਤੁਸੀਂ ਜਿਹੜੀਆਂ ਦੱਸਿਆ ਸੀ, ਮਨ, ਚਿੱਤ, ਬੁੱਧ ਤੇ ਹੋਮ, ਫਿਰ ਤੋਂ ਇੱਕ ਵਾਰੀ ਦੱਸ ਦਿਓ। ਹਾਂ ਭੈਣ, ਮਨ ਕਹਿੰਦੇ ਨੇ ਦਿਮਾਗ ਦੀ ਉਹ ਐਕਟੀਵਿਟੀ ਜਿਸ ਰਾਹੀਂ ਵਿਚਾਰ ਪੈਦਾ ਹੁੰਦੇ ਨੇ। ਜਿਵੇਂ ਮੈਂ ਚਾਹ ਪੀਣੀ ਚਾਹਨਾ, ਚਾਹ ਪੀਣ ਦਾ ਵਿਚਾਰ ਪੈਦਾ ਹੋਇਆ। ਮੈਂ ਬਾਜ਼ਾਰ ਜਾਣਾ ਹੈ, ਮੈਂ ਕੱਪੜਾ ਖਰੀਦਣਾ ਹੈ, ਉਹ ਬੰਦਾ ਚੰਗਾ ਹੈ, ਉਹ ਬੰਦਾ ਮਾੜਾ ਹੈ, ਵਿਚਾਰ ਪੈਦਾ ਹੋ ਰਹੇ ਨੇ ਨਾ। ਤਾਂ ਦਿਮਾਗ ਦੀ ਜਿਸ ਐਕਟੀਵਿਟੀ ਰਾਹੀਂ ਦਿਮਾਗ ਵਿਚਾਰ ਪੈਦਾ ਹੁੰਦੇ ਨੇ, ਦਿਮਾਗ ਦੀ ਉਸ ਐਕਟੀਵਿਟੀ ਨੂੰ ਮਨ ਕਹਿੰਦੇ ਨੇ। ਔਰ ਚਿੱਤ ਕਹਿੰਦੇ ਨੇ ਦਿਮਾਗ ਦੀ ਉਹ ਐਕਟੀਵਿਟੀ ਜੋ ਹਰ ਚੀਜ਼ ਨੂੰ ਚੇਤੇ ਰੱਖਦੀ ਹੈ। ਤੇ ਬੁੱਧ ਕਹਿੰਦੇ ਨੇ ਦਿਮਾਗ ਦੀ ਉਹ ਐਕਟੀਵਿਟੀ ਜੋ ਕਿਸੇ ਵਿਚਾਰ ਦੇ ਠੀਕ ਔਰ ਗਲਤ ਦਾ ਨਿਰਣਾ ਕਰਦੀ ਹੈ। ਜਿਵੇਂ ਮੈਂ ਕਿਹਾ ਮੈਂ ਚਾਹ ਪੀਣੀ ਹੈ ਤੇ ਤੁਸੀਂ ਇਹਦਾ ਨਿਰਣਾ ਕੀਤਾ ਵੀ ਚਾਹ ਪੀਣੀ ਠੀਕ ਨਹੀਂ ਭਾਈ ਸਾਹਿਬ, ਨੁਕਸਾਨਦਾਇਕ ਹੈ। ਹੁਣ ਇਹ ਜਿਹੜਾ ਨਿਰਣਾ ਕਰ ਰਹੀ ਹੈ, ਇਹਨੂੰ ਬੁੱਧ ਕਹਿੰਦੇ ਨੇ। ਦਿਮਾਗ ਦੀ ਉਹ ਐਕਟੀਵਿਟੀ ਜੋ ਠੀਕ ਔਰ ਗਲਤ ਦਾ ਨਿਰਣਾ ਕਰਦੀ ਹੈ। ਤੇ ਜਿਹੜੀ ਦਿਮਾਗ ਦੀ ਉਹ ਐਕਟੀਵਿਟੀ ਮੈਨੂੰ ਤੁਹਾਡੇ ਨਾਲੋਂ ਤੇ ਤੁਹਾਨੂੰ ਮੇਰੇ ਨਾਲੋਂ ਵੱਖਰਿਆਂ ਦਰਸਾਉਂਦੀ ਹੈ ਕਿ ਮੈਂ ਵੱਖਰਾ ਵਾਂ, ਤੁਸੀਂ ਵੱਖਰੇ ਹੋ, ਉਹਨੂੰ ਕਹਿੰਦੇ ਨੇ ਈਗੋ। ਹਉਮੈ, ਮੈਂ, ਯਾਨੀ ਆਪਣੀ ਵੱਖਰੀ ਹਸਤੀ ਦੀ ਜਿਸ ਤਰ੍ਹਾਂ ਹੀ ਪਹਿਚਾਨ ਹੁੰਦੀ ਹੈ ਕਿ ਮੇਰੀ ਵੱਖਰੀ ਹਸਤੀ ਹੈ, ਉਹਨੂੰ ਅਸੀਂ ਈਗੋ ਕਹਿ ਦਿੰਦੇ ਹਾਂ। ਅੱਛਾ, ਬਹੁਤ ਬਹੁਤ ਧੰਨਵਾਦ ਜੀ। ਕੋਈ ਗੱਲ ਨਹੀਂ। ਥੈਂਕ ਯੂ ਜੀ। ਤਾਂ ਹੋਰ ਜੀ। ਹਾਂਜੀ ਦਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋ ਲਓ ਜੀ, ਆਪੇ ਹੋ ਲਓ। ਵੀਰ ਦਵਿੰਦਰ ਸਿੰਘ ਜੀ ਅਨਮਿਊਟ ਹੋ ਜਾਓ ਪਹਿਲਾਂ ਤੁਸੀਂ ਨਾ। ਹਾਂਜੀ ਦਵਿੰਦਰ ਸਿੰਘ, ਤੁਹਾਨੂੰ ਆਪ ਹੀ ਕਰਨਾ ਪੈਣਾ ਜੀ, ਇਹ ਮੇਰੇ ਤੋਂ ਨਹੀਂ ਹੋਣਾ। ਵੀਰ ਜੀ ਦਵਿੰਦਰ ਸਿੰਘ ਜੀ, ਜਦੋਂ ਤੁਸੀਂ ਸਕਰੀਨ ਦੇ ਉੱਤੇ ਕਲਿੱਕ ਕਰੋਗੇ ਨਾ ਆਪਣੇ, ਉੱਥੇ ਆ ਜਾਏਗਾ ਅਨਮਿਊਟ, ਫਿਰ ਅਨਮਿਊਟ ਤੇ ਕਲਿੱਕ ਕਰ ਦਿਓ, ਫਿਰ ਤੁਸੀਂ ਅਨਮਿਊਟ ਹੋ ਜਾਓਗੇ, ਤਾਂ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੇਗੀ। ਹਾਂਜੀ ਠੀਕ ਹੈ, ਹੋ ਗਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਕੁਐਸਚਨ ਨਹੀਂ ਹੈ, ਸਿਰਫ ਕਲੈਰੀਫਿਕੇਸ਼ਨ ਹੈ ਗ੍ਰਾਮੈਟਿਕਲੀ। ਹਾਂਜੀ, ਗ੍ਰਾਮੈਟਿਕਲੀ ਕਲੈਰੀਫਿਕੇਸ਼ਨ ਦੀ ਲੋੜ ਹੈ। ਜਿਵੇਂ ਕਿ ਆਪਾਂ ਕਈ ਵਾਰੀ ਫਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ ਵਿੱਚ ਤੁਕ ਪੜ੍ਹਦੇ ਹਾਂ। ਹਾਂ। ਜਦੋਂ ਫਸਟ ਪਰਸਨ ਆਪਣੇ ਆਪ, ਸੈਕੰਡ ਪਰਸਨ ਦੂਜੇ ਨਾਲ ਗੱਲ ਕਰਨੀ, ਥਰਡ ਪਰਸਨ ਜਿਹਦੇ ਬਾਰੇ ਗੱਲ ਕਰਨੀ ਹੈ ਜੀ। ਜਿਵੇਂ ਕਿ ਆਪਾਂ ਅਸ਼ਟਪਦੀ ਪਹਿਲੀ, ਪਦਾ ਪਹਿਲਾ, ਸਿਮਰੋ ਸਿਮਰ ਸਿਵਨ ਸੁਖ ਪਾਵੋ। ਇੱਕ ਮਿੰਟ ਜੀ। ਹਾਂਜੀ। ਸਿਮਰੋ ਸਿਮਰ ਸਿਵਨ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜਿਵੇਂ ਲਿਖਿਆ ਆਪਾਂ ਉਦੋਂ ਪੜ੍ਹਿਆ। ਜਦ ਆਪਾਂ ਇਹ ਪੜਾਂਗੇ ਤਾਂ ਸਾਨੂੰ ਪਤਾ ਲੱਗਦਾ ਵੀ ਇਹ ਫਸਟ ਪਰਸਨ ਵਿੱਚ ਆ ਗਿਆ ਤਾਂ ਅਸੀਂ ਬਿੰਦੀ ਲਾ ਲਵਾਂਗੇ। ਹਾਂਜੀ, ਫਸਟ ਪਰਸਨ ਦੀ ਬਿਲਕੁਲ। ਹਾਂਜੀ, ਸਿਮਰੋ
ਸਿਮਰ ਸਿਮਰੋਂ ਕਲ ਕਲੇਸ਼ ਤਨ ਮਾਹੀ ਮਿਟਾਵੋ। ਹਾਂਜੀ ਮਿਟਾਵੋ। ਹਾਂਜੀ, ਫਸਟ ਪਰਸਨ ਵਾਸਤੇ। ਹਾਂਜੀ, ਤੁਹਾਡੀ ਵਿਆਖਿਆ ਬਿੰਦੀ ਲਾ ਕੇ ਫਿਰ ਸਿਮਰੋ ਤੇ ਕਲ ਕਲੇਸ਼ ਮਿਟਾ ਦਿਆਂ। ਜਿਵੇਂ ਤੁਸੀਂ ਹਾਂਜੀ ਹਾਂਜੀ ਕੀਤੀ ਸੀਗੀ, ਹਾਂਜੀ ਸਿਮਰਨ ਦੇ ਨਾਲ ਕਲ ਕਲੇਸ਼ ਮਿਟ ਜਾਣ। ਹਾਂਜੀ ਤੇ ਇਹ ਕੱਲ ਵੀ ਆਪਣੇ ਅੰਮ੍ਰਿਤਸਰ ਸਾਹਿਬ ਤੋਂ ਪ੍ਰੋਗਰਾਮ ਆ ਰਿਹਾ ਸੀਗਾ, ਪਹਿਲਾਂ ਤੋਂ ਨਹੀਂ ਬਿੰਦੀ ਲਾਈ ਨਹੀਂ ਕੋਈ ਵੀ। ਹਾਂਜੀ ਸ਼ਾਇਦ ਵੀ ਉਹਨਾਂ ਦੇ ਹਿਸਾਬ ਕਿਤਾਬ ਚ ਕੀਰਤਨ ਵਿੱਚ ਉਹਨਾਂ ਨੂੰ ਇਸ ਚੀਜ਼ ਦੀ ਛੋਟ ਹੋਊਗੀ। ਖੈਰ, ਅੱਛਾ, ਦੂਜੀ ਵਾਰੀ ਇਹਦੇ ਆਪਾਂ ਅਰਥ ਇਹ ਵੀ ਕਰਦੇ ਹਾਂ, ਮੈਂ ਸਿਮਰਦਾ ਹਾਂ, ਸਿਮਰ ਸਿਮਰ ਕਰਕੇ ਕਲ ਕਲੇਸ਼ ਮਟਾਉਂਦਾ ਹਾਂ। ਹਾਂਜੀ ਹਾਂਜੀ, ਇਹਦਾ ਵਿੱਚ ਹਾਂਜੀ। ਡਿਫਰੈਂਸ ਕੀ ਹੈ? ਇੱਕ ਮਿੰਟ ਲਈ ਮੈਂ ਇਹ ਨਾ ਇਹ ਥੋੜਾ ਜਿਹਾ ਕੱਟ ਲਵਾਂ। ਇਹ ਇੱਕ ਮਿੰਟ ਮੈਂ ਕਲ ਕਲੇਸ਼ ਤਨ ਮਾਹੀ। ਸਿਮਰ 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 ਸੁਖ ਪਾਵੋ ਤੇ ਬਿੰਦੀ ਆਏਗੀ ਨਾ ਤੇ ਫਿਰ ਇਹ ਗੱਲ ਬਿੰਦੀ ਦੀ ਨਹੀਂ ਹੈ ਜੀ। ਗੱਲ ਇਹ ਆ ਕਿ ਇੱਕ ਪਾਸੇ ਤਾਂ ਆਪਾਂ ਅਰਥ ਇਹਦੇ ਕਰਦੇ ਆ, ਮੈਂ ਸਿਮਰ ਸਿਮਰ ਕੇ ਸੁਖ ਪਾਵਾਂ ਤੇ ਕਲ ਕਲੇਸ਼ ਇਹ ਤਨ ਤੋਂ ਮਿਟਾ ਦੇਵਾਂ। ਦੂਜੇ ਪਾਸੇ ਇਹ ਅਰਥ, ਇਹਨਾਂ ਹੀ ਪੰਕਤੀ ਦੇ ਅਰਥ ਹੁੰਦੇ ਆ, ਮੈਂ ਸਿਮਰਦਾ ਹਾਂ, ਜਿਹੜਾ ਫਸਟ ਪਰਸਨ ਹੈ। ਹਾਂਜੀ ਸਿਮਰ ਸਿਮਰ ਕਰਕੇ ਕਲ ਕਲੇਸ਼ ਮਿਟਾਉਂਦਾ ਹਾਂ। ਹਾਂਜੀ ਵੀਰ ਜੀ, ਇਹਦਾ ਜਿਹੜਾ ਨਾ ਭਾਈ ਸਾਹਿਬ ਸਿੰਘ ਜੀ ਨੇ ਇਹਦਾ ਜਿਹੜਾ ਅਰਥ ਦਿੱਤਾ ਹੈ ਉਹ ਇਸ ਤਰ੍ਹਾਂ ਦਿੱਤਾ ਹੈ ਕਿ ਜਿਵੇਂ ਤੁਸੀਂ ਉਚਾਰਨ ਕਰ ਰਹੇ ਹੋ ਤਾਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਫਸਟ ਪਰਸਨ ਦੀ ਗੱਲ ਹੋ ਰਹੀ ਹੈ ਤੇ ਉਹ ਅੱਗੇ ਜਾ ਕੇ ਸਪਸ਼ਟ ਵੀ ਹੋ ਜਾਂਦੀ ਹੈ। ਆਪਾਂ ਅੱਗੇ ਕਰਦੇ ਹਾਂ। ਇਹਦਾ ਅਰਥ ਦਿੱਤਾ ਹੈ, ਮੈਂ ਅਕਾਲ ਪੁਰਖ ਦਾ ਨਾਮ ਸਿਮਰਾਂ ਤੇ ਸਿਮਰ ਸਿਮਰ ਕੇ ਸੁੱਖ ਹਾਸਲ ਕਰਾਂ। ਇਸ ਤਰ੍ਹਾਂ ਸਰੀਰ ਵਿੱਚ ਜੋ ਦੁੱਖ ਵਿਖਾਦ ਹਨ ਉਹਨਾਂ ਨੂੰ ਮੈਂ ਮਿਟਾ ਲਵਾਂ। ਤਾਂ ਇਹਦੇ ਅਰਥ ਤਾਂ ਇਹ ਹੀ ਕੀਤੇ ਨੇ। ਔਰ ਜੇ ਅਸੀਂ ਉਹ ਵੀ ਕਰਦੇ ਹਾਂ ਨਾ ਕਿ ਮੈਂ ਸਿਮਰਦਾ ਹਾਂ ਔਰ ਸਿਮਰ ਸਿਮਰ ਕੇ ਮਿਟਾ ਲੈਂਦਾ ਹਾਂ, ਤਾਂ ਉਹ ਵੀ ਸੇਮ ਹੀ, ਉਹਦੇ ਵਿੱਚ ਕੋਈ ਬਹੁਤੀ ਪ੍ਰੋਬਲਮ ਨਹੀਂ ਹੈ। ਧੰਨਵਾਦ ਜੀ। ਹਾਂਜੀ, ਗੱਲ ਨਾ ਫਸਟ ਪਰਸਨ ਦੀ ਹੋ ਰਹੀ ਹੈ, ਦੋਵਾਂ ਅਰਥਾਂ ਦੇ ਵਿੱਚ ਗੱਲ ਫਸਟ ਪਰਸਨ ਦੀ ਹੋ ਰਹੀ ਹੈ। ਜੇ ਅਸੀਂ ਇਹਨੂੰ ਇਹ ਪੜਾਂਗੇ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ, ਕਿ ਤੁਸੀਂ ਸਿਮਰੋ ਤੇ ਸਿਮਰ ਸਿਮਰ ਕੇ ਸੁਖ ਪਾਓ, ਕਲ ਕਲੇਸ਼ ਤਨ ਵਿੱਚੋਂ ਮਿਟਾ ਲਵੋ ਜਾਂ ਮਿਟਾ ਲਓਗੇ, ਤਾਂ ਇੱਥੇ ਸਿਰਫ ਥਰਡ ਪਰਸਨ ਦੀ ਗੱਲ ਹੋ ਜਾਏਗੀ ਜਾਂ ਸੈਕੰਡ ਪਰਸਨ ਦੀ। ਤੇ ਜਿਹੜੇ ਦੋਵੇਂ ਅਰਥ ਤੁਸੀਂ ਕਹਿ ਰਹੇ ਹੋ ਦੋਵਾਂ ਦਾ ਸੇਮ ਹੀ ਨੇ, ਪਰ ਇਥੋਂ ਸਵਾਲ ਪੈਦਾ ਹੋਣਾ ਹੈ ਕਿ ਸਾਨੂੰ ਇਹ ਕਿਵੇਂ ਪਤਾ ਲੱਗਾ ਕਿ ਇਹ ਫਸਟ ਪਰਸਨ ਹੈ। ਤਾਂ ਇਹਦਾ ਲਾਸਟ ਦੇ ਵਿੱਚ ਜਾ ਕੇ ਪਤਾ ਲੱਗ ਰਿਹਾ ਹੈ, ਕਾਂਖੀ ਏਕੈ ਦਰਸ ਤੁਹਾਰੂ, ਜਿਹੜੇ ਕੇਵਲ ਤੇਰੇ ਦੀਦਾਰ ਦੇ ਚਾਹਵਾਨ ਨੇ, ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਨੇ, ਨਾਨਕ ਉਨ ਸੰਗ ਮੋਹੇ ਉਧਾਰੋ, ਕਿ ਉਹਨਾਂ ਦੀ ਸੰਗਤ ਵਿੱਚ ਮੇਰਾ ਉਧਾਰ ਕਰੋ। ਕਿਉਂਕਿ ਇੱਥੇ ਮੇਰੀ ਗੱਲ ਹੋ ਰਹੀ ਹੈ, ਤਾਂ ਸਾਰੀ ਸੰਗਤ ਵਾਸਤੇ ਮੈਂ ਬੇਨਤੀ ਕਰ ਰਿਹਾ, ਇੱਥੇ ਮੇਰੀ ਗੱਲ ਹੋ ਰਹੀ ਹੈ, ਇਸ ਕਰਕੇ ਉੱਤੇ ਵੀ ਮੇਰੀ ਗੱਲ ਹੀ ਹੈ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੇਸ਼ ਤਨ ਮਾਹੇ ਮਿਟਾਵੋਂ, ਸਿਮਰੋਂ ਜਾਸ ਵਿਸੁੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਉੱਥੇ ਵੀ ਫਸਟ ਪਰਸਨ ਦੀ ਗੱਲ ਹੀ ਹੋ ਰਹੀ ਹੈ, ਕਿਉਂਕਿ ਥੱਲੇ ਜਾ ਕੇ ਸਪਸ਼ਟ ਹੋ ਗਿਆ। ਇਹ ਸਾਰੀ ਸੰਗਤ ਵਾਸਤੇ ਹੈ। ਜਿਹੜੇ ਤੁਸੀਂ ਦੋਵੇਂ ਅਰਥ ਕਹਿੰਦੇ ਉਹ ਦੋਵੇਂ ਸੇਮ ਹੀ, ਉਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ, ਮੈਨੂੰ ਇਹ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਮੈਂ ਇਸ ਦੀ ਖੋਜ ਕਰਦਾ ਸੀਗਾ ਵੀ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ। ਧੰਨਵਾਦ ਜੀ ਤੁਹਾਡਾ। ਨਾ ਕੋਈ ਧੰਨਵਾਦ। ਬਹੁਤ ਬਹੁਤ ਹਾਂਜੀ, ਥੈਂਕ ਯੂ ਦਵਿੰਦਰ ਸਿੰਘ ਜੀ। ਤਾਂ ਆਪਣੇ ਹੋਰ ਜੀ ਕਿਸੇ ਨੇ ਕੋਈ ਸਵਾਲ ਜਵਾਬ? ਇੱਕ ਮਿੰਟ ਮੈਂ ਲੈ ਲਾ। ਹਾਂਜੀ ਤੂਰ ਸਾਹਿਬ ਜਿਹੜਾ ਕਹਿੰਦੇ ਨਾ ਉਹ ਬਿੰਦੀ ਨਹੀਂ ਲਗਾਉਂਦੇ, ਜਿਹੜੇ ਦਮਦਮੀ ਟਕਸਾਲ ਚੋਂ ਆਉਂਦੇ ਆ ਉਹ ਗ੍ਰਾਮਰ ਨਹੀਂ ਨਾ ਯੂਜ਼ ਕਰਦੇ, ਇਸ ਕਰਕੇ ਉਹ ਬਿੰਦੀ ਨਹੀਂ ਲਾਉਂਦੇ। ਹਾਂ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਅਸਲ ਦੇ ਵਿੱਚ ਨਾ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ, ਵੀ ਜਿਵੇਂ ਅਸੀਂ ਹੁਣ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬਹਿਤਿਆਂ ਸੋਹੀ ਹੈ ਸਭਨਾਂ ਦਾ ਵਿਸਾ। ਇਹ ਉਚਾਰਨ ਤਾਂ ਇਹੋ ਹੀ ਹੈ, ਬਿਲਕੁਲ ਠੀਕ ਹੈ। ਕਿਉਂਕਿ ਤੁਹਾਨੂੰ ਗ੍ਰਾਮਟੀਕਲੀ ਸਾਰੇ ਕਲਾਸ ਵਾਲੇ ਵੀਰਾਂ ਨੂੰ ਪਤਾ ਹੈ ਕਿ ਜਦੋਂ ਵੀ ਕਿਸੇ ਨਾਊਨ ਦੇ ਆਖਰੀ ਅੱਖਰ ਥੱਲੇ ਔਂਕੜ ਹੁੰਦਾ ਹੈ ਤਾਂ ਉਹ ਸਿੰਗੂਲਰ ਪਰਸਨ ਹੁੰਦਾ ਹੈ, ਸਿੰਗੂਲਰ ਹੁੰਦਾ ਹੈ ਸ਼ਬਦ, ਪਲੂਰਲ ਨਹੀਂ ਹੁੰਦਾ। ਜਦੋਂ ਕਿਸੇ ਕਿਰਿਆਵਾਚੀ ਹਾਹੇ ਦੇ ਥੱਲੇ ਔਂਕੜ ਆਉਂਦਾ ਨਾ, ਉਹ ਬਹੁਵਚਨੀ ਹੁੰਦਾ, ਉੱਥੇ ਔਂਕੜ ਬੁਲਾਣਾ ਹੁੰਦਾ ਹੈ। ਪਰ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਕੁਝ ਲੋਕ ਬਾਬਿਆਂ ਤੋਂ ਜਿਹੜੇ ਪੜ੍ਹ ਕੇ ਆਏ ਨੇ, ਉਹ ਹਾਹੇ ਥੱਲੇ ਪੱਕਾ ਹੀ ਔਂਕੜ ਬੁਲਾਉਂਦੇ ਨੇ। ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ, ਉਹ ਹਾਹੇ ਥੱਲੇ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਹਾਹੇ ਥੱਲੇ ਔਂਕੜ ਬੁਲਾਣਾ ਹੀ ਬੁਲਾਣਾ ਹੈ।
ਲੇਕਿਨ ਕਿਉਂਕਿ ਉਹ ਗ੍ਰਾਮੈਟਿਕਲੀ ਖੋਜ ਨਾ ਕਰਨ ਕਰਕੇ ਫਿਰ ਸਮਝ ਨਹੀਂ ਨਾ ਉਹਨਾਂ ਨੂੰ ਇਸ ਚੀਜ਼ ਦੀ ਆਈ ਕਿ ਜਿਹੜੀ ਨਾਉਨ ਹੈਗਾ ਨਾ, ਜੇ ਨਾਉਨ ਦੇ ਹਾਹੇ ਥੱਲੇ ਔਂਕੜ ਹੋਏਗਾ ਉਹਨੂੰ ਨਹੀਂ ਬੁਲਾਣਾ। ਜਿਵੇਂ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੂ, ਇਹਨੂੰ ਜਾਹੂ ਪੜਾਂਗੇ ਕਿਉਂਕਿ ਜਾਣਾ ਕਿਰਿਆਵਾਚੀ ਸ਼ਬਦ ਹੈ। ਪਰ ਸੱਜਣ ਸੱਚਾ ਪਾਤਸ਼ਾਹ, ਹੁਣ ਪਾਤਸ਼ਾਹ ਜਿਹੜਾ ਹੈ ਇਹ ਕਿਰਿਆਵਾਚੀ ਸ਼ਬਦ ਨਹੀਂ, ਇਹ ਨਾਉਨ ਹੈ। ਇਸ ਲਈ ਜਦੋਂ ਉਹ ਕਿਤੇ ਨਾਉਨ ਦਾ ਹਾਹੇ ਥੱਲੇ ਔਂਕੜ ਹੋਏ ਤੇ ਉੱਥੇ ਅਸੀਂ ਔਂਕੜ ਨਹੀਂ ਬੁਲਾਣਾ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾ। ਪਰ ਕਈ ਵਾਰ ਦਰਬਾਰ ਸਾਹਿਬ ਤੋਂ ਆਮ ਹੀ ਮਤਲਬ ਜਦੋਂ ਅਸੀਂ ਸੁਣਿਆ ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹ ਹੋ, ਤਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਨੇ ਸਵਾਲ ਕਰਦੇ ਨੇ ਵੀ ਭਾਈ ਸਾਹਿਬ ਜਾਂ ਵੀਰ ਜੀ ਜਾਂ ਭੈਣ ਜੀ ਵੀ ਹਰਮੰਦਰ ਸਾਹਿਬ ਤੋਂ ਜਿਹੜੇ ਪੜ੍ਹਦੇ ਨੇ ਕੀ ਉਹ ਗਲਤ ਨੇ? ਉਥੋਂ ਤੇ ਪੜਿਆ ਜਾਂਦਾ ਹੈ ਸੱਜਣ ਸੱਚਾ ਪਾਤਸ਼ਾਹ ਹੋ। ਤਾਂ ਇਹ ਗ੍ਰਾਮੈਟਿਕਲੀ ਪ੍ਰੋਬਲਮ ਹੈ। ਦੇਖੋ ਕਿਸੇ ਵੀ ਸਥਾਨ ਤੇ, ਚਾਹੇ ਹਰਮੰਦਰ ਸਾਹਿਬ ਜਾਂ ਕੋਈ ਹੋਰ ਛੋਟਾ ਗੁਰਦੁਆਰਾ ਜਿਹਨੂੰ ਅਸੀਂ ਛੋਟਾ ਗੁਰਦੁਆਰਾ ਸ਼ਬਦ ਯੂਜ਼ ਕਰ ਲੈਂਦੇ ਆ, ਲੋਕਲ ਗੁਰਦੁਆਰਾ, ਤਾਂ ਸਵਾਲ ਹੈ ਵੀ ਉੱਥੇ ਜਿਹੜਾ ਬੰਦਾ ਹੈ ਉਹਨੇ ਸਿੱਖਿਆ ਕਿੱਥੋਂ ਹਾਸਲ ਕੀਤੀ ਜਾਂ ਉਹਦੀ ਨੌਲੇਜ ਕਿੰਨੀ ਹੈ, ਉਹਦੇ ਤੇ ਡਿਪੈਂਡ ਕਰੇਗਾ, ਜਾਂ ਉਹਨੂੰ ਪ੍ਰੋਟੋਕੋਲ ਕੀ ਦਿੱਤਾ ਹੈ ਉਹਦੇ ਤੇ ਵੀ ਡਿਪੈਂਡ ਕਰੇਗਾ। ਇਸ ਲਈ ਸਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਯਾਨੀ ਜੀ ਜੇ ਹੁਣ ਬਿੰਦੀ ਵੀ ਸੱਸੇ ਤੇ ਪੈਰ ਚਲਾਉਂਦੇ ਤੇ ਫਿਰ ਇਹ ਕਿਉਂ ਨਹੀਂ ਕਹਿੰਦੇ ਖੁਸ਼ੀਆਂ? ਜੇ ਉਹ ਕਹਿੰਦੇ ਅਸੀਂ ਗ੍ਰਾਮਰ ਨਹੀਂ ਯੂਜ਼ ਕਰਨੀ, ਫਿਰ ਖੁਸ਼ੀਆਂ ਕਿਉਂ ਕਹਿੰਦੇ? ਫਿਰ ਉਹ ਖੁਸ਼ੀਆਂ ਕਹਿੰਦੇ। ਤੁਸੀਂ ਭੈਣ ਉਹਨਾਂ ਨੂੰ ਜੇ ਖਿਆਲ ਦੇ ਨਾਲ ਸੁਣੋਗੇ ਨਾ ਤਾਂ ਉਹ ਖੁਸ਼ੀਆਂ ਨਹੀਂ ਕਹਿੰਦੇ, ਉਹ ਖੁਸ਼ੀਆਂ ਕਹਿੰਦੇ ਨੇ। ਖੁਸ਼ੀਆਂ ਉਹ ਐਵੇਂ ਪੜ੍ਹਦੇ ਨੇ, ਬਹੁਤ ਘੱਟ ਖੁਸ਼ੀਆਂ ਕਹਿੰਦੇ ਨੇ, ਖੁਸ਼ੀਆਂ ਹੀ ਕਹਿੰਦੇ ਨੇ। ਜਿਵੇਂ ਆ ਨਹੀਂ ਚੰਗਿਆਈਆ ਬੁਰਿਆਈਆ ਵਾਚੇ ਧਰਮ, ਉਹ ਚੰਗਿਆਈਆ ਬੁਰਿਆਈਆ ਹੀ ਪੜ੍ਹਦੇ ਨੇ। ਔਰ ਉਹਨਾਂ ਦਾ ਉਚਾਰਨ ਵੀ ਨਾ ਐਵੇਂ ਹੈ, ਆ ਦੇ ਸੱਚ, ਜੁਗਾ ਦੇ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਮੈਂ ਆਪ ਐਵੇਂ ਪੜ੍ਹਦਾ ਰਿਹਾ ਵਾਂ। ਜਿਵੇਂ ਪੰਚੇ ਸੋਹ ਹੈ ਦਰ ਰਾਜਾਨ, ਮੈਂ ਨਾ ਖੁਦ ਪਾਠ ਐਵੇਂ ਕਰਦਾ ਰਿਹਾ। ਫਿਰ ਜਦੋਂ ਮੈਨੂੰ ਗੁਰਬਾਣੀ ਦੀ ਵਿਆਕਰਨ ਦੀ ਪੁਸਤਕ ਮਿਲੀ ਔਰ ਗੁਰਬਾਣੀ ਦੀ ਵਿਆਕਰਨ ਅਨੁਸਾਰ ਵੇਖਿਆ ਤਾਂ ਫਿਰ ਸਮਝ ਆਈ ਕਿ ਇਹ ਤੇ ਗ੍ਰਾਮੈਟਿਕਲੀ ਗੱਲਾਂ ਬਿਲਕੁਲ ਠੀਕ ਨੇ ਵੀ ਐਵੇਂ ਪੜ੍ਹਨਾ ਚਾਹੀਦਾ। ਤੇ ਲੇਕਿਨ ਫਿਰ ਵੀ ਅੰਦਰੋਂ ਨਾ ਨਹੀਂ ਸੀ ਜੀ ਕਰਦਾ ਹੁੰਦਾ ਪੜ੍ਹਨ ਤੇ। ਪਰ ਜਦੋਂ ਵੇਖਿਆ ਵੀ ਵਾਸਤਵ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗ੍ਰਾਮੈਟਿਕਲੀ ਸਾਰਾ ਕੁਝ ਕਰ ਰਿਹਾ ਹੈ ਤੇ ਦੂਜੇ ਨੂੰ ਸਿਖਾਉਣ ਵਾਸਤੇ, ਸਿੱਖਣ ਵਾਸਤੇ, ਅਰਥ ਸਮਝਣ ਲਈ ਇਹ ਬਹੁਤ ਜ਼ਰੂਰੀ ਨੇ, ਤਾਂ ਫਿਰ ਸਮਝ ਆਈ। ਤਾਂ ਫਿਰ ਜਦੋਂ ਆਪ ਪੜਿਆ ਫਿਰ ਸਮਝ ਆਈ ਇਸ ਚੀਜ਼ ਦੀ ਵੀ ਸਾਨੂੰ ਐਵੇਂ ਬੋਲਣਾ ਚਾਹੀਦਾ ਹੈ, ਖੁਸ਼ੀਆਂ ਨਹੀਂ ਖੁਸ਼ੀਆਂ ਹੈਗਾ, ਜਾਂ ਵਾਚੇ ਧਰਮ ਹਦੂ ਮੁਸ਼ੱਕਤ ਹੈਗਾ, ਜਾਂ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੇ ਵੇ ਪਰਵਾਹ। ਅਸੀਂ ਹੁਣ ਤੁਹਾਡੇ ਤੋਂ ਪੁੱਛੀਏ ਵੀ ਭੈਣ ਕੁਲਦੀਪ ਇਧਰ ਨੂੰ ਰਾਹ ਕਿਹੜਾ, ਤੇ ਤੁਸੀਂ ਥੋੜੀ ਕਹੋਗੇ ਵੀ ਇਹ ਸੜਕੋਂ ਜਾਂਦੀ ਹੈ ਜਾਂ ਇਹ ਰਾਹੋਂ ਜਾਂਦਾ। ਅਸੀਂ ਕਹਿੰਦਾ ਵੀ ਰਾਹ ਜਾਂਦਾ ਹੈ, ਇਹ ਸੜਕ ਜਾਂਦੀ ਹੈ। ਤਾਂ ਐਵੇਂ ਗ੍ਰਾਮੈਟਿਕਲੀ ਜਿਹੜਾ ਨਾ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਤੇ ਇਸ ਕਰਕੇ ਸਾਨੂੰ ਇਧਰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ। ਜਿਵੇਂ ਹੁਣ ਵੀਰ ਜੀ ਨੇ ਕਿਹਾ ਸੀ ਜਾਂ ਤੁਸੀਂ ਕਹਿ ਰਹੇ ਹੋ, ਸਾਰੇ ਤੁਹਾਨੂੰ ਪਤਾ ਹੈ, ਸਾਰੇ ਕਲਾਸ ਵਾਲਿਆਂ ਨੂੰ, ਤਾਂ ਸਾਨੂੰ ਗ੍ਰਾਮੈਟਿਕਲੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ। ਧੰਨਵਾਦ ਤੁਹਾਡਾ। ਠੀਕ ਹੈ ਜੀ, ਹਾਂਜੀ, ਥੈਂਕ ਯੂ ਇੰਦੂ ਜੀ। ਹਾਂਜੀ, ਹੋਰ ਜੇ ਕੋਈ ਕੁਐਸਚਨ ਜੀ ਜਾਂ ਕੋਈ? ਕੁਝ ਲੋਕ ਚੱਛੇ ਨੂੰ ਵੀ ਸ਼ ਬੋਲ ਜਾਂਦੇ ਨੇ ਕੀਰਤਨ ਵਿੱਚ ਵੀ, ਰਾਗੀਆਂ ਨੂੰ। ਉਹ ਨਾ ਕਈ ਵਾਰੀ ਤਾਂ ਕਿਸੇ ਦੇ ਨਾ ਬੋਲਣ ਦੀ ਪ੍ਰੋਬਲਮ ਹੁੰਦੀ ਹੈ, ਬੋਲੀ ਵਿੱਚ ਐਵੇਂ ਹੁੰਦਾ ਵੀ ਜਿਵੇਂ ਆਪਣੇ ਜਗਾਦਰੀ ਵਾਲੇ ਵੀਰ ਜੀ ਸੀ ਹਰਬੰਸ ਸਿੰਘ ਜੀ, ਤਾਂ ਉਹ ਕਰੀਬ ਸੱਸੇ ਨੂੰ ਸ਼ਸ਼ਾ ਹੀ ਬੁਲਾਉਂਦੇ ਸੀ। ਕਈਆਂ ਦੀ ਤਾਂ ਲੈਂਗੁਏਜ ਦੀ ਪ੍ਰੋਬਲਮ ਹੁੰਦੀ ਹੈ। ਨਹੀਂ, ਛਤਰੀ ਨਹੀਂ, ਹਾਂਜੀ ਛਤਰੀ, ਉਹ ਵੀ ਕਈਆਂ ਦੀ ਇਲਾਕੇ ਦੀ ਪ੍ਰੋਬਲਮ ਹੈ। ਉਹ ਤਾਂ ਵੱਖਰੀ ਚੀਜ਼ ਆ। ਛੱਛੇ ਨੂੰ ਸੱਸੇ ਨੂੰ ਛੱਛਾ ਕਹਿਣਾ ਤਾਂ ਉਹ ਤਾਂ ਬਿਲਕੁਲ ਹੀ ਗਲਤ ਨਾ। ਸ਼ਾਹ ਨੂੰ ਛਾ ਕਹਿਣਾ। ਤੇ ਥੋੜੀ ਬਹੁਤੀ ਲੈਂਗੁਏਜ ਪ੍ਰੋਬਲਮ ਹੁੰਦੀ ਹੈ ਇਲਾਕੇ ਦੀ। ਜਿਵੇਂ ਅਸੀਂ ਹੁਣ ਕਹਿੰਦੇ ਆ ਮੈਨੂੰ ਕੁਛ ਹੁੰਦਾ ਹੈ, ਕੁਛ, ਤੇ ਕਈ ਕਹਿੰਦੇ ਨੇ ਮੈਨੂੰ ਕੁਝ ਹੁੰਦਾ, ਕੁਝ ਕੱਕਾ ਝੱਜਾ। ਤੇ ਇਧਰ ਪਟਿਆਲੇ ਵੱਲ ਚਲੇ ਜਾਓ ਤੇ ਉਹ ਕਹਿਣਗੇ ਮੈਨੂੰ ਕੁਸ ਹੁੰਦਾ, ਕੁਸ। ਉਹ ਇਲਾਕੇ ਦੀ ਇਹ ਜਿਹੜੀ ਬੋਲੀ ਉਹ ਇੱਕ ਵੱਖਰੀ ਪ੍ਰੋਬਲਮ ਹੈ। ਬਾਕੀ ਜਿਹੜੀ ਗ੍ਰਾਮੈਟਿਕਲੀ ਇਹ ਤਾਂ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਤੇ ਤੁਸੀਂ ਕਲਾਸ ਵਾਲੇ ਤੇ ਗ੍ਰਾਮੈਟਿਕਲੀ ਸਮਝ ਹੀ ਰਹੇ ਹੋ ਸਾਰੇ। ਹੋਰ ਜੀ ਕਿਸੇ ਵੀਰ ਭੈਣ ਦਾ ਕੋਈ ਸਵਾਲ ਜਾਂ ਆਪਣੇ ਵਿਊਜ਼ ਦੇਣੇ ਚਾਹੁੰਦੇ ਹੋ? ਠੀਕ ਹੈ ਗਿਆਨ ਜੀ, ਮੈਨੂੰ ਲੱਗਦਾ ਵੀ ਆਪਣੇ ਇੱਥੇ ਹੀ ਹੋਰ ਕੋਈ ਹੈ ਨਹੀਂ, ਤਾਂ ਆਪਾਂ ਇੱਥੇ ਸਾਰੇ ਠੀਕ ਹੈ ਜੀ। ਅਸੀਂ ਫਿਰ ਮਿਲਦੇ ਹਾਂ ਕੱਲ ਸੈਚਰਡੇ ਵਾਲੇ ਜਿਹੜੇ ਵੀਰ ਭੈਣਾਂ ਨੇ 1 ਵਜੇ। ਹਾਂਜੀ ਠੀਕ ਹੈ ਜੀ, ਨਹੀਂ ਕੱਲ ਨੂੰ ਆਉਣਾ ਹੈ ਤਾਂ ਉਹ ਵੀ ਠੀਕ ਹੈ ਜੀ। ਤੇ ਬਾਕੀ ਆਪਾਂ ਸਾਰੇ ਹੋਰ ਆਪਾਂ ਮੰਡੇ ਨੂੰ ਫੇਰ ਜੁੜਾਂਗੇ ਜੀ। ਸਾਰਿਆਂ ਨੂੰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।